ਉਦਾਂ ਹੀ ਆ ਟਾਈਮ ਲੋ ਕੁਛ ਮਰਜ਼ੀ ਹੋ ਨਵੀਂ ਜਾਵੇ। ਚੀਜ਼ ਦਿਖਾਵਾਂ ਤੁਹਾਨੂੰ ਜਿਹੜੀ ਇੰਡੀਆ 'ਚ ਕਦੇ ਨਹੀਂ ਆਪਾਂ ਯੂਜ਼ ਕਰਦੇ। ਕਿਹੜੀ ਓਏ? ਆਹ ਕੀ ਓਏ? ਨਾਈਟ ਹੋਕ। ਇਹਨੂੰ ਓਹੋ ਕਹਿੰਦੇ ਨੇ ਕਾਰਬਨ ਮੋਨੋਆਕਸਾਈਡ ਡਿਟੈਕਟਰ। ਤੁਹਾਡੀ ਉਹ ਭੈਣ ਨੂੰ ਆਹ ਕੀ ਚੀਜ਼ ਆ ਬਈ। ਇਹੋ ਜਿਹੀਆਂ ਚੀਜ਼ਾਂ ਇੰਡੀਆ 'ਚ ਲੋੜ ਨਹੀਂ ਪੈਂਦੀ ਬਿਲਕੁਲ ਵੀ ਯੂਜ਼ ਕਰਨ ਦੀ। ਇਹ ਦੇਖੋ ਨਵੀਂ ਚੀਜ਼ ਹੈ। ਇੱਥੇ ਮੋਨੋਕਸਾਈਡ ਵੀ ਆਉਂਦੀ ਹੈਗੇ। ਇੱਥੇ ਤਾਂ ਇਹੋ ਜਿਹੀਆਂ ਚੀਜ਼ਾਂ ਬਾਹਲੀਆਂ ਹੁੰਦੀਆਂ ਨੇ ਕਿਉਂਕਿ ਬੰਦ ਨਹੀਂ ਨਾ ਘਰ। ਅੱਛਾ ਮੋਨੋਕਸਾਈਡ, ਹਾਂ ਮਤਲਬ ਉਹ ਜਦੋਂ ਉਹ ਫੂਕਦੇ ਆ ਨਾ ਉਹ ਕਿਆ ਤੇ ਕਹਿੰਦੇ ਆ। ਹਾਂ ਇਹ ਸਾਇਲੈਂਟ ਮੌਤ ਦਿੰਦੀ ਆ ਕਹਿੰਦੇ। ਮੈਨੂੰ ਪਤਾ ਹੈ। ਆਰਡਰਲੈਸ ਹੁੰਦੀ ਹੈ ਇੱਕ ਤਾਂ। ਮੇਰੀ ਹੋਈ ਹੈ ਇੱਕ ਵਾਰ। ਤੇਰੀ ਹੋਈ ਹੋਈ ਹੈ? ਮੇਰੇ ਦੂਜੇ ਜਨਮ ਹੈ। ਭਾਜੀ ਗੁਰਪ੍ਰੀਤ ਸੈੱਟ ਹੋ ਕਿੱਦਾਂ ਗਿਆ, ਜਸਕਰਨ? ਥੋੜਾ ਜਿਹਾ ਜ਼ੂਮ ਜ਼ਿਆਦਾ ਕਰ ਰੱਖਿਆ, ਪਿੱਛੇ ਹੀ ਵੜ ਗਿਆ ਉੱਪਰ। ਹਾਂ ਹੁਣ ਠੀਕ ਹੁਣ ਹੈ, ਦੇਖਿਓ। ਹੁਣ ਠੀਕ ਹੈ। ਸਤਿ ਠੀਕ ਸ਼੍ਰੀ ਹੈ ਅਕਾਲ ਯਾਰ। ਭਾਜੀ। ਸਤਿ ਸ੍ਰੀ ਅਕਾਲ, ਸਤਿ ਬੈਕਗਰਾਉਂਡ ਸ੍ਰੀ ਅਕਾਲ। ਉਹ ਠੀਕ ਹੈ। ਬੈਕਗਰਾਉਂਡ ਵਾਲਾ ਚੈੱਕ ਕਿੱਥੋਂ ਲਾਇਆ? ਬੈਕਗਰਾਉਂਡ ਵਾਲਾ ਚੈੱਕ ਕਿੱਥੋਂ ਲਾਇਆ? ਮੈਂ ਵੀ ਲਾਣਾ ਅੜ ਜਾ। ਮੈਨੂੰ ਵੀ ਲਾਣਾ ਚਾਹੀਦਾ ਪਤਾ ਨਹੀਂ, ਵੈਸੇ, ਚਲੋ ਕੋਈ ਪਹਿਲਾਂ ਹੀ ਗੱਲ ਨਹੀਂ। ਲੱਗਾ ਹੋਇਆ ਸੀਗਾ ਸ਼ਾਇਦ। ਠੀਕ ਹੈ ਇਹ ਯਾਰ, ਜਿਵੇਂ ਹੈਗੇ ਦੇਖੋ ਹੁਣ ਇਹ ਰੀਅਲ ਆਪਾਂ, ਇਹ ਇਹੀ ਤਾਂ ਤਾਂ ਹੁੰਦਾ ਰੀਅਲ ਪੋਡਕਾਸਟ। ਹੈ। ਇਹੀ ਇਹ ਤਾਂ ਤਾਂ ਹੁੰਦਾ ਮੇਨ ਪੋਡਕਾਸਟ। ਔਰ ਇਹ ਥੋੜੀ ਹੁੰਦਾ ਪੋਡਕਾਸਟ ਤਿਆਰ ਹੋ ਕੇ ਬਹਿ ਜਾਓ ਉੱਥੇ ਇੰਟਰਵਿਊ ਦੇਣ ਲਈ, ਵੀ ਸਾਨੂੰ ਕੁਐਸਚਨ ਪਹਿਲਾਂ ਲਿਖ ਕੇ ਦੇ ਦਿਓ ਵੀ ਨਾ ਨਾ ਇਹ ਨਾ ਸਰ ਨੇ। ਇਹ ਤਾਂ ਦੈਟ ਇਜ਼ ਨਾਟ ਸਵਾਦ ਹੀ ਪੋਡਕਾਸਟ। ਹੈ। ਪੋਡਕਾਸਟ ਆਹੀ ਹੈ, ਗੱਲਾਂ ਬਾਤਾਂ ਮਾਰੋ। ਦਿਸ ਇਜ਼ ਕਾਲਡ ਪੋਡਕਾਸਟ। ਹੋਰ ਹਾਂਜੀ ਜਸਕਰਨ ਕੀ ਚੱਲਦਾ ਅੱਜ ਕੱਲ੍ਹ? ਬਸ ਜੀ ਕਰ ਰਹੇ ਆ ਕੰਮ, ਤੇ ਰਾਤ ਭਾਈ ਨੂੰ ਦੀਆਂ ਕਿਉਂ ਕਰੀ ਗੱਲਾਂ ਜਾਂਦਾ ਬਹੁਤ ਕੰਮ? ਵਧੀਆ ਲੱਗੀਆਂ। ਹਾਂਜੀ ਰਾਤ ਨੂੰ ਕੀ ਕਰੀ ਜਾਂਦਾ? ਮੀਟਿੰਗ ਹੋਈ ਸੀ ਬਸ ਇੱਕ ਕਲਾਇੰਟ ਕਿਹੜੀ ਨਾਲ। ਕੰਪਨੀ ਤੇਰੀ? ਕਿਹੜੀ ਯੂਐਸ ਵਾਲੀ ਹਾਂ, ਕੰਪਨੀ ਕੋਈ? ਹੁਣ ਠੀਕ ਹੈ ਹਾਂਜੀ ਕੰਮ। ਹਾਂਜੀ ਉਹ ਸਟਾਰਟਅਪ ਹੈ, ਤੇ ਉਹਦੇ 'ਚ ਹੀ ਕਰ ਰਹੇ ਆ ਕੰਮ। ਤੇ ਓਕੇ। ਫਿਰ ਉਹਨਾਂ ਦਾ ਦਿਨ ਸੀ, ਉਹਨਾਂ ਨਾਲ ਗੱਲਬਾਤ ਹੋਈ, ਤੇ ਦੇਖਿਆ ਤੁਹਾਡਾ ਅੱਛਾ, ਲਾਈਵ ਹੈ, ਟਾਈਮ ਦੇਖਿਆ ਇੰਸਟਾ ਤੇ, ਮੈਂ ਕਿਹਾ ਚਲੋ ਆਪਾਂ ਵੀ ਕਰੀਏ ਜੁਆਇਨ। ਵੈਰੀ ਗੁੱਡ ਵੈਰੀ ਗੁੱਡ। ਚਲੋ 5 ਬੰਦੇ ਆਪਾਂ ਹੈਗੇ, 3 ਤਾਂ ਆਪਾਂ ਹੀ ਆ, 2 ਹੋਰ ਕੌਣ ਦੇਖ ਰਿਹਾ ਆਪਾਂ ਨੂੰ? ਹਾਂਜੀ ਆਪਣੇ ਕੋਈ ਵਾਂਗੂ ਨਹੀਂ ਆਪਾਂ। ਇੰਟਰਸਟਿਡ ਹੋਣੇ ਆ ਕੋਈ। ਹੈ ਆਪਣੇ ਕੋਈ ਵਰਗੇ ਨਹੀਂ ਕੋਈ ਇੰਟਰਸਟਿਡ ਨਹੀਂ, ਹੁੰਦੇ ਹੋਣੇ ਕੋਈ। 5 ਤੋਂ 50,000 ਤੇ ਲੈ ਜਾਣਾ ਆਪਾਂ ਘਬਰਾਹਟ ਕਰਨੀ ਨਹੀਂ ਜਮਾ ਵੀ। ਠੀਕ ਹੈ, ਜਿਹੜਾ ਬੰਦਾ 5 'ਚ ਖੁਸ਼ ਹੈ ਯਾਰ, ਮੇਨ ਤਾਂ 5 ਹੀ ਹੁੰਦੇ ਨੇ। ਮੈਨੂੰ ਤਾਂ 5 ਦੀ ਵੀ ਨੀ ਲੋੜ ਹੈ, ਗੱਲਾਂ ਮਾਰਨੀਆਂ ਵਧੀਆ ਬਹੁਤ ਹੈ। ਹਾਂ ਇਹੀ ਹੈ। ਤੁਸੀਂ ਰੀਲ ਸ਼ੇਅਰ ਕੀਤੀ, 5 ਦੇ 50 ਹੋ ਗਏ ਮੇਰੇ, ਪਹਿਲਾਂ ਮੇਰੇ 5 ਸੀ। ਹੈ ਮੈਂ ਕਿਹਾ ਤੁਸੀਂ ਰੀਲ ਸ਼ੇਅਰ ਕੀਤੀ ਨਾ, ਪਹਿਲਾਂ ਮੇਰੇ ਕੋਲ 5 ਜਾਣੇ ਆਉਂਦੇ ਸੀ, ਹੁਣ 50 ਜਾਣੇ ਆਉਣ ਲੱਗ ਗਏ ਵੈਰੀ ਗੁੱਡ ਸਾਡੇ ਵੈਰੀ ਗੁੱਡ ਕਰਕੇ। ਵੈਰੀ ਗੁੱਡ ਵੈਰੀ ਗੁੱਡ। ਤਾਂ ਨਾ ਚਲੋ ਆਈ ਹੈ ਵਧੀਆ ਆਈ ਹੈ, ਹੈ ਆਈ ਹੈ ਪੰਜਾਬੀ ਦੇ ਵਿੱਚ ਟ੍ਰੈਂਡ। ਪੁੱਛਣ ਲਈ ਕਿਸੇ ਨੂੰ ਮਿਲਦਾ ਨਹੀਂ ਨਾ ਕੁਝ ਵੀ, ਯਾਰ ਤੇ ਜਦੋਂ ਮੇਰਾ ਤਾਂ ਕੋਈ ਆਪਣੀ ਪਰਪਸ ਇਹੀ ਭਾਸ਼ਾ ਸੀ 'ਚ। ਭਾਈ ਇਹ ਬਣਾਉਣ ਦਾ, ਕਿ ਤਾਂ ਕਿ ਇਕੱਠੇ ਤਾਂ ਹੋ ਜਿਹੜੇ ਬੰਦੇ ਜਿਨ੍ਹਾਂ ਨੂੰ ਮਾੜਾ ਮੋਟਾ ਪਤਾ ਕੁਛ, ਬਿਲਕੁਲ ਜੀ ਬਿਲਕੁਲ। ਕਿ ਨਹੀਂ? ਆਪਾਂ ਅਸਲ 'ਚ ਨਾ ਪਤਾ ਕੀ ਹੈ, ਇੱਕ ਜਿਹੜੇ ਕੋਡਰ ਹੁੰਦੇ ਆ ਆਪਣੀ ਆਈਟੀ ਫੀਲਡ 'ਚ, ਸਭ ਤੋਂ ਵੱਡੀ ਪ੍ਰੋਬਲਮ ਆ, ਇੱਕ ਤਾਂ ਆਪਾਂ ਵੈਸੇ ਇੰਟਰੋਵਰਟ ਹੁੰਦੇ ਆ, ਹਾਂਜੀ ਦੂਜਾ ਆਪਾਂ ਨਾ ਗੱਲ ਨਹੀਂ ਕਰਦੇ ਕਿਸੇ ਨਾਲ, ਕਿਉਂਕਿ ਆਮ ਆਮ ਲੋਕ ਆਪਣੀ ਗੱਲ ਸਮਝ ਨਹੀਂ ਸਕਦੇ। ਪਹਿਲੀ ਗੱਲ ਤਾਂ ਹਾਂਜੀ ਸਮਝ ਸਕਦੇ ਹੋ, ਆਪਾਂ ਬਹੁਤ ਇਕੱਲੇ ਆ, ਜੇ ਮੈਂ ਸੀਰੀਅਸ ਗੱਲ ਕਰਾਂ। ਬਿਲਕੁਲ। ਜਿਹੜੇ ਆਈਟੀ ਵਾਲੇ ਬਹੁਤ ਜ਼ਿਆਦਾ ਇਕੱਲੇ ਆ ਸਾਰੇ ਫੀਲਡਾਂ ਨਾਲੋਂ। ਇੱਕ ਤਾਂ ਆਪਣਾ ਸਾਰਾ ਦਿਨ ਦਿਮਾਗ ਵਾਲਾ ਕੰਮ ਚੱਲਦਾ, ਮੈਂਟਲ ਸਿਮੂਲੇਸ਼ਨ ਚੱਲਦੀਆਂ ਆਪਣੀਆਂ, ਹਨਾ, ਮੈਂਟਲ ਲੌਜੀਕਲ ਪ੍ਰੋਬਲਮ ਸੋਲਵ ਕਰਦੇ ਹਾਂ ਆਪਾਂ। ਦੂਜੇ ਪਾਸੇ ਆਪਣੇ ਕੋਲ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈਗਾ ਜਿਹਦੇ ਨਾਲ ਆਪਾਂ ਉਸ ਲੈਵਲ ਦੀ ਗੱਲ ਕਰ ਸਕੀਏ ਜੀ, ਸਵਾਦ ਆਵੇ। ਤਾਂ ਫਿਰ ਇੱਦਾਂ ਦੇ ਹਾਂਜੀ ਵੀ ਬੰਦੇ ਮਿਲਦੇ ਆ, ਨਜ਼ਾਰਾ ਜਾਂਦਾ, ਕਿ ਨਹੀਂ? ਇਹ ਤਾਂ ਹੈ। ਬਿਲਕੁਲ ਜੀ। ਉਹ ਤਾਂ ਸਾਰਾ ਦਿਨ ਆਹੀ ਆਪਣੀ ਪ੍ਰੋਬਲਮ ਸੋਲਵ ਵਿੱਚ ਲੱਗੇ ਰਹੀਦਾ, ਅੱਖਾਂ ਤਾਂਹ ਨੂੰ ਕਰਕੇ ਸੋਚਦੇ ਰਹੀਦਾ ਕਿ ਇਸ ਪ੍ਰੋਬਲਮ ਦਾ ਕੀ ਸੋਲੂਸ਼ਨ ਹੈ। ਸਹੀ ਗੱਲ ਤੇ ਆ। ਜੇ ਕਿਸੇ ਘਰਦੇ ਨੇ ਪੁੱਛ ਲਿਆ ਕਿ ਹਾਂ, ਕੀ ਸੋਚਣ ਦੇ ਹੋ, ਕੀ ਟੈਨਸ਼ਨ ਲੈ ਕੇ ਬੈਠੇ ਹੋ, ਹਾਂ। ਫਿਰ ਉਹਨਾਂ ਨੂੰ ਤਾਂ ਸਮਝਾਓ ਉਹਨਾਂ ਨੂੰ ਕੀ ਕਿ ਅੱਛਾ ਦੱਸੀਏ ਆਹ ਵੀ ਵਾਲੀ ਸਾਡਾ ਤਾਂ ਦਿੱਕਤ ਵੀ ਹੈ, ਸਾਡਾ ਉਹਨਾਂ ਤਾਂ ਕਹਿਣਾ ਲੂਪ ਤੂੰ ਖੁਦ ਹੀ ਰਹਿ ਇਸੇ ਸਾਡਾ ਦਿੱਕਤ 'ਚ, ਕੋਈ ਨਹੀਂ। ਵੀ ਸਾਡਾ ਵਾਈ ਲੂਪ ਐਗਜ਼ਿਟ ਕੋਈ ਜਾਂਦਾ, ਸਮਝ ਨਹੀਂ ਆ। ਸਾਡੇ ਤੇ ਮੈਂ ਤਾਂ ਮਾਰ ਦੇਣਾ ਹੁੰਦਾ। ਹਾਂ ਸਾਡੇ ਤੇ ਹੈ ਜੋਕ ਵੀ ਇਦਾਂ ਦੇ ਕਰੈਕ ਹੁੰਦੇ ਫਰੈਂਡਸ ਦੇ। ਹੈ ਹਾਂ ਕਿੱਥੇ ਆ, ਤੇਰੀ ਲੂਪ ਖਤਮ ਨਹੀਂ ਹੋਈ ਅਜੇ ਤੱਕ। ਜਿਹੜੇ ਨੋਨ ਕੋਡਰ ਨੇ ਹਾਂ ਉਹਨਾਂ ਦੇ ਮੈਂ ਤੇ ਜੋਕ ਵੀ ਇਦਾਂ ਭਾਈ ਦੇ। ਮਤਲਬ ਮੰਨ ਲਓ ਨਹੀਂ ਕੁਝ ਸਮਝ ਆ ਰਿਹਾ, ਮੈਂ ਤਾਂ ਜੇ ਕੋਈ ਜਿਹੜਾ ਵੀ ਕੋਈ ਨਾਲ ਬੈਠਿਆ, ਜਿਵੇਂ ਮੰਨ ਲਓ ਮੈਂ ਪਰੇਸ਼ਾਨ ਚੱਲ ਆਊਗਾ, ਕੀ ਹੋ ਗਿਆ ਕੀ ਨਹੀਂ ਹੋ ਰਿਹਾ, ਮੈਂ ਪੂਰੀ ਸਟੇਟਮੈਂਟ ਦੱਸ ਦੇਣੀ ਆ ਵੀ ਇਦਾਂ ਯਾਰ ਨਾ ਨਹੀਂ ਯਾਰ, ਇਹ ਹੈਂਡਲ ਨਹੀਂ ਹੋ ਰਹੀ ਯਾਰ, ਇਹ ਲੂਪ ਯਾਰ ਕਿੱਦਾਂ ਕਰਨਾ ਯਾਰ, ਇਹ ਐਕਸਪੈਕਟਡ ਰਿਜ਼ਲਟ ਆ ਨਹੀਂ ਰਿਹਾ ਹੈਗਾ। ਉਹਨੇ ਕਹਿਣਾ ਮੈਨੂੰ ਕੀ ਦੱਸੀ ਜਾਣਾ ਯਾਰ, ਤੂੰ ਸੁਣ ਲਾ ਬਸ, ਮੈਂ ਆਪਦੇ ਆਪ ਹਾਂ ਨਾਲ ਹੀ ਕਰ ਰਿਹਾ ਗੱਲ। ਫਿਰ ਸੋਲੂਸ਼ਨ ਵੀ ਗੱਲ ਮਿਲ ਜਾਂਦਾ, ਫਿਰ ਮਿਲਦਾ ਮੈਂ ਸੋਲੂਸ਼ਨ। ਗੱਲ ਬਿਲਕੁਲ ਗੱਲ ਆਪਦੇ ਬਿਲਕੁਲ ਆਪ ਨਾਲ ਹੀ ਬਿਲਕੁਲ। ਕਰ ਰਿਹਾ ਹੁੰਨਾ, ਪਰ ਇਹ ਆ ਵੀ ਹਾਂ ਬੋਲ ਕੇ ਥੋੜਾ ਜਿਹਾ ਆਈਡੀਆ ਹੋ ਜਾਂਦਾ ਨਾ ਬੰਦੇ ਨੂੰ, ਜਦੋਂ ਬੰਦਾ ਦੁਬਾਰਾ ਦੁਬਾਰਾ ਬੋਲਦਾ ਉਹ ਚੀਜ਼ ਵੀ ਨਾ ਕਿੱਥੇ ਕੀ ਇਹਦਾ ਚੱਕਰ ਹੈ। ਸਹੀ ਗੱਲ ਆ, ਸਹੀ ਗੱਲ ਆ। ਏਦਾਂ ਦਾ ਹੋਣਾ ਚਾਹੀਦਾ ਇੱਕ ਅੱਧਾ ਬੰਦਾ। ਰੈਪੀਟੇਸ਼ਨ ਦੇ ਨਾਲ ਹੈ ਕਿ ਸੋਲੂਸ਼ਨ ਤੇ ਚਲੋ ਆਪ ਹੀ ਕਰਨਾ ਹੁੰਦਾ, ਬਟ ਕੋਈ ਹਾਂ ਸੁਣ ਲੇ ਤੇ ਇਹ ਹੁੰਦਾ ਕਿ ਉਹ ਥੋੜਾ ਜਿਹੜਾ ਬਰਡਨ ਜਿਹਾ ਹੁੰਦਾ ਆਪਣੇ ਤੇ, ਭਾਰ ਜਿਹਾ ਪਿਆ ਹੁੰਦਾ ਕਿ ਹੋ ਨਹੀਂ ਰਿਹਾ, ਉਹ ਥੋੜਾ ਘਟ ਜਾਂਦਾ, ਤੇ ਫਿਰ ਸੋਲੂਸ਼ਨ ਵੀ ਮਿਲ ਜਾਂਦਾ। ਜਸਕਰਨ ਤੂੰ ਕਿਹੜੇ ਸਾਲ ਦਾ ਪਾਸ ਆਊਟ ਹੈ? ਮੈਂ 2019 ਦੇ ਵਿੱਚ ਕੀਤੀ ਸੀ ਜੀ ਗ੍ਰੈਜੂਏਸ਼ਨ ਕੰਪਲੀਟ। 2019। ਓਕੇ ਓਕੇ ਓਕੇ। BCA ਬੀਸੀ ਕੀਤੀ ਸੀ ਮੈਂ। ਬੀਸੀ ਕਿਹੜੇ ਹਾਂਜੀ ਕਾਲਜ ਚੋਂ? ਅੰਮ੍ਰਿਤਸਰ ਕਾਲਜ ਹੈਗਾ ਵੇਰਕਾ, ਵੇਰਕਾ ਕਾਲਜ। ਵੇਰਕਾ ਕਾਲਜ ਵੀ ਹੈ? ਹਾਂਜੀ ਹਾਂਜੀ ਆਈ ਵੇਰਕਾ ਨੋਟਿਸ ਗੁਰੂ ਨਾਨਕ ਨਹੀਂ। ਦੇਵ ਯੂਨੀਵਰਸਿਟੀ ਦਾ ਕਾਲਜ ਹੈ। ਓਕੇ ਓਕੇ ਓਕੇ, ਉਹੀ ਠੀਕ ਵੇਰਕਾ ਹੈ। ਵਾਲਿਆਂ ਦਾ ਹੀ ਹੈ? ਨਹੀਂ ਇਹ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਹਿ ਗੁਰੂ ਲਓ ਕਿ ਨਾਨਕ ਦੇਵ ਐਫੀਡੇਵਿਟ ਯੂਨੀਵਰਸਿਟੀ ਹੈ। ਵਾਲਾ ਹੁੰਦਾ ਅੱਛਾ ਕੈਂਪਸ ਅੱਛਾ ਆ ਅੱਛਾ ਉਹਨਾਂ ਦਾ ਨਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲਾ ਦਾ। ਹਾਂਜੀ ਠੀਕ ਹਾਂਜੀ ਹੈ ਉਹਨਾਂ ਦਾ ਠੀਕ ਹੈ ਠੀਕ ਕੈਂਪਸ ਹੈ। ਹੈ।
ਸਹੀ ਹੈ, ਸਹੀ ਹੈ, ਸਹੀ ਗੁਰੂ ਹੈ। ਨਾਨਕ ਯੂਨੀਵਰਸਿਟੀ 'ਚ ਬਹੁਤ ਜ਼ਿਆਦਾ ਸਟਰੀਮਸ ਨੇ ਮਨਿੰਦਰ, ਤੇ ਉਹਦੇ 'ਚ ਕੀ ਹੈ ਨਾ ਕਿ ਮਤਲਬ ਲਗਭਗ 58 ਡਿਪਾਰਟਮੈਂਟ ਸੀਗੇ, ਮਤਲਬ ਜਿੱਦਾਂ ਕੰਪਿਊਟਰ ਸਾਇੰਸ ਇਲੈਕਟ੍ਰੋਨਿਕਸ ਦੋ ਡਿਪਾਰਟਮੈਂਟ ਹੈ, ਇਦਾਂ 58 ਡਿਪਾਰਟਮੈਂਟ ਸੀ। ਇਹਦੇ 'ਚ ਫਿਜ਼ਿਕਸ ਅੱਡ ਹੀ ਡਿਪਾਰਟਮੈਂਟ ਸੀਗਾ, ਹਿਸਟਰੀ ਇਕੱਲਾ ਡਿਪਾਰਟਮੈਂਟ ਅੱਡ ਹੀ ਸੀਗਾ ਜਿਹਦੇ ਸਿਰਫ ਹਿਸਟਰੀ ਪੜ੍ਹਾਈ ਜਾਂਦੀ ਸੀ। ਜਿੱਥੇ ਹਿਸਟਰੀ 'ਚ ਮਾਸਟਰਸ ਕਰ ਰਹੇ ਆ ਕੋਈ ਲੋਕੀ, ਕਈ ਹਿਸਟਰੀ ਦੀ PhD ਕਰ ਰਹੇ ਆ, ਇਦਾਂ ਉੱਥੇ ਤਾਂ ਬਾਹਲੇ ਹੀ ਮਤਲਬ ਕਿ ਬਹੁਤ ਕੁਝ ਉੱਥੇ ਸਿੱਖਣ ਨੂੰ ਮਿਲਦਾ ਯਾਰ। ਯੂਨੀਵਰਸਿਟੀ 'ਚ ਬੰਦੇ ਨੂੰ 4 ਸਾਲ ਘੱਟੋ ਘੱਟ ਲਾਉਣੇ ਚਾਹੀਦੇ ਨੇ ਮੇਰੇ ਹਿਸਾਬ ਨਾਲ। ਹੂੰ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਮਿਲਦੇ ਆ, ਬਹੁਤ ਅਲੱਗ-ਅਲੱਗ ਥੋੜ੍ਹ ਪ੍ਰੋਸੈਸ ਦੇ। ਨਾ ਤੇ ਠੀਕ ਜਿਹੜਾ ਹੈ। ਕਲਚਰਲ ਇਵੈਂਟ ਹੁੰਦਾ ਨਾ, ਉਹ ਤੇ ਯਾਰ ਕਲਾਸ ਹੀ ਹੁੰਦਾ ਯੂਨੀਵਰਸਿਟੀ ਦਾ, ਹਾਂ ਹਾਂ। ਬਹੁਤ ਕਲਾਸ। ਮੈਂ ਨਹੀਂ ਤੇ ਅਸੀਂ ਬਹੁਤ ਵੀ ਕਲਾਸ ਅਸੀਂ ਵੀ ਯੂਨੀਵਰਸਿਟੀ 'ਚ ਹੀ ਰਹੇ ਹਾਂ, ਐਜੀ ਗੱਲ ਨਹੀਂ। ਨਹੀਂ, ਮਤਲਬ ਆਪਣੇ ਵਾਲਾ ਜਿਹੜਾ ਮਤਲਬ ਟੈਕਨੀਕਲ ਬੰਦਿਆਂ ਦਾ ਕਲਚਰਲ ਇਵੈਂਟ ਆ ਨਾ ਮਨਿੰਦਰ, ਮਤਲਬ ਕਿ ਉਹ ਹੁੰਦੇ ਆ, ਆਪਾਂ ਕਹਿੰਦੇ ਆ ਵੀ ਨੋ ਡਾਊਟ ਉਹ ਵੀ ਘੈਂਟ ਹੁੰਦੇ ਆ। ਤੁਸੀਂ ਤਾਂ ਚਲੋ ਹੈਗੇ ਹੀ ਘੈਂਟ ਸੀਗੇ, ਠੀਕ ਹੈ, ਤੁਸੀਂ ਆਪ ਕਰਦੇ ਰਹੇ ਹੋ ਹਨਾ, ਨਹੀਂ ਇਹ ਨਹੀਂ ਤੇ ਆਪ ਘੈਂਟ ਸਿੰਗਰ ਸੀਗੇ। ਸੀ, ਆਪਾਂ ਜਾਂਦੇ ਜਾਂਦੇ ਦੇਖਦੇ ਵੀ ਰਹੇ ਹਾਂ ਜਾ ਕੇ। ਅੱਛਾ। ਇੱਥੇ ਆਰਟ, ਤੁਹਾਨੂੰ ਆਰਟ ਦੀ ਜਦੋਂ ਅਲੱਗ ਡਿਪਾਰਟਮੈਂਟ ਆਰਟ ਦਾ ਹੈਗਾ ਨਾ, ਮੈਂ ਐਕਟਿੰਗ ਡਿਪਾਰਟਮੈਂਟ ਅਲੱਗ ਤੋਂ, ਤੇ ਉਹਦੇ ਚੋਂ ਕਲਾਸ ਸਿੰਗਿੰਗ ਡਿਪਾਰਟਮੈਂਟ ਹੀ ਅਲੱਗ ਤੋਂ, ਉਹ ਤਾਂ ਅਲੱਗ ਹੀ ਕਲਾਸ ਨਿਕਲ ਕੇ ਆਉਂਦੀ ਸੀ। ਠੀਕ ਹੈ। ਮਜ਼ਾ ਬੜਾ ਆਉਂਦਾ ਸੀਗਾ। ਕਲਚਰ ਸਾਡਾ ਤਾਂ 15-20 ਦਿਨ ਚੱਲੀ ਜਾਇਆ ਕਰਦਾ, ਯੂਥ ਫੈਸਟ। ਨਾ ਸਹੀ ਗੱਲ ਹੈ ਤੁਹਾਡੇ। ਉਹਦੇ 'ਚ ਫਿਰ ਉਹ ਵੀ ਆਰਟਸ ਸੂਟਸ ਵਾਲੇ ਵੀ ਹੋ ਗਏ ਨਾ, ਸਾਰੇ ਵਿੱਚ ਇਕੱਠਾ ਹੋ ਬਹੁਤ ਗਿਆ ਜੀ। ਆਰਟਸ ਵਾਲੇ ਗਾਹ ਪਾਇਆ ਕਰਦੇ। ਲੋ ਡਿਪਾਰਟਮੈਂਟ ਬਹੁਤ ਵਧੀਆ ਸੀਗਾ, ਬਿਲਕੁਲ ਬਹੁਤ ਘੈਂਟ ਬਿਲਕੁਲ ਸੀ ਲੋ ਵਾਲੇ। ਬਿਲਕੁਲ। ਹੋਰ ਜਸਕਰਨ ਨੇ ਕਿਹੜੀ ਕੰਪਨੀ 'ਚ ਤੁਸੀਂ ਹੁਣ? ਮੈਂ ਤੇ ਜੀ ਸੌਰੀ ਨਾਮ ਤੇ ਨਹੀਂ ਰਿਵੀਲ ਕਰ ਸਕਦਾ, ਬਟ ਚਲੋ ਵਧੀਆ ਚੱਲ ਰਿਹਾ ਵਾ। ਬਾਕੀ ਮੇਰੇ ਤੇ ਕੁਐਸਚਨ ਹੀ ਸੀ ਤੁਹਾਡੇ ਲਈ, ਕਿਉਂਕਿ ਮੇਰਾ ਐਕਸਪੀਰੀਅੰਸ ਵੀ ਬਹੁਤ ਘੱਟ ਹੈ ਤੁਹਾਡੇ ਨੂੰ, ਤੇ ਮੈਨੂੰ ਇਹ ਸੀ ਚਲੋ, ਇੱਕ ਤੇ ਮੈਨੂੰ ਆ ਕੈਮਰੇ ਦਾ ਬਹੁਤ ਫੀਅਰ ਹੈਗਾ, ਇਦਾਂ ਕਦੀ ਗਿਆ ਨਹੀਂ ਮੈਂ ਆਨਲਾਈਨ ਮੀਟਿੰਗ ਤੋਂ ਇਲਾਵਾ, ਕਿਉਂਕਿ ਉੱਥੇ ਸਿਰਫ ਟੈਕਨੀਕਲ ਗੱਲ ਕਰਨੀ ਹੁੰਦੀ, ਉਹਦੀ ਤੇ ਪ੍ਰੈਕਟਿਸ ਹੁੰਦੀ ਹੈ। ਤੇ ਅੱਜ ਮੈਂ ਕਿਹਾ ਚਲੋ ਇਹ ਵੀ ਫੀਅਰ ਇੱਕ ਤੇ ਕੱਢਦੇ ਆ ਆਪਣੇ ਚੋਂ, ਨਾਲੇ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ ਇਸ ਲਾਈਨ 'ਚ, ਨੈਟਵਰਕਿੰਗ 'ਚ, ਤੇ ਕਹਿ ਲਓ ਕਿ ਮੈਂ ਕਿਹਾ ਚਲੋ ਐਕਸਪੀਰੀਅੰਸ ਦਾ ਇੰਨਾ ਕੋਈ ਨਹੀਂ ਜ਼ਿਆਦਾ ਯਾਰ, ਮੈਂ ਵੀ ਹੁਣੀ 3 ਮਹੀਨਿਆਂ ਤੋਂ ਹੀ ਲੱਗਿਆ। ਸਹੀ ਸਹੀ ਚਲੋ ਦੱਸਾਂ। ਫਿਰ ਵੀ ਕੁਛ ਨਾ ਕੁਛ ਹਾਂ ਤੇ ਸਿੱਖਣ ਨੂੰ ਮਿਲੇਗਾ, ਜਾਂ ਕੁਛ ਨਾ ਨਾ ਕੁਛ ਇਹੋ ਜਿਹਾ ਸ਼ੇਅਰ ਕਰਾਂਗੇ ਬਿਲਕੁਲ ਜਿਹੜੇ ਬਿਲਕੁਲ ਸਾਡੀ ਜ਼ੁਬਾਨੀ ਸਮਝਦੇ ਆ, ਉਹਨਾਂ ਨੂੰ ਹੋਰ ਬਿਲਕੁਲ ਮੋਟੀਵੇਸ਼ਨ ਮਿਲੇਗਾ। ਬਿਲਕੁਲ ਨਾ ਬਹੁਤ ਬਿਲਕੁਲ ਕੁਛ ਯਾਰ। ਬਸ। ਨੋ ਡਾਊਟ, ਜਦੋਂ ਮਰਜ਼ੀ ਪੁੱਛੋ, ਕੁਛ ਮਰਜ਼ੀ ਪੁੱਛੋ, ਕੁਛ ਹਾਂਜੀ ਦੱਸਣ ਵਾਸਤੇ ਬੈਠੇ ਹਾਂ ਇੱਥੇ। ਬਿਲਕੁਲ ਜੀ। ਹੂੰ ਤੇ ਰੁਪਿੰਦਰ ਭਾਜੀ, ਤੁਹਾਨੂੰ ਪੁੱਛੀਏ ਸਵਾਲ? ਜੇ ਜ਼ਿਆਦਾ ਸਵਾਲ ਪੁੱਛਾਂ ਮੈਨੂੰ ਦੱਸ ਦਿਓ, ਮੈਂ ਹਾਂਜੀ, ਤੰਗ ਕੋਈ ਤਾਂ ਨਹੀਂ, ਨਹੀਂ ਪੁੱਛੋ ਕਰ ਪੁੱਛੋ। ਰਿਹਾ। ਪੁੱਛ ਸਵਾਲ ਪੁੱਛਣ ਨਹੀਂ ਨਹੀਂ ਵਾਸਤੇ ਬਿਠਾਇਆ ਹੁੰਦਾ ਆਪਾਂ। ਲਾਈਵ ਹਾਂਜੀ ਸਵਾਲ ਹਾਂਜੀ ਜਵਾਬ। ਹਾਂਜੀ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਤੁਸੀਂ AI ਦੇ ਚੈਟਬੋਟ ਬਿਲਡ ਕਰ ਰਹੇ ਹੋ, ਹਾਂਜੀ ਹਾਂਜੀ। ਤੇ ਤੁਹਾਡਾ ਬੈਕਗਰਾਉਂਡ ਮਤਲਬ ਕਿ ਇਦਾਂ ਫੁੱਲ ਸਟੈਕ ਡਿਵੈਲਪਮੈਂਟ ਵਾਲੀ ਰਿਹਾ, ਕਿ ਫਰੰਟ ਐਂਡ ਪਲੱਸ ਬੈਕ ਐਂਡ, ਜਾਂ ਤੁਸੀਂ ਸਪੈਸੀਫਿਕਲੀ ਬਾਅਦ ਇਹਦੇ ਵਿੱਚ ਟਰਾਈ ਕੀਤਾ? ਨਹੀਂ ਨਹੀਂ ਯਾਰ, ਮੈਂ ਤਾਂ ਦੇਖੋ, ਤੁਸੀਂ ਮੈਂ ਦੱਸਾਂ, ਮੇਰਾ ਬੈਕਗਰਾਉਂਡ ਹੈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਠੀਕ ਹੈ। ਮੇਨ ਜੇ ਆਪਾਂ ਅਕੈਡਮਿਕਸ ਤੋਂ ਗੱਲ ਕਰੀਏ, ਮੇਰੀ ਹੂੰ ਡਿਗਰੀ ਵੀ ਉਹਦੇ 'ਚ ਆ, ਮਤਲਬ ਮੇਰੀ ਗ੍ਰੈਜੂਏਸ਼ਨ ਵੀ ਉਹਦੇ 'ਚ ਤੇ ਮਾਸਟਰਸ ਵੀ ਉਹਦੇ 'ਚ, ਠੀਕ ਹੈ। ਤੇ ਮੈਂ ਜਿਹੜਾ ਕੁਝ ਸਿੱਖਣਾ ਸ਼ੁਰੂ ਕੀਤਾ ਨਾ, ਮੈਂ IT 'ਚ ਆਉਣ ਤੋਂ ਬਾਅਦ ਸਿੱਖਿਆ ਸਭ ਕੁਝ। ਠੀਕ ਹੈ। ਪਹਿਲਾਂ ਮੈਨੂੰ ਮਤਲਬ ਕੋਡਿੰਗ ਦਾ ਆਪਾਂ ਕਹਿ ਦਈਏ ਸੀ ਵੀ ਨਹੀਂ ਪਤਾ ਸੀਗਾ ਜੀ ਮੈਨੂੰ ਕੀ ਹੁੰਦੀ ਹੈ ਕੋਡਿੰਗ। ਹਾਂ, ਥੋੜਾ ਬਹੁਤ ਆਪਾਂ ਕਹਿ ਸਕਦੇ ਹਾਂ ਬੇਸਿਕਸ, ਹਾਂ ਕੀ ਹੁੰਦੇ ਆ, ਮਤਲਬ ਕਿ ਬਿਲਕੁਲ ਬੇਸਿਕ ਜਿਹਨੂੰ ਕਹਿੰਦੇ ਆ, ਜਿਹੜੇ ਹਾਂਜੀ। ਅੱਜ ਕੱਲ ਦੇ ਬੱਚੇ ਤਾਂ 9th 10th 'ਚ ਕਰ ਲੈਂਦੇ ਆ ਉਹ ਬੇਸਿਕਸ, ਮੈਨੂੰ ਉਹਨੇ ਕੀ ਪਤਾ ਸੀਗੇ। ਹੂੰ ਤੇ ਬਟ ਜਦੋਂ IT 'ਚ ਮੈਂ ਚਲ ਗਿਆ, ਉਸ ਤੋਂ ਬਾਅਦ ਮੈਂ 1 ਸਾਲ ਮੈਂ ਬਹੁਤ ਤੰਗ ਹੋਇਆ। ਪਹਿਲਾ ਸਾਲ ਬਹੁਤ ਜ਼ਿਆਦਾ ਤੰਗ ਹੋਇਆ, ਕਿਉਂਕਿ ਜਦੋਂ ਕੁਝ ਨਾ ਆਉਂਦਾ ਹੋਵੇ, ਉਦੋਂ ਉੱਪਰੋਂ ਬੋਸ ਕਹਿ ਦੇ ਵੀ ਆਹ ਕਰਕੇ ਦੋ ਸ਼ਾਮ ਤੱਕ, ਬਹੁਤ ਔਖਾ ਹੁੰਦਾ, ਮਤਲਬ ਨਜਾਇਜ਼ ਔਖਾ ਹੁੰਦਾ ਸੀ। ਮੈਂ ਮਤਲਬ ਕਿ ਕਦੇ ਬ੍ਰਦਰ ਨੂੰ ਫੋਨ ਕਰਨਾ, ਇਹਨਾਂ ਨੂੰ ਕਦੇ ਕਿਹੜੇ ਸੀਨੀਅਰ ਨੂੰ ਫੋਨ ਕਰਨਾ, ਕੰਟੈਕਸਟ ਨਹੀਂ ਸਮਝ ਪਾਉਂਦਾ ਨਾ ਅਗਲਾ। ਠੀਕ ਆ, ਪ੍ਰੋਬਲਮ ਯਾਰ ਕੋਈ DS ਦੀ ਪ੍ਰੋਬਲਮ ਆ ਤਾਂ ਹਰ ਇੱਕ ਬੰਦਾ ਸੋਲਵ ਕਰ ਦੂਗਾ, ਜਦੋਂ ਕੋਈ ਕਲਾਇੰਟ ਦਾ ਕੋਈ ਕੋਡ ਹੈ, ਉਹਨੂੰ ਮੈਂ ਕਿਸੇ ਨੂੰ ਦਿਖਾਊਂਗਾ ਨਹੀਂ, ਅਗਲਾ ਕੰਟੈਕਸਟ ਨਹੀਂ ਛੇਤੀ ਨਹੀਂ ਸਮਝ ਪਾਉਂਦਾ ਵੀ ਕੀ ਸੋਲੂਸ਼ਨ, ਕੀ ਇਸ਼ੂ ਹੈ ਨਾ ਤੇਰਾ। ਹਾਂਜੀ। ਉਹ ਕੋਈ ਐਦਾਂ ਦੀ ਪ੍ਰੋਬਲਮ ਤਾਂ ਹੈ ਨਹੀਂ ਕਿ ਚੈਟ GPT ਨੂੰ ਪੁੱਛ ਕੇ ਸੋਲਵ ਕਰਾ ਲਾਂਗੇ। ਅੱਜ ਦੇ ਟਾਈਮ ਚਲੋ ਚੈਟ GPT ਆ, ਉਸ ਟਾਈਮ ਤੇ ਤਾਂ ਆਪਣੇ ਸੀਨੀਅਰਸ ਹੀ ਹੁੰਦੇ ਸੀ ਸਾਰਾ ਕੁਝ, ਜਿਨ੍ਹਾਂ ਤੋਂ ਆਪਾਂ ਹੈਲਪ ਲੈ ਸਕਦੇ ਹਾਂ, ਠੀਕ ਹੈ ਹਾਂਜੀ। ਨਾ। ਅੱਜ ਦੇ ਟਾਈਮ ਤੇ ਤਾਂ ਆਪਾਂ ਜੋ ਵੀ ਚਲੋ ਸ਼ਾਇਦ ਨੈਟਵਰਕ ਦਾ ਤੇ ਇਸ਼ੂ ਆ ਰਿਹਾ। ਅਗਰ ਨੈਟਵਰਕ ਇਸ਼ੂ ਕੋਈ ਦਿੱਕਤ। ਕਨਸੈਪਚੁਅਲ ਤੋਂ ਇਲਾਵਾ ਕੋਈ ਫੰਕਸ਼ਨਲ ਇਸ਼ੂ ਆ ਰਿਹਾ, ਆਪਾਂ ਨੂੰ ਨਹੀਂ ਸਮਝ ਆ ਰਿਹਾ ਕਿ ਹਾਂ ਇਹ ਕਿਸ ਰਾਊਟ ਤੇ ਮੈਨੂੰ ਭੇਜਣਾ ਆ, ਉਹ ਸਿਰਫ ਆਪਣੇ ਉਸ ਕੰਪਨੀ ਦੇ ਸੀਨੀਅਰਸ ਹੀ ਦੱਸ ਸਕਦੇ ਆ। ਤੇ ਉਹ ਇੰਨੇ ਹੈਲਪਫੁਲ ਨਹੀਂ ਸੀਗੇ, ਮਤਲਬ ਕਿ ਜੋ ਮੇਰੇ ਨਾਲ ਸੀਗੇ ਮੇਰੀ ਟੀਮ 'ਚ, ਉਹ ਇੰਨੇ ਹੈਲਪ ਨਹੀਂ ਕਰਦੇ ਸੀ, ਤੇ ਮੈਂ ਬਹੁਤ ਪਰੇਸ਼ਾਨ ਹੋਇਆ ਹਨਾ। ਤੇ ਈਵਨ ਇੱਕ ਕੇਸ ਇਦਾਂ ਦਾ ਆ ਗਿਆ ਸੀ ਕਿ ਮੈਂ ਕਿਹਾ ਮੈਂ ਛੱਡ ਦੇਣੀ ਜੋਬ, ਛੱਡ ਵੀ ਦਿੱਤੀ ਸੀ। ਮਤਲਬ ਇਨ ਦਾ ਕੇਸ ਮੈਂ ਛੱਡ ਕੇ ਘਰੇ ਆ ਗਿਆ, ਮੈਂ ਕੋਈ ਉਹਨਾਂ ਨੂੰ ਲੈਟਰ ਨਹੀਂ ਲਿਖੀ, ਕੁਛ ਨਹੀਂ ਲਿਖਿਆ ਸੀ, ਤੇ ਉਹ ਡਿਫਰੈਂਟ ਸਟੋਰੀ ਹੈ। ਤੇ ਬਟ ਜਦੋਂ ਸਾਲ 2 ਸਾਲ ਲੰਘ ਗਏ, ਫਿਰ ਮੈਨੂੰ ਹੋਇਆ ਕਿ ਨਹੀਂ, ਇਹ ਸਿੱਖਣਾ ਪੈਣਾ, ਇਹ ਏਦਾਂ ਭੱਜਿਆ ਨਹੀਂ ਜਾ ਸਕਦਾ ਪ੍ਰੋਬਲਮ ਤੋਂ। ਭੱਜ ਰਿਹਾ ਸੀ ਬੇਸਿਕਲੀ ਮੈਂ, ਵੀ ਟਾਈਮ ਪੂਰਾ ਹੋ ਗਿਆ, 6 ਵਜ ਗਏ, ਚਲੋ ਭੱਜ ਲਓ ਬਸ, ਇਦਾਂ ਹੋ ਰਿਹਾ ਸੀ। ਮੈਂ ਰੋਜ਼ ਡੇ ਬਾਏ ਡੇ ਮੈਂ ਭੱਜ ਰਿਹਾ ਸੀ ਪ੍ਰੋਬਲਮ ਤੋਂ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹਾਂ ਕਿ ਮੈਂ ਫੇਸ ਵੀਡੀਓ ਕਾਲ ਤੇ ਨਹੀਂ ਦਿਖਾ ਪਾ ਰਿਹਾ, ਮਤਲਬ ਮੇਰੇ ਅੰਦਰ ਸੀਗਾ ਥੋੜਾ ਜਿਹਾ, ਤੁਸੀਂ
ਆਪਦੇ ਆਪ ਨੂੰ ਇਹਦੇ 'ਚ ਇੰਪਰੂਵ ਕੀਤਾ, ਤੇ ਮੈਨੂੰ ਸੀਗਾ ਕਿ ਮੈਂ ਕੱਢਾਂ ਯਾਰ ਇਹ ਡਰ ਨੂੰ, ਹਨਾ। ਹਾਂਜੀ ਫਿਰ ਬਸ ਮੈਂ ਥੋੜ੍ਹਾ ਬਹੁਤ ਸਮਝਣਾ ਸ਼ੁਰੂ ਕੀਤਾ, ਟਾਈਮ ਦੇਣਾ, ਮਤਲਬ 6 ਤੋਂ ਬਾਅਦ ਮੈਂ 9 ਵਜੇ ਤੱਕ ਆਫਿਸ ਬੈਠੇ ਰਹਿਣਾ, ਸਿਰਫ ਔਰ ਆਪਦੀ ਲਰਨਿੰਗ ਲਈ। ਮੈਂ ਘਰੇ ਨਹੀਂ ਆਉਣਾ, ਕੋਈ ਮਤਲਬ ਹੁੰਦਾ ਸੀ ਘਰੇ ਚਲ ਗਿਆ ਤਾਂ ਜਿਹੜੇ ਫਲੈਟਮੇਟ ਆ ਉਹਨਾਂ 'ਚ ਇਨਵੋਲਵ ਹੋ ਜਾਵਾਂਗੇ, ਗੱਪਾਂ ਸ਼ੱਪਾਂ ਮਾਰ ਲਾਂਗੇ, ਤੇ ਮੈਂ ਆਫਿਸ 'ਚ ਹੀ 9 ਵਜੇ ਤੱਕ ਬੈਠੇ ਰਹਿਣਾ। ਤੇ ਮੈਂ 3 ਘੰਟੇ ਸਿਰਫ ਆਪਦੀ ਸੈਲਫ ਲਰਨਿੰਗ ਨੂੰ ਦਿੰਦਾ ਸੀ ਕਿ ਯਾਰ ਮੈਂ ਜਿਹੜਾ ਪ੍ਰੋਜੈਕਟ ਤੇ ਕੰਮ ਕਰ ਰਿਹਾ, ਸਿਰਫ ਇਹ ਸਮਝ ਲੈਣਾ ਇਹੀ ਬਹੁਤ ਵੱਡੀ ਗੱਲ ਹੈ। ਹਾਂਜੀ ਮੈਂ ਉਹਦੇ ਬੇਸਿਕ ਕਨਸੈਪਟ ਸਮਝਣੇ ਸ਼ੁਰੂ ਕੀਤੇ, ਪ੍ਰੋਪਰ ਐਨ ਕਿ ਕਿੱਦਾਂ ਸਾਰਾ ਫਲੋ ਇਹ ਬਣਿਆ ਹੋਇਆ, ਕੀ ਚੱਲ ਰਿਹਾ ਕੀ ਨਹੀਂ ਹੈ, ਹਾਈ ਲੈਵਲ ਤੇ ਸਾਰਾ ਕੁਝ, ਮਤਲਬ ਇਹ ਨਹੀਂ ਕਿ ਬੇਸ ਬਿਲਕੁਲ ਕਿ ਫੰਕਸ਼ਨ ਕੀ ਕਰਦਾ ਕੀ ਨਹੀਂ ਕਰਦਾ, ਪਹਿਲਾਂ ਹਾਈ ਲੈਵਲ ਤੇ ਸਮਝਿਆ, ਫਿਰ ਹੌਲੀ ਹੌਲੀ ਬੇਸ 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 ਬਣਾਉਂਦੇ ਬਣਾਉਂਦੇ ਸਾਲ 1.5 ਸਾਲ ਦੇ ਅੰਦਰ ਅੰਦਰ ਮੇਰਾ ਵਧੀਆ ਬੇਸ ਬਣ ਗਿਆ। ਫਿਰ ਇੱਕ ਟਾਈਮ ਇਦਾਂ ਦਾ ਆਇਆ ਕਿ ਉਸ ਟੀਮ 'ਚ ਇਕੱਲਾ ਮੈਂ ਡਿਵੈਲਪਰ ਰਹਿ ਗਿਆ, ਕਿਉਂਕਿ ਜਿਹੜੇ ਬਾਕੀ ਵਧੀਆ ਡਿਵੈਲਪਰ ਸੀਗੇ ਉਹ ਸਵਿਚ ਕਰ ਗਏ। ਠੀਕ ਹੈ ਮੈਂ ਤਾਂ ਵਧੀਆ ਡਿਵੈਲਪਰ 'ਚ ਹੈ ਨਹੀਂ ਸੀ ਨਾ, ਮੈਂ ਤਾਂ ਹਜੇ ਟਾਈਮ ਪਾਸ ਹੀ ਕਰ ਰਿਹਾ ਸੀਗਾ, ਮਤਲਬ ਠੀਕ ਠਾਕ ਸੀ। ਤੇ ਉਹ ਸਾਰੀ ਰਿਸਪੌਂਸਿਬਿਲਿਟੀ ਮੇਰੇ ਤੇ ਆ ਗਈ ਕਿ ਹੁਣ ਤੂੰ ਹੀ ਆ ਇਕੱਲਾ ਇਸ ਪ੍ਰੋਜੈਕਟ ਦਾ ਜਿਹੜਾ ਵੀ ਹੈਗਾ ਸਾਰਾ ਕੁਝ ਤੂੰ ਹੀ ਦੇਖਣਾ। ਤੇ ਬਸ ਫਿਰ ਜਦੋਂ ਸਿਰ ਤੇ ਪੈਂਦੀ ਤੇ ਬੰਦਾ ਕੀ ਨਹੀਂ ਕਰਦਾ। ਫਿਰ ਮੈਂ ਮਤਲਬ ਬਹੁਤ ਤਰੀਕੇ ਨਾਲ ਉਹਨੂੰ ਸਮਝਿਆ, ਸਿੱਖਿਆ, ਤੇ ਪ੍ਰੋਬਲਮਸ ਆਈਆਂ ਠੀਕ ਹੈ, ਪਰ ਮੈਂ ਸਿੱਖ ਗਿਆ। ਸਾਲ 2 ਸਾਲ ਉਸ ਮਤਲਬ ਇੱਕ ਪ੍ਰੋਜੈਕਟ ਤੋਂ ਮੈਂ ਬਹੁਤ ਕੁਝ ਸਿੱਖ ਗਿਆ ਵੀ ਹਾਂ ਇਦਾਂ ਹਰ ਲੈਂਗੁਏਜ ਦਾ ਮੈਂ ਕੋਡ, ਜੇ ਉਸ ਤੋਂ ਬਾਅਦ ਮੈਨੂੰ ਕਿਸੇ ਹੋਰ ਟੀਮ ਦਾ ਬੰਦਾ ਹੀ ਬੁਲਾ ਲੈਂਦਾ ਸੀ ਨਾ ਕਿ ਇਹ ਇਸ਼ੂ ਆ ਰਿਹਾ, ਤੇ ਮੈਂ ਉਹਨੂੰ ਪਹਿਲੀ ਇਹ ਗੱਲ ਕਿਹਾ ਕਰਦਾ ਵੀ ਡਰ ਨਾ, ਸੋਲੂਸ਼ਨ ਹੁੰਦਾ ਹਰ ਇੱਕ ਚੀਜ਼ ਦਾ। ਕਿਉਂਕਿ ਮੈਂ ਇੰਨਾ ਕੁ ਮਤਲਬ ਕਿ ਆਪਦੇ ਆਪ 'ਚ ਇੰਨੀਆਂ ਪ੍ਰੋਬਲਮ ਸੋਲਵ ਕਰ ਚੁੱਕਿਆ ਸੀਗਾ ਆਪਦੇ ਪ੍ਰੋਜੈਕਟ ਦੀਆਂ, ਤੇ ਉਹਨੂੰ ਕਿਆ ਕਰਦਾ ਜੀ ਬਹਿਨੇ ਆਪਾਂ ਕੋਈ ਨਹੀਂ 6 ਵਜੇ ਤੋਂ ਬਾਅਦ, ਮੈਂ ਉਰੀ ਰੁਕਦਾ ਹੁੰਦਾ 3 ਘੰਟੇ, ਮੇਰਾ ਪੱਕਾ ਸੀ ਸਾਰਿਆਂ ਨੂੰ ਵੀ ਇਹ 6 ਵਜੇ ਤੋਂ ਬਾਅਦ 9 ਵਜੇ ਤੱਕ ਰੁਕਦਾ ਆ, ਕਿ ਕੋਈ ਵੀ ਪ੍ਰੋਬਲਮ ਹੋਊਗੀ ਇਕੱਠੇ ਬਹਿ ਕੇ ਸੋਲਵ ਕਰਾਂਗੇ, ਕੋਈ ਨਹੀਂ ਤੂੰ ਇੱਥੇ ਆ ਜੀ, ਸਿਸਟਮ ਚੱਕ ਕੇ ਆਪਦਾ ਇੱਥੇ ਬੈਠਾਂਗੇ ਆਪਾਂ, ਠੀਕ ਹੈ। ਤੇ ਉਹ ਏਦਾਂ ਮੈਂ ਲਰਨਿੰਗ ਕੀਤੀ, ਪਰ ਹਾਂ ਉਹਦੇ 'ਚ ਮੈਂ Node.js ਸਿੱਖੀ, ਟਾਈਪਸਕ੍ਰਿਪਟ ਸਿੱਖੀ, MongoDB ਸਿੱਖਿਆ, ਇਹ Azure ਕਲਾਊਡ ਦੇ ਮੈਂ ਬਹੁਤ ਸਾਰੀ ਸਰਵਿਸਿਜ਼ ਸਿੱਖੀਆਂ, ਮਤਲਬ ਜਿਹਦੇ ਤੇ ਮੈਂ ਕੰਮ ਕਰਦਾ ਸੀ, ਗਿਟ ਬਾਰੇ ਸਿੱਖਿਆ, ਤੇ ਆਪਣਾ ਪਾਈਪਲਾਈਨਸ ਜਿਹੜੇ ਜੈਂਕਿੰਸ ਵਗੈਰਾ ਹੋ ਗਈਆਂ ਸਾਰੀਆਂ ਮੈਂ ਸਿਰਫ ਉਸੇ ਪ੍ਰੋਜੈਕਟ ਦੇ ਥਰੂ ਸਿੱਖਿਆ ਆ। ਅਲੱਗ ਤੋਂ ਮੈਂ ਕੁਝ ਨਹੀਂ ਸਿੱਖਿਆ ਵੀ ਅਲੱਗ ਤੋਂ ਮੈਨੂੰ ਕੋਈ ਪੜ੍ਹਾਇਆ ਜਾਊਗਾ, ਸਿਰਫ ਪ੍ਰੋਜੈਕਟ 'ਚ ਜੋ ਕੰਮ ਆ ਰਿਹਾ ਸੀ ਮੈਂ ਸਾਰਾ ਕੁਝ ਸਿੱਖ ਲਿਆ ਉਸ 'ਚ। ਹਾਂਜੀ ਤੇ ਫਿਰ ਆ ਗਿਆ ਕੋਵਿਡ ਆ ਕੇ, ਜਦੋਂ ਘਰੇ ਆ ਗਏ, ਉਸ ਤੋਂ ਪਹਿਲਾਂ ਮੈਂ ਕੋਈ ਵੀ ਕਲਾਇੰਟ ਕੋਲ ਕਦੇ ਵੀ ਕਲਾਇੰਟ ਕੋਲ ਮੈਂ ਜੁਆਇਨ ਨਹੀਂ ਕੀਤੀ ਸੀ। ਕਲਾਇੰਟ ਕੋਲ ਹੀ ਮੈਨੇਜਰ ਹੀ ਜਾਂਦਾ ਸੀਗਾ, ਤੇ ਮੈਨੇਜਰ ਸਿਰਫ ਮੈਨੂੰ ਪੁੱਛ ਲੈਂਦਾ ਸੀ ਵੀ ਕੀ ਅਪਡੇਟ ਦੇਣੀ ਆ, ਮੈਂ ਉਹਨੂੰ ਮੇਲ 'ਚ ਕਰ ਦੇਣਾ ਤੇ ਉਹਨੇ ਡੀਲ ਕਰਨੀ ਕਲਾਇੰਟ ਕੋਲ। ਪਰ ਜਦੋਂ ਕੋਵਿਡ ਆ ਗਿਆ ਸਾਰੇ ਵਰਕ ਫਰੋਮ ਹੋਮ ਹੋ ਗਏ, ਤੇ ਕਲਾਇੰਟ ਕੋਲ ਪਹਿਲੀ ਕਲਾਇੰਟ ਕੋਲ ਮਤਲਬ ਮੈਂ ਕੋਵਿਡ ਤੋਂ ਬਾਅਦ ਹੀ ਜੁਆਇਨ ਕੀਤੀ ਸੀ। ਉਹ ਤੱਕ ਮੈਨੂੰ 3 ਸਾਲ 3.5 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਸੀ ਆਈਟੀ 'ਚ, ਤੇ ਮੈਂ ਅਜੇ ਤੱਕ ਕੋਈ ਕਲਾਇੰਟ ਕੋਲ ਨਹੀਂ ਜੁਆਇਨ ਕੀਤੀ ਸੀ। ਕੋਵਿਡ ਫਿਰ 2 ਸਾਲ ਘਰੇ, 2 ਸਾਲ ਮੰਗੋ ਕੋਵਿਡ 'ਚ ਡੇਲੀ ਕਲਾਇੰਟ ਕੋਲ ਚੱਲੀ, ਉਹਦੇ 'ਚ ਸਪੀਕਿੰਗ ਸਕਿੱਲਸ ਵੀ ਵਧੀਆ, ਤੇ ਆਹ ਜਿਹੜਾ ਕੌਨਫੀਡੈਂਸ ਆ ਵੀ ਹਾਂ ਬੋਲਣਾ, ਕਿ ਪਤਾ ਲੱਗ ਰਿਹਾ ਕਿ ਹਾਂ ਮੈਨੂੰ ਆਉਂਦਾ ਆ। ਉਦੋਂ ਤੱਕ ਤਾਂ ਮੈਨੂੰ ਐਂ ਹੁੰਦਾ ਸੀ ਮੈਨੂੰ ਆਉਂਦਾ ਹੀ ਨਹੀਂ ਕੁਛ, ਹਾਂਜੀ ਕਿ ਮੈਂ ਤਾਂ ਬਸ ਉਹੀ ਆ ਕਰ ਰਿਹਾ ਟਾਈਮ ਪਾਸ। ਤੇ ਉਦੋਂ ਮੈਨੂੰ ਐਂ ਲੱਗਣ ਲੱਗਾ ਕਿ ਕਲਾਇੰਟ ਸਿੱਧਾ ਮੈਨੂੰ ਪੁੱਛਣ ਲੱਗ ਗਿਆ ਕਿ ਹਾਂ ਰੁਪਿੰਦਰ ਇਹਦਾ ਕੀ ਸੋਲੂਸ਼ਨ ਦੇ ਸਕਦੇ ਆ, ਇਹਦਾ ਕੀ ਸੋਲੂਸ਼ਨ ਦੇ ਸਕਦੇ ਆ, ਉਹ ਹੋਣ ਲੱਗ ਗਿਆ। ਕੌਨਫੀਡੈਂਸ ਆਇਆ ਕਿ ਹਾਂ ਮੈਨੂੰ ਆਉਂਦਾ ਹੈ ਕੁਛ। ਫਿਰ ਸਿਚੁਏਸ਼ਨ ਮੇਰੀ ਇਦਾਂ ਦੀ ਬਣੀ ਕਿ ਮੈਨੂੰ ਟ੍ਰਾਂਸਫਰ ਲੈਣੀ ਸੀ ਮੈਂ ਕੈਨੇਡਾ, ਤੇ ਮੈਂ ਆਪਦੀ ਕੰਪਨੀ ਵਾਲਿਆਂ ਨੂੰ ਕਿਹਾ ਕਿ ਮੈਂ ਕੈਨੇਡਾ ਟ੍ਰਾਂਸਫਰ ਹੋਣਾ ਆ, ਤੇ ਮੇਰੀ PR ਫਾਈਲ ਪ੍ਰੋਸੈਸ 'ਚ ਹੈ, ਤੇ ਮੈਂ PR ਹੋ ਜਾਣਾ ਵਿਦਿਨ 6 ਮੰਥਸ, ਕਿ ਮੈਨੂੰ ਟ੍ਰਾਂਸਫਰ ਕਰ ਦਿਓ ਕੈਨੇਡਾ ਲਈ। ਤੇ ਉਹਨਾਂ ਨੇ ਮੈਨੂੰ ਮਤਲਬ ਕਿ ਇਦਾਂ ਦੇ ਜਵਾਬ ਦੇਣੇ ਸ਼ੁਰੂ ਕਰਤੇ ਕਿ ਕੋਈ ਪ੍ਰੋਜੈਕਟ ਹੀ ਨਹੀਂ ਹੈਗਾ ਕੈਨੇਡਾ ਦਾ, ਤਾਂ ਕਿ ਕੈਨੇਡਾ ਨਹੀਂ ਦੇ ਸਕਦੇ। ਮੈਂ ਸਭ ਐਂਗਲ ਟਰਾਈ ਕਰ ਲਏ, ਮਤਲਬ ਕਿ ਹਾਇਰ ਮੈਨੇਜਮੈਂਟ ਨੂੰ ਮੇਲ ਪਾਤੀ, ਸਾਰਿਆਂ ਨੂੰ ਇੱਧਰ ਉੱਧਰ ਮੇਲ ਪਾ ਕੇ ਦੇਖ ਲਿਆ, ਮੈਂ 1 to 1 ਵੀ ਉਹਨਾਂ ਨਾਲ ਮੀਟਿੰਗ ਰੱਖ ਲਈ ਕਿ ਮੈਨੂੰ ਟ੍ਰਾਂਸਫਰ ਕਰ ਦਿਓ ਕੈਨੇਡਾ। ਕਿਉਂਕਿ ਮੈਂ ਨਾ ਇਹ ਚੀਜ਼ ਤੋਂ ਬਹੁਤ ਡਰਦਾ ਸੀ ਵੀ ਕੰਪਨੀ ਸਵਿਚ ਕਰਨੀ ਯਾਰ ਬਹੁਤ ਮੁਸ਼ਕਿਲ ਕੰਮ ਹੈ, ਕਿਉਂਕਿ ਬੇਸ ਨਹੀਂ ਨਾ ਹੈਗਾ ਸੀ, ਵੀ ਬੇਸ ਬਹੁਤ ਜ਼ੀਰੋ ਸੀਗਾ, ਤਾਂ ਉਸ ਕਰਕੇ ਮੈਨੂੰ ਐਂ ਲੱਗਦਾ ਸੀਗਾ ਯਾਰ ਬੇਸ ਨਹੀਂ ਹੈਗਾ, ਉਹਨਾਂ ਨੇ ਬੇਸਿਕ ਕੁਐਸਚਨ ਪੁੱਛਣੇ ਆ, ਬੇਸ ਤੇਰਾ ਜ਼ੀਰੋ ਹੈ, ਤਾਂ ਤੂੰ ਇੰਟਰਵਿਊ ਦੇ ਕੁਐਸਚਨਸ ਕਿੱਦਾਂ ਆਨਸਰ ਕਰੇਂਗਾ। ਤੇ ਉਹ ਮੇਰਾ ਟ੍ਰਾਂਸਫਰ ਲੈਣਾ ਮੇਰਾ ਬਹੁਤ ਜ਼ਰੂਰੀ ਸੀ, ਕਿਉਂਕਿ ਸਿਚੁਏਸ਼ਨ ਇਦਾਂ ਦੀ ਸੀ ਕਿ ਮੈਂ ਕੈਨੇਡਾ ਆਉਣਾ ਹੀ ਆਉਣਾ ਹੈ, ਕੁਝ ਵੀ ਹੋ ਜਾਵੇ, ਚਾਹੇ ਮੈਨੂੰ ਜੋਬ ਛੱਡ ਕੇ ਆਉਣਾ ਪਵੇ। ਫਿਰ ਮੇਰੇ ਕੋਲ ਇੱਕ ਆਪਸ਼ਨ ਹੋਰ ਸੀਗੀ ਕਿ ਜੋਬ ਛੱਡਣ ਨਾਲੋਂ ਕਿ ਮੈਂ ਸਵਿਚ ਕਰਕੇ ਕੰਪਨੀ, ਜਿਹੜੀ ਔਖੀ ਆਪਸ਼ਨ ਸੀ, ਪਰ ਉਹ ਆਪਸ਼ਨ ਹੈਗੀ ਸੀ, ਨੋ ਡਾਊਟ। ਤੇ ਫਿਰ ਮੈਂ ਉਹ ਆਪਸ਼ਨ ਨੂੰ ਐਕਸਪਲੋਰ ਕੀਤਾ ਕਿ ਕਿੱਦਾਂ ਮੈਂ ਕੈਨੇਡਾ ਜਾ ਕੇ ਸਿੱਧੀ ਜੋਬ ਕਰ ਸਕਦਾ, ਮਤਲਬ ਕਿ ਮੈਨੂੰ ਉੱਥੇ ਜਾ ਕੇ ਜੋਬ ਲੱਭਣੀ ਨਾ ਪਵੇ, ਮੇਰੇ ਕੋਲ ਇੱਥੇ ਜੋਬ ਹੋਵੇ, ਤੇ ਮੈਂ ਉਹ ਜੋਬ ਲੈ ਕੇ ਜਾਵਾਂ। ਤੇ ਫਿਰ ਮੈਂ ਮਤਲਬ ਕਿ ਇੰਟਰਵਿਊਜ਼ ਦੇਣੇ ਸ਼ੁਰੂ ਕੀਤੇ। ਪਹਿਲਾਂ ਮੇਰਾ ਇਹ ਨਹੀਂ ਸੀਗਾ ਕਿ ਮੈਂ ਸਿਰਫ ਸਿੱਧਾ ਮੈਂ ਉਹ ਕੰਪਨੀ ਲੱਭਾਂ ਜਿਹੜੀ ਕੈਨੇਡਾ ਭੇਜ ਰਹੀ ਹੋਵੇ। ਪਹਿਲਾਂ ਸੀਗਾ ਕਿ ਜਿੱਦਾਂ ਮਨਿੰਦਰ ਨੇ ਆਪਦੀ ਬਹੁਤ ਸਾਰੀ ਰੀਲ 'ਚ ਦੱਸਿਆ ਕਿ ਇੰਟਰਵਿਊ ਦੀ ਤਿਆਰੀ ਜਿਹੜੀਆਂ ਇੰਟਰਵਿਊਜ਼ ਕਰਾਉਂਦੀਆਂ ਨੇ, ਤੇ ਮੈਂ ਕਿਹਾ ਕੋਈ ਵੀ ਇੰਟਰਵਿਊ, ਕੋਈ ਵੀ ਕੰਪਨੀ ਆ ਜਾਵੇ, ਐਰੀ ਗੈਰੀ, ਚੰਡੀਗੜ੍ਹ ਦੀ, ਮੁਹਾਲੀ ਦੀ, ਲੁਧਿਆਣੇ ਦੀ, ਜਿੱਥੋਂ ਮਰਜ਼ੀ ਕੋਈ ਕੰਪਨੀ ਆ, ਮੈਂ ਇੰਟਰਵਿਊ ਦੇਣੀ ਆ ਬਸ, ਕਿ ਮੈਨੂੰ ਆ ਕੁਛ ਆਉਂਦਾ, ਉਹਦੇ ਅਕੋਰਡਿੰਗ ਤੁਸੀਂ ਦੱਸੋ ਵੀ ਕੀ ਕੰਮ ਕਰਾਉਣਾ, ਹਨਾ। ਤੇ ਮੈਂ ਕੋਈ ਵੀ ਜੋਬ ਪ੍ਰੋਫਾਈਲ ਹੁੰਦੀ ਸੀ ਮੈਂ ਅਪਲਾਈ ਕਰਕੇ
ਤਾਂ ਮੈਨੂੰ ਉਸ ਟਾਈਮ ਤੇ ਅਸਲ 'ਚ ਉਸ ਟਾਈਮ ਤੇ ਨਾ ਆਪਣਾ ਆਈਟੀ ਵੀ ਪੀਕ ਤੇ ਚੱਲ ਰਿਹਾ ਸੀ। ਬਹੁਤ ਜ਼ਿਆਦਾ ਲੋੜ ਸੀ ਬੰਦਿਆਂ ਦੀ ਉਹਨਾਂ ਨੂੰ। ਹਰ ਕੰਪਨੀ ਹਾਇਰਿੰਗ ਕਰ ਰਹੀ ਸੀ। ਅਗਰ ਤੁਸੀਂ ਦੇਖਿਆ ਹੋਊਗਾ ਕਰੋਨਾ ਦੇ ਟਾਈਮ 'ਚ 2021 2021 ਦੇ ਟਾਈਮ 'ਚ ਬਹੁਤ ਹਾਂਜੀ ਜ਼ਿਆਦਾ ਹਾਇਰਿੰਗ ਚੱਲ ਰਹੀ ਸੀ। ਤੇ ਮੈਂ ਬਹੁਤ ਇੰਟਰਵਿਊ ਦਿੱਤੀਆਂ, ਮਤਲਬ ਕਿ ਕਈ ਵਾਰੀ ਮੈਂ ਇੱਕ ਦਿਨ 'ਚ 2-2 ਇੰਟਰਵਿਊ ਦਿੱਤੀਆਂ ਨੇ। ਹੂੰ ਤੇ ਫਾਈਨਲੀ ਮੇਰੀ ਇੱਕ ਚੰਡੀਗੜ੍ਹ ਦੀ ਕੰਪਨੀ ਸਿਲੈਕਸ਼ਨ ਹੋ ਗਈ। ਤੇ ਉਹ ਮੈਨੂੰ ਜਿਹੜਾ ਮੇਰਾ ਉਸ ਟਾਈਮ ਤੇ ਕਰੰਟ ਮੇਰਾ ਪੈਕੇਜ ਸੀ ਉਹਦਾ ਮਤਲਬ 50% ਹਾਈਕ ਦੇ ਰਹੇ ਸੀਗੇ। ਮਤਲਬ ਮੇਰੀ 1.5 ਗੁਣਾ ਸੈਲਰੀ ਵੱਧ ਰਹੀ ਸੀ ਉਸ ਟਾਈਮ ਤੇ ਹੀ, ਹਨਾ। ਤੇ ਮੈਂ ਖੁਸ਼ ਸੀ ਵਧੀਆ ਵੀ ਚੰਡੀਗੜ੍ਹ, ਚਲੋ ਚੰਡੀਗੜ੍ਹ ਵੀ ਵਧੀਆ ਸ਼ਹਿਰ ਆ, ਵੀ ਕੋਈ ਚੱਕਰ ਨਹੀਂ। ਪਰ ਉਹ ਔਨ ਸਾਈਟ ਬੁਲਾਉਂਦੇ ਸੀਗੇ, ਮਤਲਬ ਕਿ ਉਹਨਾਂ ਨੇ ਕਿਹਾ ਸੀ ਵੀ 3 ਦਿਨ ਤੁਹਾਨੂੰ ਆਫਿਸ ਕੰਮ ਕਰਨਾ ਪਊਗਾ, 2 ਦਿਨ ਚਲੋ ਤੁਸੀਂ ਘਰੋਂ ਕਰ ਲਿਓ। ਮੈਂ ਕਿਹਾ ਚੰਡੀਗੜ੍ਹ ਚਲੋ ਕੋਈ ਨਹੀਂ, ਮੋਹਾਲੀ ਚੰਡੀਗੜ੍ਹ ਇੱਕੋ ਗੱਲ ਆ, ਵੀ ਉੱਥੇ ਮੇਰੀ ਜੋਬ ਸਿਲੈਕਸ਼ਨ ਹੋ ਜਾਊਗੀ। ਠੀਕ ਆ। ਉਹਨਾਂ ਨੇ ਮੈਨੂੰ ਸਿਰਫ 15 ਦਿਨ ਬਾਅਦ ਦਾ, ਮਤਲਬ ਕਿ ਉਹਨਾਂ ਨੇ ਕਹਿਤਾ 15 ਦਿਨ ਬਾਅਦ ਜੁਆਇਨ ਕਰਨਾ। ਮੈਂ ਆਫਰ ਲੈ ਲਿਆ, ਜਦਕਿ ਮੇਰਾ ਨੋਟਿਸ ਪੀਰੀਅਡ 3 ਮਹੀਨੇ ਦਾ ਸੀ। ਠੀਕ ਆ, ਮੈਂ ਫਿਰ ਵੀ ਆਫਰ ਅਸੈਪਟ ਕਰ ਲਿਆ। ਪਰ ਮੈਨੂੰ ਪਤਾ ਸੀ ਅੰਦਰੋਂ ਅੰਦਰ ਵੀ ਮੈਂ ਜੁਆਇਨ ਨਹੀਂ ਕਰ ਸਕਦਾ, ਕਿਉਂਕਿ 3 ਮਹੀਨੇ ਦਾ ਨੋਟਿਸ ਤਾਂ ਮੈਂ ਸਰਵ ਕਰਨਾ ਪੈਣਾ ਨਾ। ਮੈਂ ਜਿੱਦਾਂ ਹੀ 15 ਦਿਨ ਹੋਣ ਵਾਲੇ ਸੀਗੇ, ਇੱਕ ਦਿਨ ਪਹਿਲਾਂ ਉਹਨਾਂ ਨੂੰ ਮੇਲ ਪਾਈ ਕਿ ਮੈਂ ਨਹੀਂ ਜੁਆਇਨ ਕਰ ਸਕਦਾ, ਮੈਨੂੰ 15 ਦਿਨ ਦਾ ਹੋਰ ਦਿਓ। ਮੈਂ ਉਹਨੂੰ ਐਜ਼ ਅ ਬੈਕਅਪ ਹੀ ਲੈ ਕੇ ਚੱਲ ਰਿਹਾ ਸੀ ਬਸ, ਕਿ ਹਾਂ ਰੱਖੋ ਉਹਨੂੰ ਨਾਲ, ਕੋਈ ਨਹੀਂ। ਜੁਆਇਨ ਮੈਨੂੰ ਪਤਾ ਸੀ ਕਿ ਮੈਂ ਨਹੀਂ ਕਰ ਸਕਦਾ, ਉਹ ਆਪਾਂ ਨੂੰ ਅੰਦਰੋਂ ਪਤਾ ਹੁੰਦਾ, ਪਰ ਫਿਰ ਵੀ ਮੈਨੂੰ ਐ ਸੀ ਵੀ ਇਨ ਕੇਸ ਜੇ ਕੁਛ ਨਾ ਬਣਿਆ ਤਾਂ ਫਿਰ ਹੋ ਸਕਦਾ ਇਹਨੂੰ ਜੁਆਇਨ ਕਰਨਾ ਪੈ ਜਾਵੇ, ਹਨਾ। ਕਿਉਂਕਿ ਸੈਲਰੀ ਤਾਂ ਵਧ ਹੀ ਰਹੀ ਹੈ ਨਾ ਇਨ ਕੇਸ। ਤੇ ਫਿਰ ਮੈਂ ਇੱਕ ਹੋਰ ਇੰਟਰਵਿਊ, ਮਤਲਬ ਕਿ ਇੰਟਰਵਿਊ ਤਾਂ ਮੈਂ ਦੇ ਹੀ ਰਿਹਾ ਸੀ, ਹੁਣ ਦੱਸਿਆ ਜਿੱਦਾਂ ਹਫ਼ਤੇ 'ਚ 1-2 ਇੰਟਰਵਿਊ, 2-3 ਇੰਟਰਵਿਊ ਹੋ ਹੀ ਰਹੀਆਂ ਸੀ ਉਸ ਟਾਈਮ ਤੇ, ਬਹੁਤ ਜ਼ਿਆਦਾ ਸੀਗਾ। ਤੇ ਮੇਰੀ ਫਿਰ ਇੱਕ ਹੋਰ MNC ਜਿਹੜੀ TCS ਦੀ ਵਾਂਗੂ MNC ਹੈ, ਮਤਲਬ ਉਹਦੇ ਸਿਲੈਕਸ਼ਨ ਹੋ ਗਈ ਮੇਰੀ। ਤੇ ਉਹਨਾਂ ਨੇ ਮੈਨੂੰ ਕਹਿਤਾ ਵੀ ਤੁਸੀਂ 3 ਮਹੀਨੇ ਬਾਅਦ ਜੁਆਇਨ ਕਰ ਸਕਦੇ ਹੋ, ਤੁਸੀਂ ਨੋਟਿਸ ਆਪਦਾ ਸਰਵ ਕਰੋ ਪੂਰਾ, ਕਿਉਂਕਿ ਉਹਨਾਂ ਨੂੰ MNC ਜਿਹੜੀ ਵੱਡੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਹਾਂ TCS ਕਿੰਨੇ ਮਹੀਨੇ ਦਾ ਨੋਟਿਸ ਰੱਖਦੀ ਹੈ, ਤੇ ਇਹਨਾਂ ਨੂੰ ਸਰਵ ਕਰਨਾ ਹੀ ਪਊਗਾ। ਸਟਾਰਟਅਪਸ ਨੂੰ ਨਹੀਂ, ਸਟਾਰਟਅਪਸ ਨੂੰ ਤਾਂ ਅਗਲੇ ਦਿਨ ਚਾਹੀਦਾ ਬੰਦਾ, ਜਿੱਦਣ ਉਹਨਾਂ ਨੇ ਰਿਕੁਆਇਰਮੈਂਟ ਪਾਈ ਆ, ਉਹਨਾਂ ਨੂੰ ਤਾਂ ਵਿਦਿਨ ਹਫ਼ਤੇ ਦੇ ਅੰਦਰ ਉਹਨਾਂ ਨੂੰ ਬੰਦਾ ਚਾਹੀਦਾ, ਹਨਾ। ਤੇ ਪਰ ਜਿਹੜੀਆਂ MNCs ਨੇ, ਵੱਡੀਆਂ ਕੰਪਨੀਆਂ ਨੇ, ਉਹ ਫਿਰ ਵੀ ਕਹਿ ਦਿੰਦੀਆਂ ਨੇ 3 ਮਹੀਨੇ ਦਾ ਨੋਟਿਸ ਸਰਵ ਕਰ ਲਓ, ਹਨਾ। ਤੇ ਫਿਰ ਮੈਨੂੰ ਇਹ ਹੋ ਗਿਆ ਵੀ ਚੱਲ ਮੇਰੇ ਕੋਲ 3 ਮਹੀਨੇ ਹੈਗੇ ਆ ਹੁਣ, ਇਹਦਾ ਮੈਂ ਆਫਰ ਮੈਂ ਲੈ ਲਿਆ, ਅਸੈਪਟ ਕਰ ਲਿਆ। ਤੇ ਮੈਂ ਫੁੱਲੀ ਹੁਣ ਹੋ ਗਿਆ ਕਿ ਹਾਂ ਯਾਰ ਹੁਣ 3 ਮਹੀਨੇ ਆ ਕਿ ਆਪਾਂ ਕੋਈ ਵਧੀਆ ਕੰਪਨੀ ਸਿਲੈਕਸ਼ਨ ਲੈਣੀ ਆ ਬਸ। ਬਸ ਫਿਰ ਬਹੁਤ ਹੋਰ ਇੰਟਰਵਿਊ ਦਿੱਤੀਆਂ, ਨਹੀਂ ਕਲੀਅਰ ਹੁੰਦੀਆਂ ਸੀ, ਬਹੁਤ ਮਤਲਬ ਬੇਕਾਰ ਕੁਐਸਚਨ ਵੀ ਹੁੰਦੇ ਸੀਗੇ। ਠੀਕ ਆ, ਆਪਾਂ ਨੂੰ ਬੇਕਾਰ ਲੱਗਦੇ, ਉਹਨਾਂ ਦੇ ਲਈ ਤਾਂ ਸਹੀ ਹੁੰਦੇ ਸੀ। ਦੇ ਕੇ ਫਾਈਨਲੀ ਮੇਰੀ ਹੁਣ ਕਰੰਟ ਕੰਪਨੀ ਆ, ਇਹਨਾਂ ਨਾਲ ਮੇਰੀ ਗੱਲ ਹੋ ਗਈ, ਮਤਲਬ ਮੇਰੀ ਇੰਟਰਵਿਊ ਰਾਊਂਡ ਕਲੀਅਰ ਹੋ ਗਏ, 2-3 ਰਾਊਂਡ ਸੀਗੇ ਇਹਨਾਂ ਦੇ, ਸਭ ਕਲੀਅਰ ਹੋ ਗਏ, ਸਿਲੈਕਸ਼ਨ ਹੋ ਗਈ। ਤੇ ਲਾਸਟ ਰਾਊਂਡ ਜਦੋਂ HR ਰਾਊਂਡ ਹੁੰਦਾ, ਉਹਦੇ 'ਚ ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਹਰ ਇੱਕ, ਹੁਣ ਜਿੰਨੀ ਵੀ ਮੇਰੀ ਇੰਟਰਵਿਊ ਹੋ ਰਹੀਆਂ ਸੀ, ਮੈਂ ਸਾਰਿਆਂ ਨੂੰ ਇਹ ਚੀਜ਼ ਮੈਂਸ਼ਨ ਕਰ ਰਿਹਾ ਸੀ ਕਿ ਮੇਰਾ ਕੈਨੇਡਾ ਦੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਆ ਉਹ ਇਨ ਪ੍ਰੋਸੈਸ ਹੈ, ਕਿ ਮੈਂ ਵਿਦਿਨ 6 ਮੰਥ ਮੈਂ PR ਹੋ ਜਾਊਂਗਾ, ਕੀ ਤੁਸੀਂ ਮੈਨੂੰ ਟ੍ਰਾਂਸਫਰ ਕਰ ਦੋਗੇ। ਮੋਸਟਲੀ ਮੈਂ ਏਦਾਂ ਹਰ ਇੱਕ ਨੂੰ ਪੁੱਛ ਰਿਹਾ ਸੀਗਾ। ਰੁਪਿੰਦਰ, ਇੱਕ ਮਿੰਟ ਮੈਂ ਤੁਹਾਨੂੰ ਇੱਥੇ ਟੋਕਦਾ। ਤੇ ਹਾਂਜੀ। ਜਸ਼ਨ ਕੁਐਸਚਨ ਪੁੱਛ ਰਹੇ ਨੇ, ਕਹਿੰਦੇ ਸਰ ਹੁਣ ਕੰਪਨੀਆਂ ਵਰਕ ਫਰੋਮ ਹੋਮ ਅਲਾਉ ਕਰਦੀਆਂ ਨੇ? ਯਾਰ ਦੇਖੋ, MNC ਤਾਂ ਤਕਰੀਬਨ ਵੀਰੇ ਜਸ਼ਨ ਹਾਈਬ੍ਰਿਡ ਮੋਡ ਤੇ ਆ ਗਈਆਂ ਨੇ, ਮਤਲਬ ਕੁਝ ਕੁ ਦਿਨ ਆਫਿਸ ਜਾਓ, ਕੁਝ ਕੁ ਦਿਨ ਤੁਸੀਂ ਵਰਕ ਫਰੋਮ ਹੋਮ ਕਰ ਸਕਦੇ ਹੋ, ਹਨਾ। ਬਟ ਜ਼ਿਆਦਾਤਰ ਵਰਕ ਫਰੋਮ ਹੋਮ ਤਕਰੀਬਨ ਖਤਮ ਹੋ ਚੁੱਕਿਆ, ਮੈਂ ਤੁਹਾਨੂੰ ਸਹੀ ਦੱਸਾਂ। MNCਆਂ ਨੇ ਤਾਂ ਬੁਲਾ ਲਏ ਸਾਰੇ ਬੰਦੇ ਦਫ਼ਤਰ, ਤੇ ਰਿਮੋਟ ਜੌਬਸ ਨੇ ਜਿਹੜੀਆਂ US ਵਗੈਰਾ ਦੀ ਕੰਪਨੀਆਂ ਨੇ, ਉਹੀ ਚੱਲ ਰਹੇ ਵਰਕ ਫਰੋਮ ਹੋਮ, ਉਹਨਾਂ ਕੋਲ ਕੋਈ ਆਪਸ਼ਨ ਵੀ ਨਹੀਂ ਹੈਗੀ। ਤੇ ਸਟਾਰਟਅਪਸ ਮੋਸਟਲੀ, ਜਿਵੇਂ ਮੇਰੇ ਵਾਲੀ ਮੈਂ ਵੀ ਇੱਕ ਸਟਾਰਟਅਪ ਦੇ ਵਿੱਚ ਹਾਂ, ਸਟਾਰਟਅਪਸ ਬੇਸਿਕਲੀ ਵਰਕ ਫਰੋਮ ਹੋਮ ਦਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਖਰਚਾ ਬਹੁਤ ਪੈਂਦਾ ਉੱਧਰ, ਜਦੋਂ ਬਜਟ ਨਹੀਂ ਹੁੰਦਾ। ਆਫਿਸ ਨਹੀਂ ਹੁੰਦੇ ਤੇ ਮਹਿੰਗਾ ਪੈਂਦਾ, ਤੇ ਉਹੀ ਵਰਕ ਫਰੋਮ ਹੋਮ ਅਲਾਉ ਕਰ ਰਹੀਆਂ ਨੇ ਫਿਲਹਾਲ, ਹਨਾ। ਸੋ ਆਈ ਥਿੰਕ ਤੁਹਾਡੇ ਕੁਐਸਚਨ ਦਾ ਜਵਾਬ ਆ। ਇੱਕ ਹੋਰ ਪੁੱਛਿਆ ਅਰਮਾਨ ਸਿੰਘ ਨੇ, ਸਰ NIT IIT ਤੋਂ ਇਲਾਵਾ ਕਿਹੜੇ ਕਾਲਜ ਵਧੀਆ ਰਹੂ? ਯਾਰ NIT IIT ਤੋਂ ਇਲਾਵਾ ਪੰਜਾਬ 'ਚ ਜੇ ਗੱਲ ਕਰੀਏ ਤਾਂ ਤੁਸੀਂ ਕਹਿ ਸਕਦੇ ਹੋ ਥਾਪਰ ਕਾਲਜ ਵਧੀਆ ਹੈ, ਪ੍ਰਾਈਵੇਟ ਕਾਲਜ ਆ, ਫੀਸ ਬਹੁਤ ਜ਼ਿਆਦਾ ਹੈ, ਬਟ ਪੈਕ ਵਧੀਆ, ਤੇ GNDU ਵੀ ਵਧੀਆ ਕਾਲਜਾਂ 'ਚ ਆ ਜਾਂਦਾ। ਇਹ ਉਹ ਕਾਲਜ ਨੇ ਜਿੱਥੇ ਮਤਲਬ ਤਕਰੀਬਨ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਉਹ ਆਉਂਦੀਆਂ ਨੇ, ਜਿਹੜੀਆਂ ਦੂਜੇ ਵੱਡੇ ਮਤਲਬ NIT IIT ਦੀ ਨਹੀਂ ਗੱਲ ਕਰਦਾ, ਮਤਲਬ ਫਿਰ ਵੀ ਅੱਛੀਆਂ ਕੰਪਨੀਆਂ ਆਉਂਦੀਆਂ ਇਹਨਾਂ 'ਚ, ਨਾ। ਚਿਤਕਾਰਾ ਵੀ ਵਧੀਆ ਕਾਲਜ ਆ, ਮਤਲਬ ਉੱਥੇ ਵੀ ਮੈਂ ਦੱਸਿਆ ਜਿਵੇਂ ਸੈਮਸੰਗ 'ਚ ਬੱਚੇ ਸੀਗੇ ਚਿਤਕਾਰਾ ਦੇ ਕਾਫੀ, ਉਹਨੇ ਮਸ਼ਹੂਰੀ ਨਹੀਂ ਕਰ ਰਿਹਾ ਮੈਂ, ਪਰ ਮੈਂ ਰਿਐਲਿਟੀ ਦੱਸ ਰਿਹਾ, ਹਨਾ। ਪਰ ਕੈਂਪਸ ਪਲੇਸਮੈਂਟ ਬੈਂਗਲੁਰੂ 'ਚ ਨਾਰਥ ਇੰਡੀਆ ਐਗਜ਼ਾਮਪਲ ਪੰਜਾਬੀ ਨੂੰ ਦਿੱਕਤ ਆਉਂਦੀ ਹੋਊ? ਯਾਰ ਪੰਜਾਬੀਆਂ ਨੂੰ ਦਿੱਕਤ ਕਿਤੇ ਨਹੀਂ ਆਉਂਦੀ ਯਾਰ, ਪੰਜਾਬੀ ਤਾਂ ਸਾਰੇ ਵਰਲਡ 'ਚ ਬੈਠੇ ਆ, ਆਪਣੇ ਦੇਸ਼ 'ਚ ਕਿਉਂ ਦਿੱਕਤ ਆਊਗੀ, ਹਨਾ। ਕੋਈ ਦਿੱਕਤ ਨਹੀਂ ਆਉਂਦੀ, ਇਹ ਇੱਕ ਹਊਆ ਬਣਾਇਆ ਹੋਇਆ ਆਪਾਂ ਨੇ ਵੀ, ਹਨਾ, ਵੀ ਬਾਹਰ ਨਹੀਂ ਜਾਣਾ, ਵੀ ਘਰੇ ਬੈਠਣਾ। ਹੁਣ ਤਾਂ ਜਮਾਂ ਹੀ ਖਤਮ ਹੀ ਹੋ ਗਏ, ਪਹਿਲਾਂ ਤਾਂ ਸਿਰਫ ਪੰਜਾਬ ਤੋਂ ਬਾਹਰ ਜਾਣ ਦੀ ਗੱਲ ਕਰਦੇ ਸੀ, ਹੁਣ ਆਫਿਸ ਵੀ ਨਹੀਂ ਜਾਣਾ ਚਾਹੁੰਦੇ, ਹਨਾ। ਵੀ ਘਰੇ ਹੀ ਬੈਠਣਾ, ਸਾਨੂੰ ਘਰੇ ਬੈਠਿਆਂ ਨੂੰ ਸਾਨੂੰ ਨੌਕਰੀਆਂ ਲਿਆ ਕੇ ਸਾਨੂੰ ਪਰੋਸ ਦਿਓ, ਇੰਨਾ ਨਹੀਂ ਹੁੰਦਾ ਵੀਰੇ, ਮਾਰਕੀਟ ਨਾ, ਇਹ ਬਹੁਤ ਟਫ ਹੈ। ਸਹੀ ਅਪਰੋਚ ਨਹੀਂ ਆ, ਮਤਲਬ ਮੈਂ ਇਹ ਤੇ ਗਲਤ ਤੁਹਾਨੂੰ ਅਪਰੋਚ ਹੈ। ਗਾਈਡ ਕਰੂੰਗਾ ਕਿ ਤੁਸੀਂ ਆਫਿਸ ਜਾਓ ਪਹਿਲਾਂ। ਮੈਂ ਸੀਰੀਅਸਲੀ ਮੈਂ ਤੁਹਾਨੂੰ ਦੱਸਦਾ ਵੀ
ਸਾਡੀਆਂ ਜੇ ਕੋਈ ਕੁਝ ਮਜਬੂਰੀਆਂ ਨਾ ਹੋਣ ਤੇ ਮੈਂ ਵੀ ਆਫਿਸ ਜਾਣਾ ਪਸੰਦ ਕਰੂੰਗਾ। ਹਾਂ ਆਫਿਸ ਸਾਡੀ ਜਾਓ ਯਾਰ ਫੈਮਿਲੀ ਹੈ, ਸਾਡਾ ਘਰ-ਬਾਰ ਇੱਥੇ ਹੁਣ ਬਣ ਗਿਆ, ਚਲੋ ਮਤਲਬ ਅਸੀਂ ਉਸ ਏਜ 'ਚੋਂ ਆ ਗਏ ਹਾਂ, ਸਾਡੇ ਹੁਣ ਘਰ-ਬਾਰ ਬਣ ਗਿਆ ਇੱਥੇ ਤੇ ਸਾਨੂੰ ਰਹਿਣਾ ਪਊਗਾ ਘਰ ਤੇ, ਹਨਾ। ਬਟ ਜਿਹੜਾ ਤੁਸੀਂ ਸਿੱਖੋਗੇ, ਤੁਸੀਂ ਜਿਹੜਾ ਕੁਝ ਸਿੱਖਦੇ ਹੋ ਨਾ ਆਫਿਸ 'ਚ ਰਹਿ ਕੇ, ਜਿਹੜਾ ਕੁਝ ਸਿੱਖਦੇ ਹੋ ਉਹ ਤੁਸੀਂ ਵਰਕ ਫਰੋਮ ਹੋਮ 'ਚ ਸਿੱਖ ਹੀ ਨਹੀਂ ਸਕਦੇ। ਹੁਣ ਅਸੀਂ ਜਾਂਦੇ ਹਾਂ 2-3 ਮਹੀਨੇ ਬਾਅਦ ਤੇ ਬਹੁਤ ਮਜ਼ਾ ਆਉਂਦਾ ਤੇ ਲਰਨਿੰਗ ਇੰਨੀ ਵਧੀਆ ਹੁੰਦੀ ਹੈ ਨਾ। ਸੌਖੀਆਂ ਚੀਜ਼ਾਂ ਯਾਰ ਜਿਹੜੀਆਂ ਤੁਸੀਂ 5 ਮਿੰਟਾਂ 'ਚ ਕਰ ਸਕਦੇ ਹੋ, ਉਹ ਤੁਹਾਨੂੰ ਬਹੁਤ ਔਖੀਆਂ ਹੋਣਗੀਆਂ ਵਰਕ ਫਰੋਮ ਹੋਮ 'ਚ। ਸੋ ਇਹ ਅਪਰੋਚ 'ਚ ਨਾ ਚੱਲੋ ਵੀ ਵਰਕ ਫਰੋਮ ਹੋਮ ਹੀ ਲੈਣਾ। ਵਰਕ ਫਰੋਮ ਹੋਮ ਬਲੈਸਿੰਗ ਵੀ ਹੈ ਤੇ ਇੱਕ ਕਰਸ ਵੀ ਹੈ, ਦੋਨੋਂ ਪ੍ਰੋਜ਼ ਐਂਡ ਕੌਨਸ ਨੇ। ਸੋ ਬਿਲਕੁਲ ਮੈਂ ਤਾਂ ਇਹ ਪ੍ਰੈਫਰ ਕਰਦਾ ਕਿ ਤੁਸੀਂ ਕਰੀਅਰ ਦੀ ਸ਼ੁਰੂਆਤ ਜਿਹੜੀ ਆ ਉਹ ਆਫਿਸ ਤੋਂ ਹੀ ਕਰੋ, ਬਾਅਦ 'ਚੋਂ ਵਿੱਚ ਦੀ ਵਰਕ ਫਰੋਮ ਹੋਮ ਲੈ ਸਕਦੇ ਹੋ, ਠੀਕ ਹੈ। ਮੈਂ 2 ਇਅਰਸ ਤੋਂ ਵਰਕ ਫਰੋਮ ਹੋਮ ਕਰ ਰਹੇ ਹਾਂ, ਪਰ ਉਹ ਨਿਊ EMPLOYEES ਨੂੰ ਨਹੀਂ ਦੇ ਰਹੇ ਵਰਕ ਫਰੋਮ। ਯੈਸ ਰਾਈਟ ਕੇ ਸਿੰਘ, ਬਿਲਕੁਲ ਠੀਕ ਹੈ। ਜਸ਼ਨ, ਥੈਂਕ ਯੂ ਫॉर ਆਸਕਿੰਗ ਦ ਕੁਐਸਚਨ। ਕਿਸੇ ਹੋਰ ਵੀਰੇ ਦਾ ਕੁਐਸਚਨ ਹੋਵੇ ਯਾਰ, ਇੰਡਸਟਰੀ ਦੇ ਬਹੁਤ ਦਿੱਗਜ ਲੋਕ ਬੈਠੇ ਨੇ ਆਪਣੇ ਇੱਕ ਬੰਦਾ ਕੈਨੇਡਾ ਤੋਂ ਬੈਠਾ ਹੈ, ਇੱਕ US ਦੀ ਕੰਪਨੀ ਨੂੰ ਡੀਲ ਕਰ ਰਿਹਾ ਹੈ, ਇੱਕ ਤਾਂ ਸੇਮ ਹੀ ਤੁਹਾਨੂੰ ਪਤਾ ਯਾਰ ਹੀ ਹੈ ਫਿਰ ਸੇਮ। ਕਿਹੜਾ ਕੋਟ ਰਿਹਾ, ਹਨਾ। ਤੇ ਸੋ ਪੁੱਛ ਸਕਦੇ ਹੋ। ਇਹ ਯਾਰ ਵਧੀਆ ਯਾਰ ਕਨਸੈਪਟ ਦਿਖਾਈ, ਹਨਾ। ਸੋਚਿਆ ਵੀ ਨਹੀਂ ਸੀ, ਫ੍ਰੀ ਬ੍ਰਾਂਡ ਕੁਛ ਨਹੀਂ ਸੀ, ਪਰ ਵਧੀਆ ਇਹ ਚੀਜ਼। ਮਤਲਬ ਮੈਂ ਸੋਚ ਰਿਹਾ ਇਹਨੂੰ ਆਪਾਂ ਕੰਟੀਨਿਊ ਕਰ ਸਕਦੇ ਹਾਂ ਕਿ ਇਦਾਂ ਹੀ ਬੰਦੇ ਇਨਵਾਈਟ ਕਰਕੇ। ਆਪਾਂ ਨੂੰ ਕੀ ਲੋੜ ਆ ਉੱਥੇ ਸਟੂਡੀਓ 'ਚ ਜਾ ਕੇ ਭਕਾਈ ਕਰਨ ਦੀ, ਇੱਥੇ ਸਿੱਧਾ ਆਨਲਾਈਨ ਕਰੋ ਯਾਰ, ਜਿੱਥੇ ਮਰਜ਼ੀ ਬੰਦਾ ਬੈਠਾ, ਬੰਦਾ ਹਾਂਜੀ ਬੁਲਾਓ, ਹਾਂਜੀ ਬਿਲਕੁਲ ਹੈ ਨਾ। ਬੰਦਾ ਬਿਲਕੁਲ ਸਹੀ ਗੱਲ ਬੁਲਾਓ ਹੈ। ਤੇ ਸ਼ੇਅਰ ਕਰੋ। ਦੈਟ ਇਜ਼ ਇਟਸ ਆਲਸੋ ਪੋਡਕਾਸਟ ਯਾਰ, ਜਿੱਥੋਂ ਮਰਜ਼ੀ ਬੰਦਾ ਬੁਲਾਓ, ਨਾਲੇ ਆਪਦੀ ਕੰਫਰਟ ਜ਼ੋਨ 'ਚ ਬੰਦਾ ਬੈਠਾ ਹੈ, ਇੱਕ ਟਾਈਮ ਦਿਓ ਤੇ ਲਾਈਵ ਤੁਸੀਂ ਗੱਲਾਂ ਬਾਤਾਂ ਮਾਰੋ। ਇਹ ਤੋਂ ਉੱਪਰ ਪੋਡਕਾਸਟ ਕੀ ਹੋਊਗਾ? ਲਾਈਵ ਆਡੀਅנס ਬੈਠੀ ਹੈ ਆਪਣੇ ਲਵੇ, ਜਿਹੜੀ ਹਾਂਜੀ ਕੁਐਸਚਨ ਪੁੱਛ ਰਹੀ ਹੈ, ਹਨਾ। ਇਟਸ ਅ ਗ੍ਰੇਟ ਆਈਡੀਆ ਯਾਰ ਐਕਚੁਅਲੀ। ਬਹੁਤ ਵਧੀਆ ਬਹੁਤ ਵਧੀਆ। ਇਨੋਵੇਸ਼ਨ। ਠੀਕ ਹੈ, ਚਲੋ ਕੰਟੀਨਿਊ ਕਰੋ। ਸੌਰੀ ਯਾਰ ਮੈਂ ਤੁਹਾਨੂੰ ਸਰ C++ ਪ੍ਰੋਜੈਕਟ ਆਈਡੀਆ। ਅਨਮੋਲ ਯਾਰ C++ ਪ੍ਰੋਜੈਕਟ ਆਈਡੀਆ ਮੈਂ ਤੁਹਾਨੂੰ ਲੱਭ ਕੇ ਦਊਂਗਾ। ਜਨਰਲੀ C++ ਦੇ ਪ੍ਰੋਜੈਕਟ ਆਈਡੀਆ ਇਦਾਂ ਨਹੀਂ ਹੁੰਦੇ, ਛੋਟੀਆਂ ਮਤਲਬ ਉਹ ਹੁੰਦੀਆਂ, ਕਿਆ ਕਹਿੰਦੇ ਉਹਨੂੰ, ਅਸਾਈਨਮੈਂਟਸ ਹੁੰਦੀਆਂ ਨੇ। ਤੁਸੀਂ ਉਹ ਨਹੀਂ ਪ੍ਰੋਜੈਕਟ ਹੋਊਗਾ ਕਿ ਤੁਸੀਂ UI ਵਗੈਰਾ ਬਣਾ ਕੇ ਦਿਖਾਓਗੇ। ਹੁੰਦੀ ਆ UI ਵੀ UI 'ਚ ਵੀ ਬਣਦੇ ਆ ਪ੍ਰੋਜੈਕਟ, ਬੇਸਿਕਲੀ 'ਚ Qt ਦੀਆਂ ਲਾਇਬ੍ਰੇਰੀਜ਼ ਯੂਜ਼ ਹੁੰਦੀਆਂ, ਠੀਕ ਹੈ। ਹਾਂ ਬੂਸਟ ਬਟ ਨਾਲ ਲਾਇਬ੍ਰੇਰੀ, ਕੋਈ ਹੋਰ ਬੂਸਟ ਫॉर ਲਾਇਬ੍ਰੇਰੀ ਫਰੰਟ ਐਂਡ ਲਈ ਯੂਜ਼ ਤੁਸੀਂ ਕੁਝ ਹੁੰਦੀ ਹੈ। ਹੋਰ ਯੂਜ਼ ਕਰ ਲਿਓ। ਨਹੀਂ ਉਹਦੇ 'ਚ C++ ਦੀ ਹੁੰਦੀ ਆ, ਉਹ Qt ਲਾਇਬ੍ਰੇਰੀਜ਼ ਹੁੰਦੀਆਂ, ਉਹਦੇ ਨਾਲ UI ਬਣ ਜਾਂਦੀ ਆ। ਮਤਲਬ ਹਾਂ, ਉਸ ਤਰ੍ਹਾਂ ਦੇ ਤੁਹਾਨੂੰ ਮੈਂ ਦੱਸੂਗਾ ਲੱਭ ਕੇ, ਮੈਨੂੰ ਮੈਸੇਜ ਕਰ ਦਿਓ ਇੰਸਟਾਗ੍ਰਾਮ ਤੇ। ਅਗਲੇ ਸਾਲ ਤੋਂ ਸ਼ੁਰੂ ਕਰਨੀ ਆ ਕੋਡਿੰਗ ਜਰਨੀ, ਪਰ ਇੱਕ ਅਫਵਾਹ ਹੈ AI ਜੌਬਸ ਘੱਟ ਕਰੂ। ਕੁਛ ਨਹੀਂ ਕਰਦੀ AI ਜੌਬਸ ਨਹੀਂ ਕਰ ਘੱਟ। AI ਫਿਰ AI ਬਣਾਉਣ ਲੱਗ ਜਾਗੇ ਆਪਾਂ, ਹੋਰ ਕੀ ਹੈ। ਹਾਂ ਆਪਾਂ AI ਬੇਸ ਛੱਡ, ਤਾਂ ਬੇਸ ਤਾਂ ਕਰਨਾ ਪੈਣਾ ਨਾ, ਪਹਿਲਾਂ ਬੇਸਿਕ ਹਾਂ ਪੜ੍ਹਾਈ ਤਾਂ ਕਰਨੀ ਪੈਣੀ ਹੈ ਨਾ, ਪਹਿਲਾਂ 2+2 4 ਤਾਂ ਸਿੱਖਣਾ ਹੀ ਪੈਣਾ, ਉਹ ਤਾਂ ਸਿੱਖਣਾ ਹੀ ਫੇਰ ਪੈਣਾ। ਕਿਤੇ ਜਾ ਬੇਸ ਕੇ ਤਾਂ ਤੁਸੀਂ ਫਾਊਂਡੇਸ਼ਨ ਤਾਂ ਸਭ ਦੀ ਸੇਮ ਹੀ ਹੈ ਯਾਰ, ਕੁਛ ਮਰਜ਼ੀ ਹਾਂ ਬਣਾਈ ਜਾਓ ਉੱਪਰ ਤਾਂ। ਬੇਸ ਆਊਗਾ ਤੇ ਤੁਸੀਂ ਫਾਸਟ ਲਰਨ ਕਰ ਪਾਓਗੇ AI ਨੂੰ। ਬਿਲਕੁਲ ਅੱਜ ਕੱਲ ਮੈਂ ਇੱਕ ਜੋਬ ਦੇਖ ਰਿਹਾ ਸੀ ਯਾਰ, ਮੈਂ ਤੈਨੂੰ ਸਹੀ ਦੱਸਦਾ ਵੀ ਅੱਜ ਕੱਲ ਪਤਾ ਕਿੱਦਾਂ ਜੋਬ ਆਉਣ ਲੱਗੀਆਂ। ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਅਸੀਂ ਉਹ ਬਣਾ ਰਹੇ ਹਾਂ ਇੱਕ ਬੇਸਿਕਲੀ ਨੋ ਕੋਡ ਵਾਲਾ ਟੂਲ, ਹਾਂਜੀ ਤੇ ਹਾਂਜੀ ਜੋਬ ਮੈਂ ਪੜ੍ਹੀ ਸੀ C++ ਦੀ, ਮੈਂ ਵੈਸੇ ਹੀ ਸਰਚ ਕਰ ਰਿਹਾ ਸੀ ਲਿੰਕਡਇਨ ਤੇ ਉਹ ਜੋਬ ਕੀ ਸੀ? ਜੋਬ ਇਹ ਸੀ ਕਿ AI ਰਿਟਨ ਕੋਡ ਤੁਸੀਂ ਰਿਵਿਊ ਕਰਨਾ C++ ਦਾ। ਓਕੇ। ਹੁਣ ਜੇ ਤੁਹਾਨੂੰ C++ ਆਉਂਦੀ ਹੋਊਗੀ ਤਾਂ ਹੀ AI ਦਾ ਕੋਡ ਵੀ ਤਾਂ ਹੀ ਰਿਵਿਊ ਕਰੋਗੇ ਨਾ, ਜਦੀ ਤੁਸੀਂ ਉਹਦੇ ਸਮਝੇ ਹੋ। ਸਿੰਟੈਕਸ ਦੇ ਹੁਣ ਕੋਈ ਰਿਕਾਰਡਿੰਗ ਮੰਨ ਲਈ ਲਓ ਤੁਸੀਂ AI ਕੰਪਨੀ AI ਬਣਾ ਰਹੀ ਆ, ਆਪਦੀ AI ਬਣਾ ਰਹੀ ਆ, ਹੂੰ ਉਹ ਹੁਣ ਉਹ ਦੇਖ ਰਹੀ ਹੈ ਵੀ ਸਾਡੀ AI ਕੋਡ ਸਹੀ ਵੀ ਲਿਖ ਰਹੀ ਹੈ ਕਿ ਨਹੀਂ। ਉਹਦੇ ਵਾਸਤੇ ਕੌਣ ਦੇਖੂਗਾ? ਉਹ ਇੰਜੀਨੀਅਰ ਹੀ ਦੇਖਣਗੇ, ਜਿਹਨੂੰ C++ ਆਉਂਦੀ ਹੋਊਗੀ, ਜਿਹਨੂੰ ਪੁਰਾਣਾ ਸਟੈਕ ਓਵਰਫਲੋ ਤੇ ਪੁਰਾਣੇ ਕਨਸੈਪਟ ਆਉਂਦੇ ਨੇ, ਉਹੀ ਸੈੱਟ ਕਰ ਪਾਊਗਾ ਨਾ। ਸੋ ਇਹ ਚੀਜ਼ਾਂ ਭੁੱਲ ਬਿਲਕੁਲ ਜਾਓ, ਇਹ ਸਭ ਬਕਵਾਸ ਹੈ। ਇਹ ਆਪਣਾ ਮਨ ਹੈ ਨਾ ਬਿਲਕੁਲ। ਜਿਹੜਾ ਇਹ ਆਪਾਂ ਮਨ ਨੋਡ ਦਾ ਤੇ ਕੰਟਰੋਲ ਕਰ ਜਾਵਾਸਕ੍ਰਿਪਟ ਸਕਦੇ। ਦਾ ਨਾ ਇੱਕ ਟੂਲ ਹੁੰਦਾ ਆ, ਸ਼ਾਇਦ ਤੁਹਾਨੂੰ ਆਈਡੀਆ ਹੋਵੇ, ਪਹਿਲਾਂ ਹੀ ਸੋਨਾਰ ਟੂਲ ਕਰਕੇ ਹੁੰਦਾ ਆ, ਸੋਨਾਰ ਸ਼ਾਇਦ ਸੁਣਿਆ ਹੋਵੇ। ਹੂੰ ਤੇ ਉਹ ਟੂਲ ਪ੍ਰੋਪਰ ਮਤਲਬ ਕਿ ਇਹੀ ਚੀਜ਼ ਲਈ ਹੈ, ਮਤਲਬ ਉਹ ਐਕਸਟੈਂਸ਼ਨ ਵੀ ਆ, ਆਪਾਂ ਵਿਜ਼ੂਅਲ ਸਟੂਡੀਓ ਕੋਡ ਤੇ ਆਪਾਂ ਕਰ ਸਕਦੇ ਹਾਂ। ਇਹ ਤੁਸੀਂ ਉਹ ਤੁਹਾਡੇ ਕੋਲੇ ਉਹ ਐਕਸਟੈਂਸ਼ਨ ਹੈਗੀ, ਤੁਸੀਂ ਕੋਡ ਲਿਖ ਲਿਓ, ਲਿਖਦੀ ਹੋਈ ਤੁਹਾਨੂੰ ਦੱਸ ਦੂਗਾ ਵੀ ਤੁਹਾਡਾ ਸਿੰਟੈਕਸ ਐਰਰ ਹੈ, ਕਿਉਂਕਿ ਉਹ ਓਕੇ ਪਹਿਲਾਂ ਹੀ ਚੈੱਕ ਕਰ ਸੋਨਾਰ ਸੁਣਾ ਲਿੰਟ ਕਰਕੇ ਹਾਂਜੀ ਹਾਂਜੀ ਲਿੰਟ ਹੈਗੀ, ਹਾਂਜੀ ਸੁਨਾਰ ਹੈਗਾ, ਲਿੰਟ ਹੈਗਾ। ਇਹ ਜਾਵਾਸਕ੍ਰਿਪਟ ਦਾ ਟੂਲ ਹੈ ਸ਼ਾਇਦ, ਟੂਲ ਕਹਿ ਹੂੰ ਲਓ, ਮੋਡਿਊਲ ਕਹਿ ਲਓ ਅਲੱਗ ਤੋਂ ਤਾਂ ਉਹ ਆਟੋਮੈਟਿਕਲੀ ਤੁਹਾਡੇ ਕੋਡ ਨੂੰ ਜਦੋਂ ਤੁਸੀਂ ਕੋਡਿੰਗ ਕਰ ਰਹੇ ਹੋ ਉਦੋਂ ਹੀ ਤੁਹਾਨੂੰ ਦੱਸ ਦੇਣਗੇ ਕਿ ਇਹ ਸਿੰਟੈਕਸ ਲਈ ਕਰੈਕਟ ਨਹੀਂ ਹੈਗਾ, ਇਹ ਐਕਸੈਪਸ਼ਨਲ ਦਊਗਾ, ਜਾਂ ਆਹ ਫੰਕਸ਼ਨ ਸਹੀ ਨਹੀਂ ਤੁਸੀਂ ਲਿਖਿਆ। ਤਾਂ ਉਹ ਟੂਲ ਵੀ ਤਾਂ ਕੋਈ ਨਾ ਕੋਈ ਬਣਾਉਂਦਾ ਹੋਊਗਾ ਨਾ। ਐਕਸਟੈਂਸ਼ਨਸ ਹੂੰ ਨੋਰਮਲ ਆਪਣੇ ਵਰਗੇ ਡਿਵੈਲਪਰਸ ਹੀ ਬਣਾਉਂਦੇ ਆ, ਉਹ ਬਿਲਕੁਲ ਤਦ ਹੀ ਬਣਾ ਪਾਉਣਗੇ ਜੇ ਆਪਾਂ ਨੂੰ ਪੂਰੇ ਸਿੰਟੈਕਸ ਦੀ ਤੇ ਕਿੱਦਾਂ ਐਕਸੈਪਸ਼ਨ ਆ ਸਕਦੀ ਆ ਉਹ ਸਾਰੀ ਚੀਜ਼ਾਂ ਦੀ ਨੌਲੇਜ ਹੋਊਗੀ। ਤੇ ਬੇਸ ਤਾਂ ਚਾਹੀਦਾ ਹੀ ਹੈ, ਫਿਰ ਉੱਥੇ ਆ ਜਾਂਦੀ ਹੈ ਗੱਲ। ਬਿਲਕੁਲ ਜੀ, ਲੈ ਜਿਵੇਂ ਕਹਿੰਦੇ ਨੇ ਕਿ AI ਜੌਬ ਖਾਏਗੀ, ਮੈਨੂੰ ਲੱਗਦਾ ਕਿ ਜੌਬ ਉਹ ਪਰਸਨ ਖਾਏਗਾ ਜਿਹਨੇ AI ਨੂੰ ਅਡੈਪਟ ਕਰ ਲਿਆ, ਚਾਹੇ ਉਹ ਬਿਲਕੁਲ ਲਰਨਿੰਗ ਲਈ ਹੋ ਗਿਆ, ਚਾਹੇ ਉਹ ਆਪਣੀ ਪ੍ਰੋਡਕਟਿਵਿਟੀ ਲਈ ਹੋ ਗਿਆ, ਕੋਡ ਰਾਈਟ ਕਰਨ ਲਈ ਹੋ ਗਿਆ, ਕੁਝ ਵੀ ਹੈ।
ਵੱਧ ਤੋਂ ਵੱਧ ਤੇ ਏਆਈ ਨੂੰ ਯੂਜ਼ ਕਰਨਾ ਸਟਾਰਟ ਕਰੋ ਯਾਰ। ਆਪਣੀ ਪ੍ਰੋਡਕਟਿਵ ਜੇ ਤੁਸੀਂ ਏਆਈ ਨੂੰ ਨਹੀਂ ਯੂਜ਼ ਕਰ ਰਹੇ ਫਿਰ ਤੁਸੀਂ ਪ੍ਰੋਬਲਮ ਦੇ ਵਿੱਚੋਂ। ਬਿਲਕੁਲ ਸਿੰਪਲ ਜੀ ਗੱਲ, ਜਿਹੜਾ ਬੰਦਾ ਸਿਮਿਲਰਲੀ ਏਆਈ ਆ ਯੂਜ਼ ਕਰ ਰਿਹਾ ਉਹ ਤੁਹਾਡੀ ਜੋਬ ਖਾ ਜਾਊਗਾ। ਬਿਲਕੁਲ ਸਹੀ ਹੈ। ਸਿਮਿਲਰਲੀ ਕੰਪਿਊਟਰ ਦੀ ਤਰ੍ਹਾਂ ਯਾਰ, ਜਦੋਂ ਤੱਕ ਕੰਪਿਊਟਰ ਨਹੀਂ ਸੀਗਾ, ਹੁਣ ਅੱਜ ਕੱਲ ਸਾਰੇ ਗਵਰਨਮੈਂਟ ਡਿਪਾਰਟਮੈਂਟ 'ਚ ਕਿੱਦਾਂ ਆਨਲਾਈਨ ਕਰਤਾ ਹੈ ਸਾਰਾ ਕੁਝ। ਜਿਹੜੇ ਡਿਪਾਰਟਮੈਂਟ ਆਨਲਾਈਨ ਨਹੀਂ ਹੈਗੇ ਹਜੇ ਵੀ ਕਿੰਨਾ ਦਿੱਕਤ ਆ ਰਹੀਆਂ ਨੇ ਪੇਪਰ ਵਰਕ ਨਾਲ, ਹੋਰ ਕਿੰਨਾ ਕੁਝ ਹੈ। ਪੰਜਾਬ ਦੀ ਗੱਲ ਕਰ ਲਓ ਜੇ ਆਪਾਂ, ਹਾਂਜੀ ਤੇ ਉਹ ਹੁਣ ਯਾਰ ਸਾਰੇ ਹੀ ਬਾਕੀ ਚਾਹੁੰਦੇ ਨੇ ਕਿ ਆਨਲਾਈਨ। ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਜੇ ਤੁਸੀਂ ਆਲੇ ਦੁਆਲੇ ਓਪਰਚੁਨਿਟੀਆਂ ਦੇਖੋ ਤੁਸੀਂ, ਹਲੇ ਤਾਂ ਆਪਾਂ ਆਨਲਾਈਨ ਵੀ ਨਹੀਂ ਹੋਏ ਯਾਰ, ਕਈ ਥਾਵਾਂ ਤੇ ਤਾਂ ਆਪਾਂ ਆਨਲਾਈਨ ਨਹੀਂ ਹੀ ਨਹੀਂ। ਹੋਏ, ਬਹੁਤ ਜਗ੍ਹਾ ਤੇ ਨਹੀਂ ਹੋਏ ਯਾਰ ਹਜੇ ਤੁਸੀਂ ਵੀ। ਤੁਸੀਂ ਏਆਈ ਤੋਂ ਡਰੀ ਜਾਂਦੇ ਹੋ ਭਰਾਵਾ, ਤੁਸੀਂ ਆਨਲਾਈਨ ਤਾਂ ਹੋ ਜਾਓ ਪਹਿਲਾਂ। ਕਿੰਨੀਆਂ ਓਪਰਚੁਨਿਟੀਆਂ ਪੰਜਾਬ 'ਚ ਹੀ ਦੇਖ ਲਓ। ਚਲੋ ਮੈਂ ਕਹਿੰਦਾ ਦੇਖੋ, ਓਪਰਚੁਨਿਟੀ ਤਾਂ ਸਾਰੇ ਕਿਤੇ ਵੀ ਆ ਨਾ। ਤੁਸੀਂ ਕੋਈ ਆਫਲਾਈਨ ਕੰਮ ਚੱਕ ਲਓ, ਉਹਨੂੰ ਆਨਲਾਈਨ ਕਨਵਰਟ ਕਰ ਦਿਓ। ਡੈਟ ਇਜ਼ ਆਲਸੋ ਐਨ ਆਈਡੀਆ ਯਾਰ। ਉਹਦੀ ਕੋਈ ਐਪ ਬਣਾ ਲਓ। ਹਾਲੇ ਤਾਂ ਉਹ ਤਾਂ ਬੰਦਾ ਡਰੇ ਬਈ, ਵੀ ਜਿਹਦਾ ਆਨਲਾਈਨ ਕੰਮ ਚੱਲ ਰਿਹਾ ਵੀ ਹੁਣ ਏਆਈ ਕਰੂਗੀ। ਇਹ ਤਾਂ ਹਾਲੇ ਆਪਾਂ ਆਫਲਾਈਨ ਤੇ ਹੀ ਤੁਰੇ ਫਿਰਦੇ ਹਾਂ, ਕਾਗਜ਼ਾਂ ਤੇ ਹੀ ਤੁਰੇ ਫਿਰਦੇ ਹਾਂ ਆਪਾਂ ਤਾਂ। ਉਹ ਤੇ ਕਾਗਜ਼ੀ ਯਾਰ, ਫਾਈਲਾਂ ਤੇ ਤੁਰੇ ਫਿਰਦੇ ਹਾਂ, ਮੈਨੂਅਲੀ ਹੁਣ ਫਿਰਦੇ ਹਾਂ ਤੁਸੀਂ ਨਾ। ਇਹ ਲਾ ਲਓ, ਹੁਣ ਹਜੇ ਵੀ ਆਪਣੇ ਇੰਡੀਆ 'ਚ ਜਿਵੇਂ ਬੈਂਕ ਅਕਾਊਂਟ ਖੋਲ੍ਹਣਾ ਆ ਤਾਂ ਆਪਾਂ ਨੂੰ ਬੈਂਕ 'ਚ ਜਾ ਕੇ ਖਿਲਾਉਣਾ ਪੈਂਦਾ, ਦੇਖੋ ਹਨਾ। ਪਰ ਮੈਂ ਇੱਥੇ ਦੇਖਿਆ ਕਿ ਇੱਥੇ ਮੈਂ ਅਕਾਊਂਟ ਘਰੇ ਬਹਿ ਕੇ ਖੋਲ੍ਹਿਆ, ਆਪਦਾ ਅਕਾਊਂਟ ਘਰੇ ਬਹਿ ਕੇ ਖੋਲ੍ਹਿਆ, ਕਿਉਂਕਿ ਉਹਨਾਂ ਨੇ ਸਾਰੇ ਡਾਕੂਮੈਂਟ ਮੇਰੇ ਤੋਂ ਘਰੇ ਬੈਠੇ ਲੈ ਲਏ। ਉਹਨਾਂ ਦੀ ਵੈਬਸਾਈਟ ਉਹਨਾਂ ਦੀ ਇੰਨੀ ਵਧੀਆ ਸੀ, ਮਤਲਬ ਕਿ ਹੁਣ ਸਾਰਾ ਕੁਝ ਉਹਨਾਂ ਨੇ, ਮਤਲਬ ਜਿੰਨੇ ਵੀ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਸੀ, ਰਿਕੁਆਇਰਡ ਡਾਕੂਮੈਂਟ, ਉਹਨਾਂ ਨੇ ਘਰੋਂ ਹੀ ਸਕੈਨਡ ਕਾਪੀਜ਼ ਅਪਲੋਡ ਕਰਨ ਨੂੰ ਕਿਹਾ। ਦੈਟਸ ਇਟ। ਉਹਨਾਂ ਨੇ ਅਕਾਊਂਟ ਖੋਲ੍ਹ ਕੇ ਮੈਨੂੰ ਫੜਾਤਾ, ਪੈਸੇ ਜਮ੍ਹਾਂ ਕਰਾਓ, ਹੂੰ ਕੋਈ ਚੱਕਰ ਨਹੀਂ, ਸਭ ਕੁਝ ਜਿਵੇਂ ਵੀ ਹੈ। ਮਤਲਬ ਇੱਕ ਵੀ ਵਿਜ਼ਿਟ ਮੈਨੂੰ ਲੋੜ ਨਹੀਂ ਪਈ ਹੈਗੀ ਬੈਂਕ ਜਾਣ ਦੀ, ਓਬਵੀਅਸ, ਕਿਉਂਕਿ ਆਪਣਾ ਜਿਹੜੇ ਡਿਵੈਲਪਰਸ ਨੇ ਉਹਨਾਂ ਨੇ ਕੰਮ ਬਹੁਤ ਸੋਹਣਾ ਕਰਿਆ ਹੋਇਆ ਸੀਗਾ। ਹੂੰ ਉਹ ਚੀਜ਼ ਹੈ। ਹਾਂ, ਪਰ ਆਪਾਂ ਇਹ ਵੀ ਮੈਂ ਕਹੂੰਗਾ ਕਿ ਹਾਂ, ਇੰਡੀਆ ਦੀ ਬੈਂਕਿੰਗ ਸਿਸਟਮ ਬਹੁਤ ਜ਼ਿਆਦਾ ਸਿਕਿਉਰ ਆ ਕੈਨੇਡਾ ਨਾਲੋਂ, ਇੱਧਰ ਵੈਸਟਰਨ ਕੰਟਰੀ ਨਾਲੋਂ ਬਹੁਤ ਜ਼ਿਆਦਾ ਅੱਛਾ ਸਿਕਿਉਰ ਹੈ ਇੰਡੀਆ ਦੀ, ਅੱਛਾ ਬਹੁਤ ਜ਼ਿਆਦਾ ਸਿਕਿਉਰ ਹੈ। ਕਿਉਂਕਿ ਇੱਥੇ ਯਾਰ ਆਮ ਹੈ ਕਿ ਜਿਹੜੇ ਕ੍ਰੈਡਿਟ ਕਾਰਡ ਨੇ ਨਾ, ਜਿੰਨੇ ਵੀ ਕ੍ਰੈਡਿਟ ਕਾਰਡ ਨੇਗੇ ਉਰੇ, ਪਿੰਨ ਭਰਨਾ ਹੀ ਨਹੀਂ ਪੈਂਦਾ ਮੋਸਟਲੀ। ਕਿਤੇ ਵੀ ਜਾਓ ਤੁਸੀਂ ਸ਼ੋਪਿੰਗ ਕਰਨੀ ਹੈ, ਸਿਰਫ ਕ੍ਰੈਡਿਟ ਕਾਰਡ ਟੈਪ ਕਰ ਦਿਓ, ਪਿੰਨ ਨਹੀਂ ਭਰਨਾ ਪਊਗਾ ਕੁਝ ਸੈਟ ਆਫ ਡਾਲਰਸ ਤੱਕ। ਤੇ ਮੰਨ ਲਓ ਤੁਹਾਡਾ ਕ੍ਰੈਡਿਟ ਕਾਰਡ ਕਿਤੇ ਗਿਰ ਜਾਂਦਾ, ਚੋਰੀ ਹੋ ਗਿਆ, ਤਾਂ ਉਹ ਸਮਝ ਲਓ ਉਹਨੇ ਡਾਲਰਸ ਤੱਕ ਗਏ ਜਿੰਨੀ ਤੁਹਾਡੀ ਲਿਮਿਟ ਸੈੱਟ ਕੀਤੀ ਹੋਈ ਹੈ, ਕਿਉਂਕਿ ਉਹਦੇ ਲਈ ਕੋਈ ਪਿੰਨ ਦੀ ਲੋੜ ਨਹੀਂ ਹੈਗੀ, ਸਿਰਫ ਸਕੈਨ ਕਰਨਾ ਤੇ ਚਲੋ ਜੀ, ਡਨ ਪੇਮੈਂਟ ਹੈ। ਠੀਕ ਹੈ। ਤੇ ਟ੍ਰਾਂਸਫਰ, ਜਿੱਦਾਂ ਆਪਾਂ ਪੈਸੇ ਟ੍ਰਾਂਸਫਰ ਕਰਦੇ ਹਾਂ, ਯੂਪੀਆਈ ਆਪਣੇ ਕੋਲ ਹੈਗੀ ਇੰਡੀਆ 'ਚ, ਇੱਥੇ ਯੂਪੀਆਈ ਨਹੀਂ ਹੈਗੀ। ਯੂਪੀਆਈ ਇੰਪਲੀਮੈਂਟ ਕਰਨ ਤੋਂ ਬਹੁਤ ਜ਼ਿਆਦਾ ਡਰ ਰਹੇ ਇਹ, ਪਤਾ ਨਹੀਂ ਕਿਉਂ, ਕੀ ਚੱਕਰ ਹੈ। ਕੇ ਸਿੰਘ ਭਾਜੀ ਬਹੁਤ ਚੰਗਾ ਲਿਖ ਰਹੇ ਨੇ ਯਾਰ। ਕਹਿੰਦੇ ਕੁਝ ਨਿਊ ਸਟੂਡੈਂਟਸ ਸੁਣੋ ਨੂੰ ਸੁਣੋ, ਮੇਰੇ ਹਿਸਾਬ ਨਾਲ ਪਹਿਲਾਂ ਹਾਰਡ ਲੈਂਗੁਏਜ ਸਿੱਖਣੀ ਚਾਹੀਦੀ, ਫਿਰ ਬਾਅਦ ਚ ਲੈਂਗੁਏਜ ਸਵਿਚ ਕਰਨ ਚ ਦਿੱਕਤ ਨਹੀਂ ਆਉਂਦੀ ਕਦੀ। ਫਿਰ C++, ਸਿੱਖਣੀ ਚਾਹੀਦੀ ਹੈ। ਬਿਲਕੁਲ ਐਗਰੀ ਕਰਦੇ ਹਾਂ ਵੀਰੇ, ਬਿਲਕੁਲ ਐਗਰੀ ਬਿਲਕੁਲ। ਕਰਦੇ ਹਾਂ ਭਾਜੀ। ਤੁਹਾਡਾ ਕੀ ਐਕਸਪੀਰੀਅੰਸ ਹੈ ਕੇ ਸਿੰਘ? ਤੁਸੀਂ ਸਟਾਰਟਿੰਗ ਤੋਂ ਜੁੜੇ ਹੋ ਸਾਡੇ ਨਾਲ, ਹਿਊਜ ਰਿਸਪੈਕਟ ਫॉर ਯੂ। ਜਿਹੜੇ ਬੰਦੇ ਇਸ ਟਾਈਮ ਜੁੜੇ ਹੋਏ ਨਾ ਇਹ ਲਾਈਵ ਆਪਣੇ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ, ਜਿਹੜੇ ਬੰਦੇ YouTube ਲਾਈਵ ਤੇ ਆ ਰਹੇ ਨੇ ਇਹ ਖਾਸ ਹੀ ਬਾਲੇ ਨੇ, ਪੱਕੇ ਨੇ ਇਹ ਹੀਰੇ ਹੀ ਨੇ। ਇਹ ਮੈਨੂੰ ਹੀਰੇ। 10 ਕੁ ਬੰਦੇ ਹੀ ਨੇ ਤੇ ਬਾਈ ਆਉਂਦੇ ਨੇ ਇਹ। ਉਹ ਹੁੰਦਾ ਨਹੀਂ ਕਿ ਭਾਈ ਨੇ ਕਹਾ तो हम आएंगे, ਚਾਹੇ ਥਪੜੇ ਹੀ ਹਾਂ, ਪੈਣ ਜਾ ਕੇ ਇਹ ਉਹ ਉਹੀ ਤਾਂ ਕਿਹਦੀ ਕਹਿ ਹੁੰਦੀ ਰਿਹਾ ਵੀ ਉਹ ਕਿਹਦੀ ਹੁੰਦੀ ਕੁਝ ਆ ਉਹ। ਬੰਦੇ ਨਾ ਉਹੀ ਹੁੰਦੇ ਨੇ ਵੀ, ਜਿਵੇਂ ਉਹ ਹਾਂ ਨਹੀਂ ਕਹਿੰਦਾ ਹੁੰਦਾ, ਕਿਹੜਾ ਵੀ ਕੁਝ ਸ਼ਾਇਰ, ਵੀ ਹੈ ਤਾਂ ਮੈਨੂੰ ਨਾਮ ਨਹੀਂ ਦੇਖਾਂਗੇ, ਪਤਾ। ਕੁਝ ਵੀ ਬੋਲੋਗੇ ਤਾਂ ਦੇਖਾਂਗੇ ਸੁਣਾਂਗੇ। ਤੇ ਮੈਂ ਉਹ ਕਿਹੜਾ ਯਾਰ, ਉਹ ਬਹੁਤ ਕਮੇਡੀਅਨ ਜਿਹਾ ਬੰਦਾ, ਉਹ ਕੀ ਨਾਮ ਹੈ ਭੁੱਲ ਗਿਆ ਉਹਦਾ। ਬੜਾ ਅੱਛਾ ਕਰਦਾ ਹੁੰਦਾ। ਉਹ ਕਹਿੰਦਾ हमारे लोंडों का, कहता हार्डवेयर रिलेशनशिप होती है हमारी, ना दोस्ती ना ਹਾਂ ਹਾਂ, हार्डवेयर पे चल रही है, कहता रिश्तों पे चल रही है। कहता भाई ने फ़ोन करा कि आ जाओ मेरी ਲੜਾਈ लड़ाई ਹੋ ਗਈ, होगी। कहता ਲੜਾਈ हो मोटरसाइकिल को मैं चाबी लगाते हुए मुझे पता है कि मेरे पड़ेगी, उसकी ही पड़ेगी मेरी पड़ेगी। कहता लेकिन हम आते हैं, हमारा ये गई। होता है कि हम आते हैं। ਤੇ ਉਹ ਹਿਸਾਬ ਆ ਬਾਈ, ਮਾਰਕਾ ਸਿਰਾ ਯਾਰ। ਮਾਰਕਾ। ਉਹ ਸਿਰੋਂ ਵੀਰੇ, ਥੈਂਕਸ ਕੇ ਸਿੰਘ ਵੀਰੇ। ਨਾਮ ਕੀ ਹੈ ਤੁਹਾਡਾ ਪੂਰਾ? ਮੇਰੀ ਬਾਈ ਤੁਹਾਡੇ ਨਾਲ ਕਾਫੀ ਵਾਰ ਗੱਲ ਹੋਈ ਆ ਇੰਸਟਾ ਤੇ, ਨਾਲ ਨਾਲ ਮੈਂ ਆਪਣਾ ਕੰਮ ਕਰ ਰਿਹਾ ਸੀ, ਨਾਲ ਨਾਲ ਲਾਈਵ ਦੇਖ ਰਿਹਾ ਸੀ। ਵੈਰੀ ਗੁੱਡ ਯਾਰ। ਨਾਮ ਕੀ ਹੈ ਵੀਰੇ? ਕੋ ਐਕਚੁਅਲੀ ਇੰਸਟਾ ਤੇ ਤੁਹਾਡੀ ਹੁਣ ਹੋਰ ਪ੍ਰੋਫਾਈਲ ਹੈ, ਇੱਧਰ ਹੋਰ ਪ੍ਰੋਫਾਈਲ ਹੈ ਨਾ, ਤਾਂ ਮੈਨੂੰ ਸਮਝ ਚ ਨਹੀਂ ਆਉਂਦਾ। ਓਬੀਅਸ ਆ। ਬੱਸੀ, ਹਾਂ ਬੱਸੀ ਨਹੀਂ ਵੀਰੇ, ਦੂਜਾ ਜਸ਼ਨ। ਬੱਸੀ ਇਹ ਦੀ ਗੱਲ ਨਹੀਂ ਤਕੜੇ ਕਰ ਰਿਹਾ, ਇੱਕ ਹੋਰ ਹੈ। ਕੀ ਨਾਮ ਉਹਦਾ? ਇਹ ਚਲੋ ਇਹ ਐਨੀਵੇਜ਼। ਤਕੜੇ ਬੰਦੇ ਨੇ ਜਿਹੜੇ ਸੇਮ ਨਾਮ ਤੇ YouTube ਚੈਨਲ ਵੀ ਬਣਾ ਲੈਂਦੇ ਨੇ ਤੇ same ਨਾਮ ਤੇ ਸਹੀ ਗੱਲ ਆ, ਸਹੀ ਗੱਲ ਆ। ਆਸ਼ੀਸ਼ ਇਹ ਕੁਮਾਰ, ਹਰ ਹਾਏ ਇੱਕ ਦੀ ਹੈਲੋ ਬਸ ਦੀ ਆਸ਼ੀਸ਼ ਗੱਲ ਨਹੀਂ ਕੁਮਾਰ। ਹੈਗੀ। ਮੇਰੀ ਤਾਂ ਆਹੀ ਹੈ, ਠੀਕ ਹੈ। ਹਰਸ਼ ਗੁਜਰਾਲ ਇਹ ਨਹੀਂ ਹੈਗਾ ਵੀਰੇ। ਚਲੋ ਆਪਾਂ ਕੀ ਗੱਲ ਕਰ ਰਹੇ ਸੀਗੇ? ਜਸਕਰਨ ਨੂੰ ਪੁੱਛਣਾ ਸੀਗਾ ਕੁਛ ਯਾਰ, ਮੈਂ ਜਸਕਰਨ ਬਾਰੇ ਜਾਣਨਾ ਚਾਹੁੰਦਾ ਸੀਗਾ ਹੋਰ। ਤੇ ਜਸਕਰਨ, ਤੁਹਾਡੀ ਰਾਤ ਨੂੰ ਮੀਟਿੰਗ ਹੁੰਦੀ ਹੈ, ਕੀ ਹਿਸਾਬ ਹੁੰਦਾ? ਹਾਂਜੀ, ਉਹਨਾਂ ਦਾ ਦਿਨ ਦਾ ਟਾਈਮ ਹੁੰਦਾ ਹੈ ਤੇ ਫਿਰ ਸਾਡੇ ਇੱਥੇ ਕਹਿ ਲਓ 7:30 ਦਾ ਟਾਈਮ ਹੁੰਦਾ ਸ਼ਾਮ ਦਾ, ਜਦੋਂ ਗੱਲ ਹੁੰਦੀ ਹੈ। ਉਹ ਓਏ ਫਿਰ ਹੋਏ। ਜਿਵੇਂ ਕਿ R&D ਕਰਨੀ ਹੁੰਦੀ ਹੈ ਕਿਸੇ ਸਪੈਸੀਫਿਕ ਟੌਪਿਕ ਤੇ, ਨਹੀਂ ਵੈਸੇ ਤੁਸੀਂ ਵੈਬ ਜਾਂ ਡਿਵੈਲਪਮੈਂਟ ਕਰਦੇ ਹੋ? ਕੀ ਕਰਦੇ ਹੋ? ਮੋਬਾਈਲ ਐਪ ਡਿਵੈਲਪਮੈਂਟ, ਜਿੱਦਾਂ ਤੁਸੀਂ ਵਰਕਸ਼ਾਪ 'ਚ ਦੱਸਿਆ ਸੀ, ਆਈ ਥਿੰਕ ਤੁਸੀਂ ਮੋਬਾਈਲ ਐਪ ਡਿਵੈਲਪ ਕਰਦੇ ਹੋ।
ਹਾਂਜੀ ਦੇਖੋ ਪੰਜਾਬੀ ਆ, ਅਸੀਂ ਤੇ ਕੁਛ ਵੀ ਕਰ ਲਈਦਾ ਜੋ ਆ ਗਿਆ। ਜ਼ਿਆਦਾਤਰ ਅਸੀਂ ਇਹ ਹੈ ਕਿ ਜੋ ਕੰਪਨੀ ਲਈ ਕਰੀਦਾ ਉਹ ਇਹ ਕਿ ਬੈਕ ਐਂਡ ਡਿਵੈਲਪਮੈਂਟ ਕਰੀਦੀ ਹੈ, ਜਾਂ ਕੋਈ ਜੋ ਮੋਬਾਈਲ ਐਪਲੀਕੇਸ਼ਨ ਚੱਲ ਰਹੀ ਹੈ, ਚਾਹੇ ਮੈਂ ਉਸ ਐਪਲੀਕੇਸ਼ਨ 'ਚ ਖੁਦ ਡਿਵੈਲਪ ਨਹੀਂ ਕਰ ਰਿਹਾ ਕੁਛ ਵੀ, ਬਟ ਫਿਰ ਵੀ ਜੋ ਆਪਣੇ ਇਨਸਾਈਟਸ ਹੁੰਦੇ ਨੇ ਜਾਂ R&D ਹੁੰਦੀ ਹੈ ਕਿ ਉਹ ਬੈਕ ਐਂਡ ਨਾਲ ਕਿਵੇਂ ਕਨੈਕਟੀਵਿਟੀ ਹੋਏਗੀ, ਜਾਂ ਉਸ ਐਪਲੀਕੇਸ਼ਨ 'ਚ ਅਗਰ ਕੋਈ ਅਸੀਂ ਨਿਊ ਫੀਚਰ ਇੰਟੀਗ੍ਰੇਟ ਕਰਨਾ ਹੈ ਤੇ ਬੈਕ ਐਂਡ ਦੀ ਡਿਪੈਂਡੈਂਸੀ ਉੱਤੇ ਹੋਏਗੀ ਜਾਂ ਨਹੀਂ ਹੋਏਗੀ, ਜਾਂ ਉਹਦਾ ਜੋ ਮਾਈਲਸਟੋਨ ਹੋਣਗੇ ਡਿਫਰੈਂਟ ਕਿ ਕਿੰਨੇ ਟਾਈਮ 'ਚ ਉਹ ਫੀਚਰ ਇੰਟੀਗ੍ਰੇਟ ਫੁੱਲੀ ਹੋ ਜਾਏਗਾ, ਜਾਂ ਟੈਸਟ ਕਦੋਂ ਦੇਣੇ ਨੇ। ਬੇਸਿਕਲੀ ਕਹ ਲਓ ਕਿ ਆਪ ਕੰਮ ਘੱਟ ਕਰਨਾ ਤੇ ਟੀਮ ਹੈਗੀ ਆ ਆਪਣੇ ਕੋਲ, ਟੀਮ ਕੋ ਕਰਵਾਉਣਾ ਤੇ ਉਸ ਇੱਕ ਨਾ ਮੈਂ ਤੁਹਾਡੀ ਗੱਲ ਨੂੰ ਹਾਂਜੀ ਟੋਕਦਾ, ਸੌਰੀ ਇੰਟਰਰਪਟ ਹਾਂਜੀ ਕਰਦਾ। ਹਾਂਜੀ ਜੇ ਤੁਸੀਂ ਕਿਹਾ ਨਾ ਵੀ ਪੰਜਾਬੀ ਆਪਾਂ ਕੁਝ ਵੀ ਕਰ ਲਈਦਾ ਹਨਾ, ਹਾਂਜੀ ਹਾਂਜੀ ਮੈਂ 2 ਸਾਲ ਪਹਿਲਾਂ ਨਾ ਇੰਟਰਵਿਊ ਦਿੱਤਾ ਸੀ, ਜਦੋਂ ਮੈਂ ਇੰਟਰਵਿਊ ਦੇ ਰਿਹਾ ਸੀ ਸਰਕਾਰੀ ਨੌਕਰੀ ਛੱਡ ਕੇ। ਤੇ ਹਾਂਜੀ ਮੈਨੂੰ ਨਾ ਕੋਈ ਪੁਣੇ ਦੀ ਕੰਪਨੀ ਸੀਗੀ, ਹੂੰ ਤੇ ਹੂੰ ਤੇ ਬਾਈ ਉਹਨੇ ਮੇਰਾ ਇੰਟਰਵਿਊ ਲਿਆ, ਮੇਰਾ ਇੰਟਰਵਿਊ ਸਹੀ ਗਿਆ ਹੂੰ ਤਕਰੀਬਨ ਹੂੰ ਤਕਰੀਬਨ, ਮਤਲਬ ਸਾਰੇ ਕੁਐਸਚਨਾਂ ਦੇ ਮੈਂ ਜਵਾਬ ਦਿੱਤੇ। ਤੇ ਉਸ ਤੋਂ ਬਾਅਦ ਓਪਨਿੰਗ ਸੀਗੀ C++, ਕਾਈਂਡ ਆਫ ਐम्बेडेड ਸਿਸਟਮ ਦੇ ਸੀਗੀ ਕੋਈ ਪੋਸਟਿੰਗ। ਤੇ ਹਾਂਜੀ ਉਹਨੇ ਮੈਨੂੰ ਪੁੱਛਿਆ, ਕਹਿੰਦੀ ਤੇਰਾ ਐਕਸਪੀਰੀਅੰਸ ਹੋ ਗਿਆ? ਉਸ ਟਾਈਮ ਮੇਰਾ ਐਕਸਪੀਰੀਅੰਸ ਹੋ ਗਿਆ ਸੀਗਾ, ਆਈ ਥਿੰਕ ਇਟਸ ਅਰਾਊਂਡ 10 ਇਅਰਸ ਦਾ ਹੋ ਚੁੱਕਿਆ ਸੀ ਮੇਰਾ, ਹਨਾ। ਹੂੰ ਹੂੰ ਤੇ ਕਹਿੰਦੀ ਵੀ ਤੇਰਾ ਐਕਸਪੀਰੀਅੰਸ 10 ਸਾਲ ਦਾ ਹੋ ਗਿਆ, ਕਹਿੰਦੀ। ਤੇ ਕਿ ਮੇਰਾ ਵੀ ਜਿੱਦਾਂ ਤੂੰ ਕਿਹਾ ਨਾ ਵੀ ਕੁਝ ਵੀ ਕਰ ਲਈਦਾ, ਮੇਰਾ ਵੀ ਹਾਂਜੀ ਐ ਬਹੁਤ ਵਰਸੇਟਾਈਲ ਰਿਹਾ ਕਿ ਹੂੰ ਹੂੰ C++ ਕਰ ਲਈ, ਉਹ ਤੋਂ ਬਾਅਦ ਐਂਡਰੋਇਡ ਡਿਵੈਲਪਮੈਂਟ ਕਰ ਲਈ, C# ਤੇ ਕਰ ਲਿਆ, ਇਹ ਤੇ ਕਰ ਲਿਆ, ਲਟਰਾ ਪਟਰਾ ਜੋ ਹੈ ਕਰੀ ਗਏ, ਹਨਾ। ਕਹਿੰਦੀ ਯਾਰ, ਕਹਿੰਦੀ ਮੈਂ ਕਿਹਾ ਤੁਸੀਂ ਮੈਨੂੰ ਫੀਡਬੈਕ ਕੀ ਦੇਣਾ ਚਾਹੋਗੇ? ਵੀ ਤੁਸੀਂ ਬਹੁਤ ਸੀਨੀਅਰ ਹੋ, ਬਹੁਤ ਸੀਨੀਅਰ ਸੀ ਕੁੜੀ ਯਾਰ, ਮਤਲਬ ਲੇਡੀ ਸੀਗੀ, ਉਹ ਬੜੀ ਜੈਂਟਲ ਲੇਡੀ ਸੀ। ਵੀ ਹੂੰ ਹੂੰ ਮੈਨੂੰ ਫੀਡਬੈਕ ਚਾਹੀਦੀ ਹੈ, ਚਲੋ ਇੰਟਰਵਿਊ ਹੁੰਦਾ ਨਾ ਹੁੰਦਾ ਉਹ ਅੱਡ ਗੱਲ ਹੈ। ਵੀ ਕਹਿੰਦੀ ਮੈਂ ਇੱਕ ਐਡਵਾਈਸ ਦੇਣਾ ਚਾਹੂੰਗੀ ਵੀ ਬਹੁਤ ਸਾਲ ਹੋ ਗਏ ਤੁਹਾਨੂੰ, ਪਰ ਇੱਕ ਲਾਈਨ ਚੂਜ਼ ਕਰ ਲਓ ਕਿ ਵੈਦਰ ਇਟ ਇਜ਼ C++, ਚਾਹੇ C#, ਚਾਹੇ ਐਂਡਰੋਇਡ ਡਿਵੈਲਪਮੈਂਟ। ਕਹਿੰਦੀ ਇਹ ਮੇਰੇ ਵੱਲੋਂ ਇਹੀ ਐਡਵਾਈਸ ਹੈ ਵੀ ਤੁਸੀਂ ਇੰਨਾ ਸਾਲ ਦਾ ਐਕਸਪੀਰੀਅੰਸ ਹੋ ਗਿਆ ਨਾ, ਇੱਕ ਪਾਰਟੀਕੂਲਰ ਲਾਈਨ ਫੜ ਲਓ। ਤਾਂ ਆਹੀ ਐਡਵਾਈਸ ਮੈਂ ਤੁਹਾਨੂੰ ਦੇਣਾ ਚਾਹੂੰਗਾ ਕਿ ਇਹ ਨਾ ਬਾਅਦ ਚ ਤੰਗ ਬਹੁਤ ਕਰਦੀਆਂ ਚੀਜ਼ਾਂ ਇਹ, ਓਕੇ ਕਿ ਮਲਟੀਪਲ, ਕਿਉਂਕਿ ਆਪਾਂ ਇੱਕ ਪਾਸੇ ਨਾ ਫਿਰ ਉਹ ਗਰੋ ਨਹੀਂ ਹੋ ਪਾਉਂਦਾ। ਇਧਰੋਂ ਮਾੜਾ ਜਿਹਾ ਇੱਧਰੋਂ ਕਰ ਲਿਆ, ਮਾੜਾ ਜਿਹਾ ਉੱਧਰੋਂ ਕਰ ਲਿਆ, ਇੱਕ ਲਾਈਨ 'ਚ ਤੁਸੀਂ ਐਕਸਲ ਕਰਦੇ ਹੋ, ਤੁਹਾਡੀ ਮਾਰਕੀਟ 'ਚ ਵੈਲਿਊ ਵੀ ਵੱਧਦੀ ਹੈ। ਮਤਲਬ ਐ ਨਹੀਂ ਹੋਣਾ ਚਾਹੀਦਾ, ਰਿਸਟ੍ਰਿਕਟ ਨਹੀਂ ਹੋਣਾ ਚਾਹੀਦਾ ਕਿ ਮੈਂ ਇਹ ਚੀਜ਼ ਕਰ ਨਹੀਂ ਸਕਦਾ। ਪ੍ਰੋਜੈਕਟ ਦੇ ਹਿਸਾਬ ਨਾਲ ਆਪਾਂ ਨੂੰ ਇੱਧਰ ਉੱਧਰ ਹੱਥ ਪੈਰ ਮਾਰਨੇ ਪੈਂਦੇ ਆ, ਪਰ ਹਾਂਜੀ ਟੈਕਨੋਲੋਜੀ 'ਚ ਇੱਕ 'ਚ ਤੁਹਾਨੂੰ ਹੋਣਾ ਪਊਗਾ ਸਟ੍ਰਿਕਟ ਕਿ ਹਾਂ ਹਾਂਜੀ ਮੈਂ ਇਦਾਂ ਦਾ ਹੀ ਹਾਂ ਕੁਐਸਚਨ ਮੈਂ ਰੁਪਿੰਦਰ ਭਾਈ ਨੂੰ ਵੀ ਪੁੱਛਣਾ ਸੀ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਚੈਟਬੋਟ ਡਿਵੈਲਪ ਕਰ ਰਹੇ ਆ, ਤੇ ਮੇਰਾ ਇਹੀ ਕੁਐਸਚਨ ਸੀ ਇਹਨਾਂ ਨੂੰ ਕਿ ਟੈਕ ਸਟੈਕ ਕਿਹੜਾ ਯੂਜ਼ ਇਹਨਾਂ ਨੇ ਸਟਾਰਟ ਹਾਂ ਕੀਤਾ, ਜਾਂ ਹੁਣ AI ਚੈਟਬੋਟ 'ਚ ਆ ਗਏ ਨੇ, ਤੇ ਇਹਨਾਂ ਨੇ ਕੀ ਸੋਚਿਆ ਕਿ ਓਕੇ ਮੈਂ ਆਲਰੇਡੀ Node.js 'ਚ ਕਰ ਰਿਹਾ ਵਾਂ, ਤੋਂ ਤੇ ਜ਼ਿਆਦਾਤਰ ਬੈਕ ਐਂਡ ਡਿਵੈਲਪਮੈਂਟ ਜਾਂ ਵੈਬ ਡਿਵੈਲਪਮੈਂਟ ਵਿੱਚ ਯੂਜ਼ ਹੁੰਦਾ ਹੈ। ਹੁਣ ਇਦਾਂ ਨਹੀਂ ਜੋ ਹੋਇਆ। ਇਦਾਂ ਨਹੀਂ ਹੋਇਆ ਮੇਰੇ ਨਾਲ ਕੀ ਹੋਇਆ, ਦੇਖੋ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮੇਰਾ ਜਿਹੜਾ ਸਟਾਰਟ ਸੀਗਾ, ਉਹ ਪਹਿਲਾ ਸਾਲ 1.5 ਸਾਲ ਜਿਹੜਾ ਮੇਰਾ, ਉਹ 2-3 ਮੈਂ ਟੀਮਾਂ ਚੇਂਜ ਕੀਤੀਆਂ, ਜਿਹਦੇ 'ਚ ਕਿਸੇ 'ਚ ਜਾਵਾ ਤੇ ਕੰਮ ਹੋ ਰਿਹਾ ਸੀ, ਕਿਸੇ 'ਚ ਥੋੜਾ ਬਹੁਤ ਪਾਈਥਨ 'ਚ ਕੰਮ ਹੋ ਰਿਹਾ ਸੀਗਾ, ਤੇ ਮੇਰਾ ਕੁਛ ਬੇਸ ਨਹੀਂ ਬਣਿਆ ਸੀਗਾ। ਮਤਲਬ ਮੈਂ ਬਸ ਏਦਾਂ ਸੀਗਾ ਵੀ ਟਾਈਮ ਟਪਾ ਰਿਹਾ, ਥੋੜਾ ਬਹੁਤ ਕੋਈ ਇਸ਼ੂ ਆਇਆ ਸੋਲਵ ਕਰਤਾ, ਨਹੀਂ ਤੇ ਨਹੀਂ ਕਰਿਆ, ਬਸ ਏਦਾਂ ਚੱਲ ਰਿਹਾ ਕੰਮ। ਪਰ ਜਿਹੜਾ ਫਾਈਨਲ ਜਿਹੜੇ ਤੇ ਮੈਂ ਹੁਣ ਕੰਮ ਕਰ ਰਿਹਾ, ਇਹ ਮੈਨੂੰ ਜਦੋਂ ਮੈਂ 3rd ਈਅਰ, ਮਤਲਬ ਮੇਰਾ ਆਈਟੀ ਦੇ ਐਕਸਪੀਰੀਅੰਸ ਦਾ ਤੀਜਾ ਕੁ ਸਾਲ ਚੱਲ ਰਿਹਾ ਸੀਗਾ, ਸ਼ੁਰੂ ਹੋ ਗਿਆ ਸੀ ਲਾ ਲਓ, ਜਾਂ 2 ਸਾਲ ਦੂਸਰਾ ਐਂਡ ਚੱਲ ਰਿਹਾ ਸੀਗਾ ਨਾ, ਉਦੋਂ ਮੈਨੂੰ ਇੱਕ ਓਪਰਚੁਨਿਟੀ ਆਈ ਕਿ ਇੱਕ ਨਵਾਂ ਸਾਡੀ ਕੰਪਨੀ ਕੁਛ ਨਵਾਂ ਕਰਨ ਜਾ ਰਹੀ ਹੈ, ਚੈਟਬੋਟਸ ਬਣਾਉਣਾ। ਉਦੋਂ ਸ਼ੁਰੂ ਹੋਇਆ ਸੀ ਅਜੇ ਕੰਮ, ਮਤਲਬ ਸਾਡੀ ਕੰਪਨੀ ਪਹਿਲਾ ਪ੍ਰੋਜੈਕਟ ਸੀਗਾ ਇੱਦਾਂ ਜਿਹੜਾ ਚੈਟਬੋਟ ਬਣਾਉਣਾ ਚਾਹ ਰਹੀ ਸੀ, ਕਿ ਚੈਟਬੋਟ ਬਣਾਉਣਾ ਚਾਹ ਰਹੇ ਆ। ਤੇ ਮੈਂ ਜਿਹੜੀ ਟੀਮ 'ਚ ਕੰਮ ਕਰ ਰਿਹਾ ਸੀ, ਉਹ ਤੋਂ ਮੈਂ ਖੁਸ਼ ਨਹੀਂ ਸੀਗਾ, ਤੇ ਮੈਂ ਟੀਮ ਚੇਂਜ ਕਰਨਾ ਚਾਹੁੰਦਾ ਸੀ। ਤੇ ਮੈਂ ਉਹ ਇੰਟਰਵਿਊਜ਼ ਦੇ ਰਿਹਾ ਸੀ, ਇੰਟਰਨਲ ਇੰਟਰਵਿਊਜ਼ ਵੀ ਹੁੰਦੀਆਂ ਜਦੋਂ MNC ਵੱਡੀ ਹੋਵੇ ਨਾ, ਪ੍ਰੋਜੈਕਟ ਦੀ ਹਾਂਜੀ ਹਮ, ਇੰਟਰਵਿਊਜ਼ ਵੀ ਹੁੰਦੀਆਂ ਹਨਾ। ਤੇ ਮੈਂ ਉਹਨਾਂ ਦੀ ਇੰਟਰਵਿਊਜ਼ ਦੇ ਰਿਹਾ ਸੀ, ਤੇ ਇੱਕ ਟੀਮ ਨੇ ਮੈਨੂੰ ਕਿਹਾ ਕਿ ਹਾਂ ਅਸੀਂ ਕੁਝ ਬਣਾ ਰਹੇ ਹਾਂ। ਤੇ ਮੋਸਟਲੀ ਮੈਨੂੰ ਬਾਕੀ ਸਾਰੇ ਇੰਟਰਵਿਊਜ਼ ਵਾਲੇ ਕਹਿੰਦੇ ਸੀ ਵੀ ਸਾਨੂੰ ਨਹੀਂ ਚਾਹੀਦਾ ਤੂੰ, ਕਿਉਂਕਿ ਮੇਰਾ ਬੇਸ ਬੇਕਾਰ ਸੀਗਾ, ਤੁਹਾਨੂੰ ਜਿੱਦਾਂ ਦੱਸਿਆ ਹਨਾ। ਹੂੰ ਤੇ ਉਹ ਬਿਲਕੁਲ ਨਵੀਂ ਫਰੈਸ਼ ਟੈਕਨੋਲੋਜੀ ਤੇ ਕੰਮ ਕਰਨਾ ਸ਼ੁਰੂ ਕਰ ਰਹੇ ਸੀ, ਮਤਲਬ ਇੱਕ ਤਰ੍ਹਾਂ ਦਾ Node.js, TypeScript, ਆ ਸਾਰੀ ਚੀਜ਼ਾਂ ਉਸ ਟਾਈਮ ਤੇ ਫਰੈਸ਼ ਸੀਗੀਆਂ। ਜੇ ਆਪਾਂ ਗੱਲ ਕਰੀਏ 2018-19 ਦੀ ਗੱਲ ਕਰੀਏ, 19 ਦੇ ਸਟਾਰਟਿੰਗ ਚ ਲਾ ਲਓ ਹਨਾ। ਤੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਮਾਈਕਰੋਸੋਫਟ ਦਾ ਬੋਰਡ ਫਰੇਮਵਰਕ ਹੁੰਦਾ ਆ, ਕਿ ਉਹਦੇ ਤੇ ਕੰਮ ਕਰਨਾ ਆਪਾਂ। ਤੇ ਉਹਨਾਂ ਨੇ ਇੰਟਰਵਿਊ 'ਚ ਮੈਨੂੰ ਬਹੁਤ ਸਿੰਪਲ ਕੁਐਸਚਨ ਪੁੱਛੇ, ਐਰੇ ਦੇ ਮੰਨ ਲਓ ਸੋਰਟਿੰਗ ਕਰ ਦੋ, ਆਹ ਕਰ ਦੋ, ਸਿੰਪਲ ਕੁਐਸਚਨ। ਉਹ ਮੈਂ ਚਲੋ ਇੰਨਾ ਕੁ ਮੇਰਾ ਹੈਗਾ ਸੀ, ਮੈਂ ਕਰਤੇ ਹਨਾ। ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮੈਥ ਦੇ ਕੁਐਸਚਨ ਪੁੱਛੇ, ਇੰਟੀਗ੍ਰੇਸ਼ਨ, ਡਿਫਰੈਂਸ਼ੀਏਸ਼ਨ, ਉਦਾਂ ਦੇ ਕੁਐਸਚਨ। ਉਹਦਾ ਜਿਹੜਾ ਲੀਡ ਸੀ ਨਾ, ਮਤਲਬ ਮੈਨੇਜਰ ਸੀਗਾ, ਉਹ ਮੈਨੂੰ ਬਹੁਤ ਵਧੀਆ, ਹੁਣ ਵੀ ਬਹੁਤ ਵਧੀਆ ਬੰਦਾ ਲੱਗਦਾ ਮੈਂ, ਤੇ ਹੁਣ ਵੀ ਮੇਰੀ ਗੱਲ ਹੋ ਜਾਂਦੀ ਹੈ। ਉਹਨੇ ਮੈਨੂੰ ਮੈਥ ਦੇ ਕੁਐਸਚਨ ਪੁੱਛੇ, ਕਿਉਂਕਿ ਉਹਨੇ ਮੇਰਾ ਨਾ +2 ਦੇ ਮੈਥ ਦੇ ਨੰਬਰ ਵੀ ਪੁੱਛੇ ਕਿ ਤੇਰੇ ਮੈਥ 'ਚ ਕਿੰਨੇ ਨੰਬਰ ਆਏ ਸੀ, ਤੇਰੇ 10th 'ਚ ਕਿੰਨੇ ਨੰਬਰ ਆਏ ਸੀ, ਏਦਾਂ ਪੁੱਛੇ ਉਹਨੇ। ਤੇ ਮੇਰੇ ਮੈਥ 'ਚ ਲਗਭਗ ਏਦਾਂ ਹੁੰਦੇ ਸੀ ਵੀ 99, 100, 98 ਐ ਨੰਬਰ ਸੀਗੇ ਮੇਰੇ ਮੈਥ 'ਚ। ਤੇ ਉਹ ਕਹਿੰਦੇ ਵੀ ਬੰਦਾ ਸਾਨੂੰ ਇਦਾਂ ਚਾਹੀਦਾ, ਇਹਦਾ ਮੈਥ ਵਧੀਆ, ਕਿ ਸਾਨੂੰ ਨਹੀਂ ਚਾਹੀਦਾ ਤੂੰ ਕੋਡਿੰਗ 'ਚ ਕਿਦਾਂ ਦਾ, ਤੂੰ ਕਰ ਲਏਗਾ ਬਸ।
ਮੈਂ ਕਿਹਾ ਠੀਕ ਆ ਬਾਈ, ਇੰਨਾ ਕੌਨਫੀਡੈਂਟ ਬੰਦਾ ਮੇਰੇ ਲਈ ਮੈਨੂੰ ਤਾਂ ਕੋਈ ਦੇਖਿਆ ਨਹੀਂ ਸੀਗਾ, ਚਲੋ ਤੂੰ ਕੌਨਫੀਡੈਂਟ ਆ ਤੇ ਕਰ ਹੀ ਲੂੰਗਾ ਕੁਛ ਨਾ ਕੁਛ, ਹੈ ਨਾ। ਤੇ ਉਹਨੇ ਮੇਰੀ ਕਲਾਇੰਟ ਨੂੰ ਵੀ ਮਤਲਬ ਰੈਫਰੈਂਸ ਭੇਜ ਦਿੱਤੀ ਤੇ ਕਲਾਇੰਟ ਨੇ ਵੀ ਓਕੇ ਕਰਤਾ। ਮੇਰੀ ਕਲਾਇੰਟ ਇੰਟਰਵਿਊ ਨਹੀਂ ਹੋਈ ਉਸ ਟਾਈਮ ਤੇ ਰੈਫਰੈਂਸ ਓਕੇ ਕਰਤਾ। ਤੇ ਉੱਥੋਂ ਮੈਂ ਪਹਿਲੀ ਵਾਰੀ ਮਤਲਬ ਨੋਡ.ਜੇਐਸ, ਜਿਹੜੀ ਮੈਂ ਪਹਿਲੀ ਲੈਂਗੁਏਜ ਸਹੀ ਤਰੀਕੇ ਨਾਲ ਪੜ੍ਹਨੀ ਸ਼ੁਰੂ ਕੀਤੀ, ਉਹ ਨੋਡ.ਜੇਐਸ ਸ਼ੁਰੂ ਕੀਤੀ ਆ। ਮਤਲਬ ਉਹ ਤੋਂ ਪਹਿਲਾਂ ਮੈਂ ਕੋਈ ਲੈਂਗੁਏਜ ਨਹੀਂ ਪੜ੍ਹੀ ਸੀ, ਮਤਲਬ ਇਸ ਤਰ੍ਹਾਂ ਨਹੀਂ ਪੜ੍ਹੀ ਸੀ, ਪੜ੍ਹੀਆਂ ਸੀ ਬਸ ਹਾਂ ਟਾਈਮ ਪਾਸ। ਨੋਡ.ਜੇਐਸ, ਟਾਈਪਸਕ੍ਰਿਪਟ, ਫਿਰ ਨਾਲ ਜੇ ਡਾਟਾਬੇਸ ਦੀ ਗੱਲ ਕਰੀਏ MongoDB, ਤੇ ਨਾਲ ਐਜ਼ਿਓਰ ਦੀ ਸਰਵਿਸਿਜ਼, ਇਹ ਸਾਰਾ ਕੁਝ ਪੈਰਲਲੀ ਮੇਰਾ ਸ਼ੁਰੂ ਹੋ ਗਿਆ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਾਂ ਕਿੱਦਾਂ ਮੈਂ ਉਹਨੂੰ ਚੀਜ਼ ਨੂੰ 3-3 ਘੰਟੇ ਰਾਤ ਨੂੰ ਲਾ ਕੇ ਮੈਂ ਸ਼ੁਰੂ ਕਰ ਲਿਆ ਪੜ੍ਹਨਾ। ਤੇ ਮੇਰਾ ਬੇਸ ਬਣ ਗਿਆ। ਤੇ ਉਹ ਬਣਾ ਕੇ ਰਹੇ ਸੀ, ਬੇਸ ਉਹਨਾਂ ਦਾ ਇਹ ਸੀਗਾ ਵੀ ਅਗਲੇ 6 ਮਹੀਨੇ ਬਾਅਦ ਉਹਨਾਂ ਨੇ ਚੈਟਬੋਟ ਹੀ ਬਣਾਉਣਾ ਆ, ਪਰ ਉਹ ਲਰਨਿੰਗ ਇੱਥੋਂ ਸ਼ੁਰੂ ਕਰ ਰਹੇ ਸੀ, ਠੀਕ ਹੈ। ਤੇ ਯੂਜ਼ਿੰਗ ਬੋਰਡ ਫਰੇਮਵਰਕ ਮਾਈਕਰੋਸੌਫਟ ਦਾ, ਤੇ ਬੇਸ ਉਹਨਾਂ ਦਾ ਨੋਡ.ਜੇਐਸ ਤੇ ਟਾਈਪਸਕ੍ਰਿਪਟ ਸੀਗਾ, ਜਿਹੜਾ ਪਿੱਛੇ ਸਰਵਰ ਟਾਈਪ ਲੈਂਗੁਏਜ ਸੀਗੀ, ਹੈ ਨਾ। UI ਤੇ ਉਹ ਐਂਗੂਲਰ ਤੇ ਰਿਐਕਟ ਯੂਜ਼ ਕਰਦੇ ਸੀ, ਉਹ ਵੀ ਅਸੀਂ ਪੈਰਲਲੀ ਨਾਲ ਸਿੱਖ ਰਹੇ ਸੀਗੇ ਦੋਨੋਂ ਚੀਜ਼ਾਂ। ਤੇ ਮੇਰਾ ਮਰਨ ਨਾਲ ਤਿਆਰ ਹੋਣ ਲੱਗ ਗਿਆ, ਹਾਂਜੀ ਮਰਨ ਤਿਆਰ ਹੋਣ ਲੱਗ ਗਿਆ ਤੇ ਬੋਟ ਵੀ ਬਣਾਉਣ ਲੱਗ ਗਏ। ਦੋਨੋਂ ਚੀਜ਼ਾਂ ਪੈਰਲਲੀ ਚੱਲਦਾ ਰਹੀਆਂ, ਤੇ ਇਹੀ ਸਾਰਾ ਕੁਝ ਕੰਟੀਨਿਊ ਕਰਦੇ ਹੋਏ 2-3 ਸਾਲ ਮੈਂ ਲਗਾਤਾਰ ਇਹੀ ਕੰਮ ਕੀਤਾ ਆ। ਤੇ ਮੇਰਾ ਫਿਰ ਪ੍ਰੋਪਰ ਮੇਰੀ ਪ੍ਰੋਫਾਈਲ ਬਣ ਗਈ ਕਿ ਮਾਨ ਸਟੈਕ ਫੁੱਲ ਡਿਵੈਲਪਰ, ਠੀਕ ਹੈ, ਫੁੱਲ ਸਟੈਕ ਡਿਵੈਲਪਰ ਤੇ ਨਾਲ ਚੈਟਬੋਟ ਡਿਵੈਲਪਰ, ਦੋਨੋਂ ਚੀਜ਼ਾਂ ਪੈਰਲਲ ਹੋ ਗਈਆਂ ਇਕੱਠੀਆਂ। ਤੇ ਬਸ ਫਿਰ ਮੇਰੇ ਧਿਆਨ 'ਚ ਵੀ ਹੋ ਗਿਆ ਕਿ ਹਾਂ ਇਹਦੀ ਮਾਰਕੀਟ ਹੈਗੀ ਆ, ਕਿਉਂਕਿ ਮੈਨੂੰ ਇੰਟਰਵਿਊਜ਼ ਆ ਰਹੀਆਂ ਸੀ ਜਦੋਂ ਮੈਂ ਇੰਟਰਵਿਊ ਦੀ ਤਿਆਰੀ ਕਰ ਰਿਹਾ ਸੀ, ਤੇ ਸਪੈਸੀਫਿਕ ਸਿਰਫ ਚੈਟਬੋਟ ਡਿਵੈਲਪਰ ਦੀ ਇੰਟਰਵਿਊਜ਼ ਆ ਰਹੀਆਂ ਸੀ। ਇਹ ਨਹੀਂ ਕਿ ਨੋਡ.ਜੇਐਸ ਨਾਲੋਂ ਕੋਈ ਹੋਰ ਐਪਲੀਕੇਸ਼ਨ ਬਣਾ ਰਹੇ ਸੀਗੇ। ਕੁਝ ਕੋ ਵੀ ਆਈਆਂ, ਮੈਂ ਸਾਰੀਆਂ ਟਾਈਪ ਦੀਆਂ ਦਿੱਤੀਆਂ, ਪਰ ਇਹ ਵੀ ਇੱਕ ਨੀਡ ਸੀਗੀ ਮਤਲਬ ਕੰਪਨੀ ਸੀ, ਜਿਹੜੇ ਸਿਰਫ ਚੈਟਬੋਟ ਡਿਵੈਲਪਰ ਹੀ ਭਾਲ ਰਹੀਆਂ ਸੀ, ਸਿੱਧਾ ਸਿਰਫ ਚੈਟਬੋਟ ਡਿਵੈਲਪਰ ਚਾਹੀਦਾ ਜਿਹਨੇ ਕੰਮ ਕੀਤਾ ਹੋਵੇ ਪਿਛਲੇ 2-3 ਸਾਲ। ਤੇ ਉਹ ਮੇਰਾ ਪਲੱਸ ਪੁਆਇੰਟ ਸੀ, ਕਿਉਂਕਿ ਮੈਂ ਤਾਂ ਸ਼ੁਰੂ ਹੀ ਉੱਥੋਂ ਕੀਤਾ ਸੀ, ਮੈਨੂੰ ਤਾਂ ਪਿਛਲੀ ਕੋਈ ਨੌਲੇਜ ਹੀ ਨਹੀਂ ਹੈਗੀ ਸੀ, ਹੈ ਨਾ, ਵੀ ਹਾਂ ਪਿੱਛੇ ਵਾਲਾ ਮੇਰੇ ਨੂੰ ਦਿਮਾਗ 'ਚ ਕੋਈ ਬਾਈ ਕਨਫਿਊਜ਼ਨ ਪੈਦਾ ਕਰੇ। ਮੇਰਾ ਤਾਂ ਫੋਕਸ ਹੀ ਇਹ ਸੀਗਾ। ਬਸ ਫਿਰ ਉਹ ਇੰਟਰਵਿਊ ਜਦੋਂ ਚੈਟਬੋਟ ਲੈਵਲ ਤੇ ਆ ਜਾਂਦੀ ਸੀ, ਫਿਰ ਉਹ ਫੁੱਲੀ ਸੈਟੀਸਫਾਈਡ ਹੋ ਜਾਂਦੇ ਸੀ ਵੀ ਚੈਟਬੋਟ ਲੈਵਲ ਤੇ ਤਾਂ ਇਹਦਾ ਪੂਰਾ ਕਨਸੈਪਟ ਕਲੀਅਰ ਹੈ। ਪਰ ਹਾਂ, ਜੇ ਬੇਸ ਦੀ ਗੱਲ ਕਰੀਏ, ਕੋਈ ਬਾਹਲੀਆਂ DSA ਦੀਆਂ ਕੋਈ ਪ੍ਰੋਬਲਮ ਪੁੱਛ ਲੈਂਦੇ ਸੀ, ਉੱਥੇ ਆਪਣੇ ਹੱਥ ਖੜੇ ਹੋ ਜਾਂਦੇ ਸੀ ਵੀ ਨਾ ਜੀ, ਲਿਸਟ ਲੁਸਟ ਨਾ ਕੁਝ ਪੁੱਛੋ, ਆਪਣੇ ਹੱਥ ਖੜੇ ਆ, ਤੁਹਾਨੂੰ ਨਹੀਂ ਪਤਾ ਕੀ ਹੁੰਦਾ ਇਹ, ਹਨਾ। ਨਾ ਠੀਕ ਹੈ। ਤੇ ਉੱਥੇ ਉਹ ਕਨਫਰਮ, ਉੱਥੇ ਉਹ ਕਲੀਅਰ ਹੋ ਜਾਂਦੇ ਸੀ ਵੀ ਹਾਂ ਜਿਹੜੀ ਚੀਜ਼ ਚਾਹੀਦੀ ਆਪਾਂ ਨੂੰ, ਇਹਨੂੰ ਆਉਂਦੀ ਹੈ, ਆਪਾਂ ਬੇਸ ਤੋਂ ਕੀ ਲੈਣਾ ਹੈ, ਜਿਹੜੀ ਮੇਨ ਚੀਜ਼ ਚਾਹੀਦੀ ਹੈ ਇਹਨੂੰ ਇਹ ਆਉਂਦੀ ਹੈ, ਹਨਾ। ਬਸ ਇਦਾਂ ਮਤਲਬ ਕਿ ਫਿਰ ਮੈਂ ਹੁਣ ਤੱਕ ਮੈਂ ਚੈਟਬੋਟ ਬਣਾ ਚੁੱਕਿਆ, ਵੌਇਸ ਬੋਟ ਬਣਾ ਚੁੱਕਿਆ ਵਿਦ ਮਾਈਕਰੋਸੌਫਟ ਦੀ ਹੈਲਪ ਨਾਲ, ਗੂਗਲ ਦੀ ਹੈਲਪ ਨਾਲ, ਹੁਣ Amazon Lex ਤੇ ਵੀ ਕੰਮ ਕਰ ਰਿਹਾ। ਮੇਰੀ ਪਿਓਰ ਪ੍ਰੋਫਾਈਲ ਸਿਰਫ ਬੋਟਸ ਬਣਾਉਣ ਤੇ ਆ ਹੁਣ, ਜਿਹੜੀ ਅੱਜ ਦੇ ਟਾਈਮ ਤੇ ਪ੍ਰੋਫਾਈਲ ਹੈ। ਤੇ ਟੈਕਨੀਕਲ ਸਟੈਕ ਤੁਸੀਂ ਚੇਂਜ ਵੀ ਕੀਤਾ ਨਾਲ ਕਿ ਨਹੀਂ, ਹੁਣ ਮੈਂ ਸ਼ੁਰੂ ਇਹਦੇ 'ਚ ਕੀਤਾ ਸੀ ਤੇ ਹੁਣ ਇਹ ਨਵੀਂ ਐਡਵਾਂਸਮੈਂਟ ਆ ਗਈ ਹੈ ਤੇ ਮੈਨੂੰ ਇਹਦੇ 'ਚ ਮੂਵ ਕਰਨਾ ਨਵੀਂ, ਹਾਂ, ਚਾਹੀਦਾ ਹੈ। ਜਿੱਦਾਂ ਮੈਂ ਸ਼ੁਰੂ ਮਾਈਕਰੋਸੌਫਟ ਤੋਂ ਕੀਤਾ ਸੀਗਾ, ਹਾਂਜੀ ਮਾਈਕਰੋਸੌਫਟ ਵੀ ਟਾਈਮ ਟੂ ਟਾਈਮ ਬਹੁਤ ਵਰਜ਼ਨਸ ਲੈ ਕੇ ਆਉਂਦਾ ਰਿਹਾ। ਜਿੱਦਾਂ ਮੈਂ ਵਰਜ਼ਨ 2 ਤੋਂ ਸ਼ੁਰੂ ਕੀਤਾ ਸੀ, ਹੁਣ ਵਰਜ਼ਨ 4 ਜਾਂ 5 ਚੱਲਦਾ ਪਿਆ। ਹਾਂ, ਇਸ ਟਾਈਮ ਤੇ ਵਰਜ਼ਨ 5 ਚੱਲਦਾ ਪਿਆ, ਤੇ ਉਹ ਟੋਟਲੀ ਜਿੱਦਾਂ ਹੀ ਵਰਜ਼ਨ ਚੇਂਜ ਹੁੰਦਾ ਸੀ, ਕੋਡ ਨੂੰ ਮਾਈਗ੍ਰੇਟ ਕਰੋ ਦੂਸਰੇ ਵਰਜ਼ਨ 'ਚ, ਪੂਰਾ ਕੋਡ ਮਾਈਗ੍ਰੇਟ ਕਰਨਾ ਪੈਂਦਾ ਸੀਗਾ। ਤਾਂ ਨਵਾਂ ਵਰਜ਼ਨ ਸਿੱਖੋ ਤੇ ਮਾਈਗ੍ਰੇਟ ਕਰੋ, ਕਿਉਂਕਿ ਬਹੁਤ ਸਾਰੇ ਫੰਕਸ਼ਨਸ ਨਵੇਂ ਆ ਜਾਂਦੇ ਸੀ, ਸਿੰਟੈਕਸ ਹੀ ਚੇਂਜ ਹੋ ਜਾਂਦਾ ਸੀ ਪੂਰਾ। ਤੇ ਅਸੀਂ 15-20 ਦਿਨ, ਮਹੀਨਾ ਲੈਂਦੇ ਸੀ ਤੇ ਪੂਰਾ ਕੋਡ ਮਾਈਗ੍ਰੇਟ ਕਰ ਲੈਂਦੇ ਸੀ, ਤੇ ਨਵਾਂ ਵਰਜ਼ਨ ਤੇ ਵੀ ਸਾਨੂੰ ਕੰਮ ਆ ਜਾਂਦਾ ਸੀ ਕਿ ਏਦਾਂ ਨਵਾਂ ਵਰਜ਼ਨ ਕੰਮ ਕਰ ਰਿਹਾ, ਹਨਾ। ਫੇਰ ਆ ਗਿਆ ਨੋ ਕੋਡ ਸੋਲੂਸ਼ਨ। ਪਹਿਲਾਂ ਤਾਂ ਪ੍ਰੋਪਰ SDK ਤੇ ਕੰਮ ਹੁੰਦਾ ਸੀ, ਮਤਲਬ ਆਪਣਾ ਵਿਜ਼ੂਅਲ ਸਟੂਡੀਓ ਕੋਡ ਤੇ ਪ੍ਰੋਪਰ ਪ੍ਰੋਪਰ ਕੋਡ ਬਣਦਾ ਸੀ, ਖੁਦ ਪੂਰਾ ਕੋਡ, ਮਤਲਬ ਐਨ ਫਰੋਮ ਫਸਟ ਪੁਆਇੰਟ ਤੋਂ ਲੈ ਕੇ ਐਂਡ ਪੁਆਇੰਟ ਤੱਕ ਪੂਰਾ ਕੋਡ ਸਾਡੇ ਕੰਟਰੋਲ 'ਚ ਸੀਗਾ, ਐਂਡ ਟਿਲ ਪ੍ਰੋਡਕਸ਼ਨ ਲਾਈਵ ਤੱਕ, ਹਨਾ। ਫੇਰ ਆ ਗਿਆ ਇੱਕ ਮਿੰਟ, ਕੰਸੈਪਟ। ਆਸ਼ੀਸ਼ ਕੁਮਾਰ ਪੁੱਛ ਰਹੇ, ਕਹਿੰਦੇ ਭਾਜੀ ਬੋਟ 'ਚ AI ਇੰਟੀਗ੍ਰੇਟ ਕਰਦੇ ਟਾਈਮ ਤੁਸੀਂ ਓਪਨ ਸੋਰਸ ਯੂਜ਼ ਕਰਦੇ ਜਾਂ ChatGPT ਦੀ API? ਜਿਹੜੇ ਕਲਾਇੰਟ ਆ ਯਾਰ, ਉਹ ਪ੍ਰੈਫਰ ਨਹੀਂ ਕਰਦੇ ChatGPT ਦੀ APIs ਨੂੰ ਯੂਜ਼ ਕਰਨਾ। ਬਹੁਤ ਵਧੀਆ ਕੁਐਸਚਨ ਪੁੱਛਿਆ ਇਹਨਾਂ ਨੇ। ਇਸੇ ਕੁਐਸਚਨ ਤੋਂ ਇੱਕ ਹੋਰ ਕੁਐਸਚਨ ਨਿਕਲਦਾ ਹੈ ਕਿ ਜਦੋਂ ਤੁਸੀਂ ਸ਼ੁਰੂ ਕੀਤਾ ਚੈਟਬੋਟ ਬਣਾਉਣੇ, ਉਸ ਟਾਈਮ ਸੋਰਸ ਕੀ ਸੀ? ਕਿਉਂਕਿ ਇਸ ਟਾਈਮ ਜੇ ਅਸੀਂ ਕੋਈ ਵੀ ਚੈਟਬੋਟ ਦੀ ਗੱਲ ਕਰਦੇ ਹਾਂ ਜਾਂ ਸਰਚ ਵੀ ਕਰਦੇ ਹਾਂ ਨਾ ਈਵਨ ਇੰਟਰਨੈਟ ਤੇ AI ਦੀ ਹੀ ਰੈਫਰੈਂਸ ਨਾਲ ਆ ਜਾਂਦੀ ਹੈ। ਤੇ ਜਦੋਂ ਉਸ ਟਾਈਮ ਤੁਸੀਂ ਤੇ ਚੈਟਬੋਟ ਬਣਾਏ, AI ਨਹੀਂ ਸੀ। ਈਵਨ ਤੁਸੀਂ ਹੁਣ ਜੇ ਤੁਸੀਂ ਜਿੰਨੇ ਵੀ ਮਾਈਕਰੋਸੌਫਟ ਦੀ ਸਰਵਿਸਿਜ਼ ਮੈਂ ਯੂਜ਼ ਕਰਦਾ ਸੀ, ਸਾਰਿਆਂ 'ਚ AI ਹੈ ਇਸ ਟਾਈਮ ਤੇ। ਇਸ ਸਾਰੀਆਂ ਟਾਈਮ ਉਸ ਵਰਜ਼ਨ ਤੇ ਪਹੁੰਚ ਚੁੱਕੀਆਂ ਨੇ। ਉਸ ਟਾਈਮ ਤੇ NLP ਹੈਗੀ ਸੀ। AI ਅੱਜ ਨਹੀਂ ਆਈ, ਆਪਾਂ ਕਹਿ ਦਈਏ ਕਿ ਅੱਜ 2 ਸਾਲ ਪਹਿਲਾਂ ਆਈ ਹੈ, 3 ਸਾਲ ਪਹਿਲਾਂ ਆਈ ਹੈ। ਇਹ ਤੇ ਪਿਛਲੇ 10 ਸਾਲ ਪਹਿਲਾਂ ਤੋਂ ਕੰਮ ਚੱਲ ਰਿਹਾ। ਆਪਾਂ ਨੂੰ ਹੁਣ ਪਤਾ ਲੱਗਿਆ ਪਿਛਲੇ 2-3 ਸਾਲ ਤੋਂ ਵੀ ਹਾਂ ਯਾਰ ਇੰਨਾ ਕੁਛ ਆ ਗਿਆ, ਠੀਕ ਹੈ। ਪਰ ਮਾਈਕਰੋਸੌਫਟ ਹੋ ਗਈ, ਗੂਗਲ ਹੋ ਗਈ, ਇਹਨਾਂ ਕੋਲੇ ਕੁਛ ਚੀਜ਼ਾਂ ਹੈਗੀਆਂ ਸੀ ਜੋ ਮਸ਼ੀਨ ਲਰਨਿੰਗ ਨਾਲ ਟ੍ਰੇਨ ਕੀਤੀਆਂ ਜਾ ਰਹੀਆਂ ਸੀ। ਉਸ ਲੈਵਲ ਤੇ ਨਹੀਂ ਕੀਤੀਆਂ ਜਾ ਰਹੀ ਸੀ ਜਦੋਂ ਦਾ ChatGPT ਨੇ, ਮਤਲਬ OpenAI ਨੇ ਤਾਂ ਬਹੁਤ ਹਾਈ ਲੈਵਲ ਤੇ ਕੰਮ ਕਰਤਾ। OpenAI ਇਕੱਲੀ ਕੰਪਨੀ ਸੀ ਜਿਹਨੇ ਹਾਈ ਲੈਵਲ ਤੇ ਕੰਮ ਕਰਤਾ, ਹਨਾ। ਮਾਈਕਰੋਸੌਫਟ ਤੇ ਗੂਗਲ ਨੇ ਇਹ ਸੋਚਿਆ ਵੀ ਨਹੀਂ ਸੀਗਾ ਵੀ ਅਸੀਂ ਇਸ ਲੈਵਲ ਤੇ ਚੱਲ ਜਾਾਂਗੇ। ਕਰ ਰਹੇ ਸੀ, ਉਹ ਬਣਾ ਰਹੇ ਸੀ ਆਪਣੇ ਟੂਲ ਆਪਣੇ ਲੈਵਲ ਤੇ ਜਿੰਨਾ ਕਹਿ ਗਿਆ ਸੀ। ਪਰ OpenAI ਸਪੈਸੀਫਿਕਲੀ ਇਸ ਕੰਮ ਤੇ ਆ ਗਈ ਕਿ ਮੈਂ ਕਰਨਾ ਹੀ ਇਦਾਂ ਕਿ ਕੁਛ ਹੀ ਪੁੱਛੋ ਯਾਰ, ਮੈਨੂੰ ਕੁਛ ਵੀ ਪੁੱਛੋ, ਉਸ ਲੈਵਲ ਤੇ ਆ ਗਈ ਨਾ। ਪਰ ਇਹ ਆਪਣੇ ਇੰਟਰਨਲ ਟੂਲਸ ਤੇ ਕਰ ਰਹੇ ਸੀ ਅਜੇ ਕੰਮ।
ਤੇ ਅਸੀਂ ਜਿਹੜੇ ਮਾਈਕਰੋਸੋਫਟ ਉਸ ਟਾਈਮ ਤੇ ਮਾਈਕਰੋਸੋਫਟ ਦਾ NLP ਟੂਲ ਸੀਗਾ ਜਿੱਦਾਂ ਕੈਨੇਡਾ ਵਾਲਿਆਂ ਦਾ ਨੈਟ ਬਹੁਤ ਖਰਾਬ ਹੈ ਯਾਰ, ਇਹਨਾਂ ਕੋਲ ਹਾਂਜੀ ਜੀਓ ਨਹੀਂ ਹੈਗਾ। ਇਹਦਾ ਤੇ ਪੁੱਛ ਰਿਹਾ ਕਿ ਤੁਹਾਡਾ ਇੰਟਰਨੈਟ ਮਤਲਬ ਇੰਟਰਨੈਟ ਖੜ ਗਿਆ ਤੇਰਾ? ਮੇਰਾ ਇੰਟਰਨੈਟ ਖੜ ਗਿਆ? ਹੋਰ ਹਾਂਜੀ ਨਹੀਂ ਯਾਰ ਪਲੀਜ਼ ਮੈਂ ਤਾਂ ਕੰਟੀਨਿਊ ਤੁਹਾਨੂੰ ਕਰਿਓ। ਹਾਂਜੀ ਉਹ ਵੀ ਚਲੋ ਹੁਣ ਠੀਕ ਹੈ, ਦੁਬਾਰਾ ਸਟਾਰਟ ਕਰੋ ਸਾਡੇ ਤੋਂ। AI ਦੀ ਗੱਲ ਕਰ ਰਹੇ ਸੀ ਕਿ ਉਸ ਟਾਈਮ AI ਨਹੀਂ ਸੀ ਤੁਹਾਡੇ ਕੋਲ, ਤੇ ਉਸ ਓਕੇ ਟਾਈਮ ਤੁਸੀਂ ਕੋਈ ਐਲਗੋਰਿਥਮ ਜਾਂ ਬਣੇ ਬਣਾਤੇ ਜੋ ਮਾਈਕਰੋਸਾਫਟ ਨੇ ਉਸ ਟਾਈਮ। ਇਹਨਾਂ ਦਾ ਨਾ ਇੱਕ ਟੂਲ ਲਾ ਲਓ ਜਾਂ ਸਰਵਿਸ ਸੀਗੀ ਜਿਹੜੀ ਕਿ ਲੂਇਸ ਲੈਂਗੁਏਜ ਅੰਡਰਸਟੈਂਡਿੰਗ ਇਹਦੀ ਫੁੱਲ ਫਾਰਮ ਹੈ ਤੇ ਉਹ ਆਪਾਂ ਯੂਜ਼ ਕਰਦੇ ਸੀਗੇ ਟੂ ਕ੍ਰੀਏਟ ਇੰਟੈਂਟ ਐਂਡ ਐਂਟੀਟੀਜ਼। ਠੀਕ ਹੈ, ਕਾਲਰ ਦਾ ਇੰਟੈਂਟ ਕੀ ਹੈ, ਯੂਜ਼ਰ ਦਾ ਇੰਟੈਂਟ ਕੀ ਹੈ। ਜਿੱਦਾਂ ਹੁਣ ਚੈਟ ਜੀਪੀਟੀ ਕੀ ਯੂਜ਼ ਕਰਦੀ ਹੈ, ਟੋਕਨਾਈਜੇਸ਼ਨ ਯੂਜ਼ ਕਰਦੀ ਹੈ ਹਨਾ। ਇਹਦਾ ਬੇਸ ਕੰਸੈਪਟ ਹੈਗਾ ਟੋਕਨਾਈਜੇਸ਼ਨ ਹਨਾ, ਕਿ ਹਰ ਪੂਰੇ ਸੈਂਟੈਂਸ ਨੂੰ ਟੋਕਨਸ 'ਚ ਡਿਵਾਈਡ ਕਰ ਲੈਣਾ ਤੇ ਉਸ ਟੋਕਨਸ ਦਾ ਇੰਟੈਂਟ ਲੱਭਣਾ ਕਿ ਕਾਲਰ ਚਾਹੁੰਦਾ ਕੀ ਹੈ ਪੁੱਛਣਾ ਹਨਾ। ਉਹ ਉਸ ਟੋਕਨਾਈਜੇਸ਼ਨ। ਹਾਂ ਉਸ ਟਾਈਮ ਤੇ ਜਿਹੜਾ NLP ਸੀਗਾ ਉਹ ਵੀ ਕਾਲਰ ਦਾ ਇੰਟੈਂਟ ਹੀ ਲੱਭ ਰਿਹਾ ਸੀ, ਪਰ ਡਿਫਰੈਂਟ ਵੇ ਸੀਗਾ। ਟੋਕਨਾਈਜੇਸ਼ਨ ਨਹੀਂ ਸੀ, ਡਿਫਰੈਂਟ ਵੇ ਨਾਲ ਲੱਭ ਰਿਹਾ ਸੀ। ਹੁਣ ਤਾਂ ਉਹ ਵੀ ਟੋਕਨਾਈਜੇਸ਼ਨ ਤੇ ਮਾਈਗ੍ਰੇਟ ਹੋ ਗਏ ਆ। ਠੀਕ ਹੈ, ਤਾਂ ਹੈਗੇ ਸੀ ਮਤਲਬ ਸਿਸਟਮਸ, ਪਰ ਹਾਂ ਥੋੜਾ ਹਾਰਡ ਸੀਗਾ। ਮਤਲਬ ਇੰਨਾ ਨਹੀਂ ਸੀ ਵੀ ਹਾਂ ਇੰਨਾ ਈਜ਼ੀ ਨਹੀਂ ਸੀਗਾ ਵੀ ਬਹੁਤ ਈਜ਼ੀ ਆਪਾਂ ਨੂੰ ਸੋਲੂਸ਼ਨ ਮਿਲ ਜਾਊਗਾ। ਸਾਨੂੰ ਪ੍ਰੋਪਰ ਉਹਦਾ ਇੰਟੈਂਟ ਮਿਲਣਾ, ਨਾਲ ਉਹਦਾ ਸਕੋਰ ਮਿਲਣਾ ਕਿ ਹਾਂ ਅਗਰ ਉਹ ਸਕੋਰ 0 to 1 ਤੋਂ ਵੈਰੀ ਕਰਦਾ, ਜਿੱਦਾਂ ਪ੍ਰੋਬੇਬਿਲਿਟੀ ਵੈਰੀ ਕਰਦੀ ਆ ਆਪਣੀ, ਫਿਰ ਉਹ 0.7 ਤੋਂ ਉੱਪਰ ਆ ਤਾਂ ਆਪਾਂ ਉਹਨੂੰ ਐਜ਼ ਅ ਗੁੱਡ ਇੰਟੈਂਟ ਲੈਣਾ, ਨਹੀਂ ਤਾਂ ਉਹਨੂੰ ਨੋ ਮੈਚ ਲੈ ਸਕਦੇ ਆ ਹਨਾ। ਉਸ ਹਿਸਾਬ ਨਾਲ ਆਪਾਂ ਨੂੰ ਹੈਂਡਲ ਕਰਨਾ ਪੈਂਦਾ ਸੀ ਚੀਜ਼ਾਂ ਨੂੰ। ਤੇ ਹੁਣ ਜਿਵੇਂ ਤੁਸੀਂ ਚੈਟਬੋਟ ਬਿਲਡ ਕਰ ਰਹੇ ਹੋ, ਹੁਣ ਤੇ ਜਿਵੇਂ ਹਾਂਜੀ ਨੋ ਕੋਡ ਦੀ ਵੀ ਗੱਲ ਹੋਈ ਹੈ ਕਿ ਬਹੁਤ ਈਜ਼ੀ। ਮੈਂ ਦੇਖਿਆ ਸਿਰਾ ਕੋਡਰ ਭਾਜੀ ਨੇ ਈਜ਼ੀ ਹੈ। ਇੰਸਟਾਗ੍ਰਾਮ ਤੇ ਆਪਣਾ ਹਾਂਜੀ ਇੱਕ ਬੋਟ ਬਣਾਇਆ ਕੁਐਸਚਨ ਆਨਸਰ ਲਈ, ਉਹ ਵੀ ਬਹੁਤ ਹਾਂਜੀ ਵਧੀਆ ਲੱਗਾ। ਹੁਣ ਇਹ ਹੈ ਉਹ ਕਿ ਤਾਂ ਚੱਲ ਜਿਵੇਂ ਮੈਂ ਉਹਦੇ ਕੁਝ ਨਹੀਂ ਬਣਾਇਆ, ਉਹ ਤਾਂ ਇੰਸਟਾਗ੍ਰਾਮ ਨੇ ਦਿੱਤਾ ਆਪ ਹੀ। ਹਾਂਜੀ ਉਹੀ ਨਾ ਹਾਂ ਕਿ ਜਿਵੇਂ ਤੁਸੀਂ ਉਹ 'ਚ ਆਪਣਾ ਕੰਟੈਕਟ ਮੀਟ ਦੇਤਾ ਚੈਟ ਵਾਲੀ ਕਿ ਗੱਲ ਕਰਦੇ ਹੋ, ਹਾਂ ਕੰਟੈਕਸਟ ਦਿੱਤਾ ਨਾ ਹਾਂਜੀ ਤੁਸੀਂ, ਉਹ ਪਿੱਛੇ ਉਹੀ ਚੀਜ਼ ਹੈ। ਮਤਲਬ ਕਿ ਪਿੱਛੇ ਉਹਨਾਂ ਨੇ ਬੋਟ ਹੀ ਬਣਾਇਆ, ਉਹਨਾਂ ਨੇ ਕੋਡਿੰਗ ਲਿਖੀ ਹੋਈ ਹੈ, ਪਰ ਹਾਂ ਤੁਸੀਂ ਦੇਤਾ ਕਿ ਹਾਂ ਪਹਿਲਾਂ ਬਈ ਆਹ ਆਨਸਰ ਆਵੇ ਤੇ ਜੇ ਕੁਐਸਚਨ ਆ ਪੁੱਛਿਆ ਜਾਵੇ ਆਹ ਆਨਸਰ ਆਵੇ, ਆਹ ਕੁਐਸਚਨ ਆਵੇ ਤਾਂ ਆਨਸਰ ਆਵੇ। ਮੈਂ ਤਾਂ ਆਨਸਰ ਵੀ ਨਹੀਂ ਸੈੱਟ ਕੀਤੇ ਵੈਸੇ। ਹਾਂ ਮੈਂ ਉਹੀ ਪੁੱਛਣਾ ਸੀ ਕਿ ਜਿਵੇਂ ਹੁਣ ਤੁਸੀਂ ਚੈਟਬੋਟ ਬਣਾ ਰਹੇ ਹੋ ਕਿਸੇ ਪਾਰਟਿਕੂਲਰ ਬਿਜ਼ਨਸ ਲਈ ਬਣਾ ਰਹੇ ਹੋ ਜਾਂ ਕਿਸੇ ਹਾਂਜੀ ਹਨਾ, ਤੇ ਤੁਸੀਂ ਹਾਂਜੀ ਜੋ ਸੋਰਸ ਆਫ ਇਨਫੋਰਮੇਸ਼ਨ ਹੈ ਉਹ ਆਪਣਾ ਟ੍ਰੇਨ ਕਰ ਰਹੇ ਹੋ ਮਾਡਲ, ਜਾਂ ਫਿਰ ਜਿਵੇਂ ਹੁਣ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਹਾਂ ਓਪਨ AI ਕਹਿ ਗੁੱਡ ਰਹੀ ਹੈ ਕਿ ਕੁਐਸਚਨ ਵੈਸੇ। ਅਸਿਸਟੈਂਟਸ ਹਨਾ, ਸੋਰਸ ਕੋਡ ਆਪਣਾ ਕੁਝ ਵੀ ਨਹੀਂ ਨਹੀਂ ਕੋਈ ਡਾਕੂਮੈਂਟ ਦਿਓ। ਦੇਖੋ ਜਿਹੜਾ ਸੋਰਸ ਓਪਨ ਸੋਰਸ ਆ, ਜਿੱਦਾਂ ਚੈਟ GPT ਆ ਗਿਆ, ਚੈਟ GPT ਦਾ ਆ ਗਿਆ GPT-3 GPT-4 ਹਨਾ। ਇਹਨਾਂ ਦੇ ਮਾਡਲ ਨੇ GPT-3 GPT-4 ਹੋ ਗਿਆ, 4 ਚੱਲ ਰਿਹਾ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਸਾਡਾ ਜਿਹੜਾ ਮੈਕਸਿਮਮ GPT-4 ਆਪਣਾ ਉਹ ਲੈਵਲ। 4 ਚੱਲ ਰਿਹਾ, ਮਿਨੀ ਚੱਲ ਰਿਹਾ, ਜਾਂ ਹੁਣ ਮੇਰੇ ਖਿਆਲ ਨਾਲ ਪਰਸੋਂ ਉਹਨਾਂ ਨੇ ਇੱਕ ਹੋਰ ਨਵਾਂ ਲਾਂਚ ਕੀਤਾ, O1 GPT-4 ਮੇ ਵੀ ਤੇ ਹੈਗਾ। ਇਦਾਂ ਹੀ ਸੇਮ ਗੂਗਲ ਦੇ ਆ ਜੈਮਨਾਈ ਹੋ ਗਏ, ਜੈਮਨਾਈ 4 5 ਹਨਾ, ਫਲੈਸ਼ ਨੇ ਉਹਨਾਂ ਦੇ ਅਲੱਗ-ਅਲੱਗ, ਤੇ ਇਹ ਵਰਜ਼ਨਸ ਨੇ ਉਹਨਾਂ ਦੇ ਹਨਾ GPT ਦੇ, ਮਤਲਬ ਕਿ ਆਪਣੇ ਪ੍ਰੀ ਟ੍ਰੇਨਡ ਇੰਸਟਰਕਸ਼ਨਸ ਦੇ। ਉਹ ਬਹੁਤ ਹੱਦ ਤੱਕ ਉਹਨਾਂ ਨੇ ਮਤਲਬ ਕਿ ਸਹੀ ਬਣਾਤੇ ਆ, ਪਰ ਇਹਨਾਂ ਮਾਡਲ ਨੂੰ ਵੀ ਐਕਸਟਰਾ ਟ੍ਰੇਨ ਕਰਨਾ ਪੈਂਦਾ ਆ ਅਕੋਰਡਿੰਗ ਟੂ ਆਰ ਫੀਚਰਸ ਹਨਾ, ਆਰ ਰਿਕੁਆਇਰਮੈਂਟ। ਉਹਨਾਂ ਨੂੰ ਹੋਰ ਟ੍ਰੇਨ ਕਰਨਾ ਪੈਂਦਾ। ਹੋਰ ਟ੍ਰੇਨ ਕਰਨ ਲਈ ਆਪਣੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਵਿਦਿਨ ਟੂਲ ਦਿੱਤੀਆਂ ਹੁੰਦੀਆਂ ਨੇ ਕਿ ਤੁਸੀਂ ਇਸ ਮਾਡਲ ਨੂੰ ਕਿੱਦਾਂ ਹੋਰ ਟਿਊਨ ਕਰ ਸਕਦੇ ਹੋ ਐਸ ਪਰ ਯੋਰ ਰਿਕੁਆਇਰਮੈਂਟ। ਉਹਨੂੰ ਕਿੱਦਾਂ ਤੁਸੀਂ ਪਲੇਗਰਾਉਂਡ 'ਚ ਆਪਦੇ ਇੰਸਟਰਕਸ਼ਨਸ ਦੇ ਸਕਦੇ ਹੋ। ਅਗਰ ਆਪਾਂ GPT ਦੀ ਗੱਲ ਕਰੀਏ ਉਹਦੇ 'ਚ ਸ਼ਾਇਦ ਪਲੇਗਰਾਉਂਡ ਹੁੰਦਾ ਆ, ਜਿਹਦੇ 'ਚ ਆਪਾਂ ਇੰਸਟਰਕਸ਼ਨਸ ਐਡ ਕਰਦੇ ਹਾਂ। ਅਸਿਸਟੈਂਟਸ ਪਰ ਕ੍ਰੀਏਟ ਕਰਦੇ ਆ। ਹਾਂਜੀ ਹਾਂ ਉਹਦੇ 'ਚ ਆਪਾਂ ਆਪਣਾ ਟੈਂਪਰੇਚਰ ਦਿੰਦੇ ਹਾਂ, ਕਿੰਨਾ ਟੈਂਪਰੇਚਰ ਰਹੂਗਾ, ਕਿੱਥੇ ਤੱਕ ਆਪਾਂ ਟੋਕਨ ਕੰਟਰੋਲ ਦੀ ਕਰਨਾ, ਲਿਮਿਟ ਉਹ ਸਾਰੇ ਦਿੰਦੇ ਆ। ਟੋਕਨ ਦੀ ਲਿਮਿਟ ਦਿੰਦੇ ਆ। ਉਹ ਸਾਰੀਆਂ ਚੀਜ਼ਾਂ ਆਪਣੇ ਕੰਟਰੋਲ 'ਚ ਆ ਕਿ ਆਪਾਂ ਕਿੱਦਾਂ ਇਹ ਟੂਲ ਨੂੰ ਯੂਜ਼ ਕਰਨਾ ਆ। ਡਿਵੈਲਪਰ ਦੇ ਕੰਟਰੋਲ 'ਚ ਨੇ ਉਹ ਸਾਰੀਆਂ ਚੀਜ਼ਾਂ ਹਨਾ। ਤੇ ਫਿਰ ਉਹਨੂੰ ਇੰਸਟਰਕਟ ਕਰਨਾ ਕਿ ਕਿਹੜੇ ਵਰਡ ਮਾਲਸ਼ੀਅਸ ਹੋ ਸਕਦੇ ਆ, ਕਿਹੜੇ ਵਰਡ ਗੰਦੇ ਵਰਡ ਆ। ਜਿੱਦਾਂ ਗਨ ਸ਼ੋਟ ਆ, ਇੱਥੇ ਮਤਲਬ ਕ੍ਰਿਮੀਨਲ ਐਕਟੀਵਿਟੀ ਵਾਲੇ ਪੁੱਛ ਲੈਂਦੇ ਆ ਵੀ ਕਿੱਦਾਂ ਬੰਦੇ ਨੂੰ ਕਿੱਦਾਂ ਮਾਰਨਾ ਆ ਹਨਾ, ਜ਼ਹਿਰ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਏਦਾਂ ਦੇ ਕੁਐਸਚਨ ਮਤਲਬ ਕਿ ਨਾ ਪੋਇਜ਼ਨ ਰਿਲੇਟਡ। ਇਹ ਚੀਜ਼ਾਂ ਆਪਾਂ ਨੂੰ ਇੰਸਟਰਕਟ ਕਰਨਾ ਪੈਂਦਾ ਹੈ। ਇਹ ਸਾਰੇ GPT ਨੂੰ ਨਹੀਂ ਪਤਾ। ਉਹ ਦੱਸ ਸਕਦੀ ਹੈ ਵੀ ਜ਼ਹਿਰ ਕਿਹੜੀ ਕਿਹੜੀ ਤਰ੍ਹਾਂ ਦੀ ਹੁੰਦੀ ਆ, ਕਿੱਦਾਂ ਜ਼ਹਿਰ ਬਣਾਈ ਜਾ ਸਕਦੀ, ਉਹ ਦੱਸ ਸਕਦੀ ਆ। ਪਰ ਆਪਾਂ ਕਲਾਇੰਟ ਨੂੰ ਨਹੀਂ ਨਾ ਚੀਜ਼ਾਂ ਵੀ ਜ਼ਹਿਰ ਕਿੱਦਾਂ ਬਣਨੀ ਹੈ। ਅਗਰ ਕੋਈ ਪੁੱਛ ਲਵੇ ਕਲਾਇੰਟ ਦਾ ਵੋਟ ਨਹੀਂ ਨਾ ਇਹ ਦੱਸਣਾ ਚਾਹੀਦਾ, ਤਾਂ ਉਹਨੂੰ ਇੰਸਟਰਕਟ ਕਰਨਾ ਕਿ ਇਹ ਚੀਜ਼ਾਂ ਬਾਈ ਇਹ ਨਹੀਂ ਦੱਸਣੀਆਂ, ਤੂੰ ਇਹਦੇ ਬਾਰੇ ਕਹਿਣਾ ਵੀ ਮੈਂ ਇਹਦੇ ਬਾਰੇ ਨਹੀਂ ਆਨਸਰ ਕਰ ਸਕਦਾ। ਉਹ ਸਾਰੀਆਂ ਚੀਜ਼ਾਂ ਮਤਲਬ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕੰਫੀਗਰੇਸ਼ਨ ਲੈਵਲ ਤੇ ਆਪਾਂ ਨੂੰ ਸੈੱਟ ਕਰਨੀਆਂ ਪੈਂਦੀਆਂ, ਜਿਹੜੀਆਂ ਜਦੋਂ ਆਪਾਂ ਟੂਲ ਨੂੰ ਯੂਜ਼ ਕਰਦੇ ਹਾਂ ਡੇ ਬਾਏ ਡੇ ਆਪਾਂ ਨੂੰ ਲਰਨ ਹੁੰਦੀਆਂ ਕਿੱਦਾਂ ਆਪਾਂ ਬਣਾ ਸਕਦੇ ਹਾਂ ਉਹਨੂੰ। ਹਾਰਸ਼ ਲੈਂਗੁਏਜ ਕੋਈ ਯੂਜ਼ ਕਰ ਰਿਹਾ, ਕੋਈ ਨੈਗੇਟਿਵ ਬਿਹੇਵੀਅਰ ਨਾਲ ਕੋਈ ਰੂਡਲੀ ਬੋਲ ਰਿਹਾ, ਉਹਦਾ ਆਪਾਂ ਰਿਪਲਾਈ ਕਿੱਦਾਂ ਕਰਨਾ ਆ। ਇਹਨੂੰ ਅਸੀਂ ਪ੍ਰੌਮਪਟ ਇੰਜੀਨੀਅਰਿੰਗ ਕਹਿ ਸਕਦੇ ਹਾਂ, ਇੰਸਟਰਕਸ਼ਨ ਨੂੰ ਬੋਟ ਨੂੰ ਇੰਸਟਰਕਸ਼ਨ ਦੇਣਾ ਹੀ। ਪ੍ਰੌਮਪਟ ਇੰਜੀਨੀਅਰਿੰਗ ਡਿਫਰੈਂਟ ਹੈ,
ਇੰਸਟਰਕਸ਼ਨ ਇੰਜੀਨੀਅਰਿੰਗ ਇੱਕ AI ਐਨਾਲਿਸਟ ਕਰਦਾ, AI ਐਨਾਲਿਸਟ ਜਾਂ AI ਇੰਜੀਨੀਅਰ ਕਰਦਾ ਆ, ਠੀਕ ਹੈ। ਪ੍ਰੋਮਪਟ ਬੇਸਿਕਲੀ ਜਿਹੜੇ ਇੰਜੀਨੀਅਰਿੰਗ ਪ੍ਰੋਮਪਟ ਵੀ ਇੰਜੀਨੀਅਰ ਹੁੰਦੇ ਆ ਨਾ, ਪਾਰਟ ਉਹ ਹੈ। ਵੀ ਸੌਰੀ, ਹਾਂ, ਪ੍ਰੋਮਪਟ ਹਾਂਜੀ, ਇੰਜੀਨੀਅਰ ਤਾਂ AI ਕਿਆ ਹੁੰਦਾ ਹੈ, AI ਐਨਾਲਿਸਟ ਕੀ ਵਰਡ ਬੋਲਿਆ ਸੀਗਾ? AI ਐਨਾਲਿਸਟ, ਹਾਂ ਹਾਂ, AI ਐਨਾਲਿਸਟ ਦੀ ਸਪੋਰਟ ਦੇ ਵਿੱਚ ਲੱਗੇ ਹੁੰਦੇ ਆ ਬੇਸਿਕਲੀ, ਇਕੱਠੇ ਰਲ ਹਾਂ ਕੇ ਕੰਮ ਕਰਦੇ ਆ। ਪ੍ਰੋਮਪਟ ਇੰਜੀਨੀਅਰਿੰਗ ਤਾਂ ਉਹੀ ਹੈ ਜਿਹੜਾ ਤੁਸੀਂ ਉਹ ਬਣਾਉਂਦੇ ਹੋ ਨਾ, ਕੀ ਕਹਿੰਦੇ ਉਹਨੂੰ, ਪ੍ਰੋਮਪਟ। ਪ੍ਰੋਮਪਟ ਨੂੰ ਡੇਟਾ ਕਿਵੇਂ ਲੈਣ ਲਈ, ਬੋਟ ਕੋਲੋਂ ਡੇਟਾ ਲੈਣ ਲਈ ਜੋ ਹਾਂ, ਅਸੀਂ ਪ੍ਰੋਮਪਟ ਜੋ ਆਪਾਂ ਲਿਖਦੇ ਆ ਉਹਨੂੰ ਕੁਐਰੀ ਵੱਧ ਦੇ ਤੋਂ ਰਹੇ ਹਾਂ। ਓਕੇ, ਕਿੰਨੇ ਵਧੀਆ ਤਰੀਕੇ ਨਾਲ ਆਪਾਂ ਲਿਖ ਸਕਦੇ ਹਾਂ, ਕਿੰਨੇ ਅੱਛੇ ਹਾਂਜੀ। ਤਰੀਕੇ ਨਾਲ ਉਹਨੂੰ ਲਿਖ ਸਕਦੇ ਹਾਂ, ਹਨਾ। ਉਹ ਤੇ ਵਧੀਆ ਡਾਟਾ ਉਹਨੂੰ ਲੈ ਸਕਦੇ ਆ, ਜਿਹੜਾ AI ਨੂੰ ਸਮਝ ਆਵੇ, ਉਹ ਆ ਪ੍ਰੋਮਪਟ ਇੰਜੀਨੀਅਰਿੰਗ। ਬੇਸਿਕਲੀ ਇਕੱਲਾ ਉਹ ਕੰਮ ਇਹਨਾਂ ਦਾ ਇਹ ਨਹੀਂ ਹੁੰਦਾ, ਮਤਲਬ ਇਹ ਮਿਕਸ ਜੇ ਰੋਲ ਨੇ, ਕਈ ਤਾਂ ਹਮ, ਕੰਪਨੀਆਂ ਦੋਨੋਂ ਵੀ ਪ੍ਰੋਮਪਟ ਇੰਜੀਨੀਅਰ, ਦੋਨੋਂ ਵੀ ਕਰਦੇ ਆ ਇਕੱਠੇ, ਜਿੱਦਾਂ ਸਾਡੇ ਹਮ, ਏਦਾਂ ਡਿਫਰੈਂਟ ਰੋਲ ਨਹੀਂ ਹੈਗਾ ਕੋਈ। ਅੱਜ ਤਾਂ ਫੁੱਲ ਐਂਡ ਟੂ ਐਂਡ ਵਾਲੇ ਬੰਦੇ ਆ, ਮਤਲਬ ਪਹਿਲੀ ਰਿਕੁਆਇਰਮੈਂਟ ਤੋਂ ਹਾਂ। ਲੈ ਕੇ ਐਂਡ ਤੱਕ ਸਾਨੂੰ ਸਾਰਾ ਕੁਝ ਹੈਂਡਲ ਕਰਨਾ ਪੈਣਾ। AJ ਲੈਬ ਆ ਸਟੂਡੀਓ ਪੁੱਛ ਸਾਡੀ ਰਹੇ ਕੋਈ ਨੇ, ਹੈਲਪ ਪ੍ਰੋਮਪਟ ਦੇ ਸਕਦੇ। ਇੰਜੀਨੀਅਰਿੰਗ ਬੈਸਟ ਰਿਜ਼ਲਟ ਲਈ ਨਹੀਂ ਹੁੰਦਾ ਕਿ ਹਾਂ, ਉਹਦੇ ਵਾਸਤੇ ਹੀ ਹੁੰਦਾ ਵੀਰੇ, ਠੀਕ ਸਹੀ ਬੋਲ ਰਹੇ ਹੋ ਤੁਸੀਂ, ਸਹੀ ਬੋਲ ਹਮ, ਰਹੇ ਹੋ। ਤੁਹਾਡਾ ਹੋ ਚਲੋ ਗਿਆ ਕੁਐਸਚਨ ਦਾ ਆਨਸਰ, ਜਾਂ ਹੈਗਾ ਕੋਈ ਨਹੀਂ, ਕੁਐਸਚਨ? ਕੁਐਸਚਨ ਦਾ ਆਨਸਰ ਤੇ ਹੋ ਗਿਆ। ਮਤਲਬ ਮੇਨ ਕੁਐਸਚਨ ਇਹੀ ਸੀ ਕਿ ਹੁਣ ਤੁਸੀਂ ਮਤਲਬ ਕਿ ਕੋਈ ਜੋ ਆਲਰੇਡੀ ਅਵੇਲੇਬਲ ਮਾਰਕੀਟ 'ਚ AI ਸਰਵਿਸਿਜ਼ ਹੈਗੀਆਂ, ਜਿਵੇਂ ਓਪਨ AI ਹੈ, ਕਲਾਉਡ ਹੈ ਜਾਂ ਹਾਂਜੀ ਗਰੋਕ ਹੈ, ਹਾਂਜੀ, ਕਾਫੀ ਹੈਗੀਆਂ ਨੇ, ਤੇ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਜਾਂ ਤੁਸੀਂ ਅਜੇ ਵੀ ਆਪਣੇ ਪੁਰਾਣੇ ਟ੍ਰੈਡੀਸ਼ਨਲ ਜੋ ਟੂਲ ਯੂਜ਼ ਕਰ ਰਹੇ ਸੀ ਨਹੀਂ ਨਹੀਂ, ਉਹਦੇ ਹੀ ਹੁਣ ਐਡਵਾਂਸ ਤੇ ਵਰਜ਼ਨ ਹੀ ਕਰ ਰਹੇ ਹੋ? ਟੋਟਲੀ ਲੇਟੈਸਟ ਜਿਹੜਾ ਵੀ ਮਟੀਰੀਅਲ ਮਾਰਕੀਟ 'ਚ ਹੈਗਾ ਉਹਨੂੰ ਯੂਜ਼ ਕਰ ਰਹੇ ਹਾਂ। ਲੇਟੈਸਟ ਪੁਰਾਣਾ ਮਾਡਲ। ਨਹੀਂ, ਪੁਰਾਣਾ ਕੁਛ ਨਹੀਂ, ਪੁਰਾਣਾ ਤੇ ਕੰਪਨੀਆਂ ਨਹੀਂ ਚਾਹੁੰਦੀਆਂ, ਟਾਈਮ ਟਾਈਮ ਖਰਾਬ ਹੁੰਦਾ ਨਾ, ਹਾਂਜੀ, ਅਸਲ 'ਚ ਤੁਹਾਨੂੰ ਟਾਈਮ ਲੱਗਦਾ ਬਹੁਤ ਕਿ ਲੱਗਦਾ। ਜੋ ਤੁਸੀਂ ਕਰ ਰਹੇ ਹੋ ਮਾਰਕੀਟ 'ਚ ਜਾਂ ਸਟੂਡੈਂਟਸ ਲਈ, ਜਾਂ ਇਸ ਟਾਈਮ ਜੋ ਵੈਬ ਡਿਵੈਲਪਮੈਂਟ 'ਚ ਹੈਗੇ ਨੇ ਜਿਨ੍ਹਾਂ ਨੂੰ ਇਹ ਟੈਕਨੋਲੋਜੀ ਆਉਂਦੀ ਵੀ ਹੈ, ਨੋਡ.ਜੇਐਸ ਆਉਂਦੀ ਵੀ ਹੈ ਜਾਂ ਫਰੰਟ ਐਂਡ ਵੀ ਆਉਂਦਾ ਹੈ, ਉਹਨਾਂ ਕੋਲ ਇਹ ਰੋਡ ਮੈਪ ਹੈਗਾ ਹੈ ਕਿ ਉਹ ਅਗਰ ਇਸ ਲਾਈਨ 'ਚ ਆਉਣਾ ਚਾਹਣ ਤਾਂ ਉਹਨਾਂ ਕੋਲ ਕਲੀਅਰ ਕੱਟ ਰੋਡ ਮੈਪ ਹੈਗਾ ਹੈ, ਤੁਹਾਡੇ ਐਕਸਪੀਰੀਅੰਸ ਦੇ ਹਾਂ, ਅਕੋਰਡਿੰਗ? ਦੇਖ, ਅਗਰ ਮਾਰਕੀਟ ਨਾਲ ਮੇਰਾ ਇਹ ਆ, ਅਗਰ ਤੁਸੀਂ ਮਾਰਕੀਟ ਨਾਲ ਪੈਰਲਲ ਹੋ ਜਾਓਗੇ, ਜਿੱਦਾਂ ਤੁਸੀਂ ਐਂਟਰ ਹੋਣ ਲਈ ਤਾਂ ਤੁਹਾਨੂੰ ਬੇਸ ਹੀ ਪੁੱਛਣਗੇ ਨਾ, ਐਂਟਰ ਤੇ ਉਹ ਨਹੀਂ ਪੁੱਛਣਗੇ ਕਿ ਹਾਂ ਤੁਹਾਨੂੰ ਇਹ ਟੂਲ ਯੂਜ਼ ਕਰਨਾ ਆਉਂਦਾ ਕਿ ਨਹੀਂ ਆਉਂਦਾ। ਤੁਸੀਂ ਫਰੈਸ਼ਰ ਹੋ, ਤੁਸੀਂ ਕਾਲਜ ਚੋਂ ਹਜੇ ਨਿਕਲੇ ਹੋ ਸਿਰਫ, ਹਨਾ। ਹਾਂਜੀ, ਉਸ ਉਹਨਾਂ ਨੂੰ ਹੀ ਪਤਾ ਕੰਪਨੀਆਂ ਨੂੰ ਕਿ ਹਾਂ ਇਹਨਾਂ ਦਾ ਮਾਈਂਡ ਲੈਵਲ ਕਿੰਨਾ ਗਾ, ਹਨਾ, ਇਹ ਇੰਡਸਟਰੀ ਨੂੰ ਕਿੰਨਾ ਕੁ ਜਾਣਦੇ ਆ ਵੀ ਕਿੱਦਾਂ ਕੰਮ ਕਰਦੀਆਂ ਨੇ ਇੰਡਸਟਰੀਜ਼, ਹਨਾ। ਤੇ ਉਹਨਾਂ ਨੇ ਸਿਰਫ ਉਸ ਲੈਵਲ ਦੇ ਕੁਐਸਚਨ ਪੁੱਛਣੇ ਆ, ਹੂੰ, ਜਿੱਦਾਂ ਮਨਿੰਦਰ ਵੀਰੇ ਨੇ ਗਾਈਡ ਕੀਤਾ ਕਿ ਹਾਂ DSA ਲੈਵਲ ਦੇ ਕੁਐਸਚਨਸ ਪੁੱਛਣਗੇ, ਆਪਰੇਟਿੰਗ ਸਿਸਟਮ ਲੈਵਲ ਦੇ ਕੁਐਸਚਨਸ ਪੁੱਛਣਗੇ, ਉਸ ਲੈਵਲ ਤੇ ਹੀ ਰੱਖਣਗੇ ਉਹ ਇੰਟਰਵਿਊ ਨੂੰ। ਉਹ ਨਹੀਂ ਲੈ ਕੇ ਜਾਣਗੇ ਕਿ ਤੁਸੀਂ ਬਾਈ ਐਜ਼ਿਓਰ ਦੀ ਕੋਈ ਸਰਵਿਸ ਬਣਾ ਕੇ ਦਿਖਾਓ ਸਾਨੂੰ, ਕੋਈ ਕਲਾਊਡ ਕੀ ਯੂਜ਼ ਕਰਕੇ ਤੁਹਾਨੂੰ ਚੈਟਬੋਟ, ਜਾਂ ਫੋਰ ਐਗਜ਼ਾਮਪਲ ਮੈਂ ਆਪਦੀ ਗੱਲ ਕਰ ਰਿਹਾ, ਚਲੋ ਕੋਈ ਵੀ ਹਾਂਜੀ, ਰਿਕੁਆਇਰਮੈਂਟ ਹੋ ਸਕਦੀ ਹੈ ਅਗਲੇ ਦੀ। ਉਹ ਇੱਕ ਬੰਦੇ ਨੂੰ ਹਾਇਰ ਕਰਦੇ ਆ, ਫਰੈਸ਼ਰ ਨੂੰ, ਫੋਰ ਵੇਰੀਅਸ ਆਫ ਰੋਲਸ, ਕਿ ਕੋਈ ਵੀ ਰੋਲ ਦੇ ਸਕਦੇ ਆ ਇਹਨੂੰ, ਅਸੀਂ ਡਾਟਾਬੇਸ ਇੰਜੀਨੀਅਰ ਬਣਾ ਸਕਦੇ ਹਾਂ, ਉਹ ਕੋਈ ਵੀ ਰੋਲ ਫੜਾ ਸਕਦੇ ਆ। ਉਹ ਤੋਂ ਬਾਅਦ ਹਾਂਜੀ, ਸਾਲ 2 ਸਾਲ ਬਾਅਦ ਕੋਈ ਇੰਜੀਨੀਅਰ ਜਿਹੜਾ IT ਚ ਐਂਟਰ ਕਰਦਾ, ਉਦੋਂ ਡਿਸਾਈਡ ਕਰਦਾ ਕਿ ਮੈਂ ਆਪਣੀ ਪ੍ਰੋਫਾਈਲ ਨੂੰ ਕਿਸ ਡਾਇਰੈਕਸ਼ਨ ਚ ਲੈ ਕੇ ਜਾਣਾ। ਇਵਨ ਸਾਡੀ ਕੰਪਨੀ ਚ ਕੁਝ ਵੈਲਿਡ। ਇਦਾਂ ਦੇ ਬੰਦੇ ਹੈਗੇ ਜਿਹੜੇ ਬਿਲਕੁਲ ਹੀ ਫਰੈਸ਼ਰ ਆ, ਇੰਡੀਆ ਚ ਜੁਆਇਨ ਕੀਤੇ ਸੀ, ਤੇ ਉਹ ਸਟਾਰਟ ਹੀ ਉਹਨਾਂ ਨੇ ਚੈਟਬੋਟ ਤੋਂ ਕੀਤਾ ਆ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇੰਡਸਟਰੀ ਚ ਹੋਰ ਵੀ ਬਹੁਤ ਕੁਝ ਹੁੰਦਾ ਹੈ। ਹੁਣ ਮੈਂ ਤੁਹਾਨੂੰ ਦੱਸਿਆ, ਮੈਂ 3-4 ਟੀਮਾਂ ਹੋਰ ਵੀ ਉਹ ਤੋਂ ਪਹਿਲਾਂ ਐਕਸਪਲੋਰ ਕਰ ਚੁੱਕਿਆ ਸੀ, ਜਿਹੜੀਆਂ ਕੋਈ ਬੈਂਕ ਦੀ ਵੈਬਸਾਈਟ ਨੂੰ ਡਿਵੈਲਪ ਕਰ ਰਹੀਆਂ ਸੀ, ਕੋਈ ਇੱਧਰ ਜਿੱਦਾਂ ਆਪਣੇ ਸਵਿਫਟ ਟ੍ਰਾਂਸਫਰ ਹੁੰਦਾ ਆ, ਜੇ ਫੋਰਨ ਹਾਂਜੀ, ਆਪਾਂ US ਫੋਰਨ ਕਰੰਸੀ ਟ੍ਰਾਂਸਫਰ ਕਰੀਏ ਤਾਂ ਡਾਇਰੈਕਟ ਆਪਣੀ ਬੈਂਕ ਟੂ ਬੈਂਕ ਟ੍ਰਾਂਸਫਰ ਨਹੀਂ ਹੁੰਦੀ। ਆਪਣੀ ਜਿੰਨੀ ਵੀ ਮਨੀ ਟ੍ਰਾਂਸਫਰ ਆ ਉਹ ਐਜ਼ ਅ ਸਵਿਫਟ ਕੋਡ ਦੇ ਥਰੂ ਟ੍ਰਾਂਸਫਰ ਹੁੰਦੀ ਹੈ, ਮਤਲਬ ਇੱਕ ਸਵਿਫਟ ਟ੍ਰਾਂਜੈਕਸ਼ਨ ਬਣਾ ਕੇ ਟ੍ਰਾਂਜੈਕਸ਼ਨ ਕੀਤੀ ਜਾਂਦੀ ਹੈ, ਠੀਕ ਹੈ। ਉਹਦੀ ਜਿਹੜੀ ਮਤਲਬ ਕਿ ਡਿਟੇਲ ਆ ਉਹ ਐਨਕੋਡਡ ਫਾਰਮ ਚ ਭੇਜੀ ਜਾਂਦੀ ਹੈ, ਹਨਾ। ਤੇ ਉਹ ਸਾਰੀਆਂ ਚੀਜ਼ਾਂ ਹੀ ਮੈਂ ਬਣਾਈਆਂ ਨੇ, ਮਤਲਬ ਸਵਿਫਟ ਦਾ ਕਿੱਦਾਂ ਉਹਦੀ ਕੰਫੀਗਰੇਸ਼ਨ ਸੈੱਟ ਕਰਨਾ, ਉਹ ਸਭ ਕੁਝ ਮੈਂ ਬਹੁਤ ਇਨੀਸ਼ੀਅਲ ਲੈਵਲ ਤੇ ਜਦੋਂ ਮੇਰਾ ਸਟਾਰਟ ਸੀਗਾ। ਤਾਂ ਹੁਣ ਮੇਰੀ ਕੰਪਨੀ ਚ ਜਿਹੜਾ ਫਰੈਸ਼ਰ ਲੈਵਲ ਤੇ ਸਿੱਧਾ ਚੈਟਬੋਟ ਬਣਾ ਰਿਹਾ, ਹਨਾ, ਉਹਨੂੰ ਤਾਂ ਇਹੀ ਲੱਗੂਗਾ ਇਹੀ ਦੁਨੀਆ ਆ, ਹਾਂਜੀ, ਹਨਾ, ਵੀ ਆਹੀ ਦੁਨੀਆ ਆ ਬਸ, ਇਹ ਤੋਂ ਬਾਹਰ ਕੁਝ ਹੈ ਨਹੀਂ, ਹਨਾ। ਹੁਣ ਜਿੰਨਾ ਆਪਾਂ ਐਕਸਪਲੋਰ ਕਰਦੇ ਰਹਿੰਦੇ ਹਾਂ, ਇਹ 2-3 ਸਾਲ ਬਾਅਦ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਇਸ ਡੋਮੇਨ ਚ ਹੁਣ ਇਹਨੂੰ ਹੀ ਕੰਟੀਨਿਊ ਕਰਨਾ, ਕਿਉਂਕਿ ਮੇਰਾ ਬੈਕਅਪ ਬਣ ਗਿਆ। ਹੋ ਸਕਦਾ ਉਹ ਲਗਾਤਾਰ 2-3 ਸਾਲ, ਜਿਹੜਾ ਬੰਦਾ ਫਰੈਸ਼ਰ ਆਇਆ ਉਹ 2-3 ਸਾਲ ਲਗਾਤਾਰ ਕਰ ਜਾਵੇ, ਤਾਂ ਉਹ ਕਿਸੇ ਹੋਰ ਚ ਸਵਿਚ ਹੀ ਨਾ ਕਰ ਪਾਵੇ, ਜਾਂ ਉਹ ਕਰਨਾ ਹੀ ਨਾ ਚਾਹਵੇ ਵੀ ਮੈਂ ਤਾਂ ਹੁਣ AI ਚ ਹੀ ਜਾਣਾ, ਮੈਂ ਅੱਗੇ ਹੋਰ ਕੁਝ ਜਾਣਾ ਨਹੀਂ। ਉਹ ਅੱਗੇ ਪਾਈਥਨ ਸਿੱਖ ਲਵੇ ਜਾਂ ਹੋਰ ਟੂਲ ਬਣਾਉਣੇ ਸਿੱਖ ਲਵੇ, ਹੋ ਸਕਦਾ ਉਹ ਇਹਦੇ ਚ ਕੰਟੀਨਿਊ ਕਰ ਲਵੇ। ਐਂਡ ਲੇਟੈਸਟ ਮਾਰਕੀਟ ਹੈ ਅੱਜ ਦੇ ਟਾਈਮ ਦੀ, ਹਾਂਜੀ। ਬੈਡ ਆਈਡੀਆ ਇਹ ਹੈ। ਕੁਐਸਚਨ ਮਤਲਬ ਇਸੇ ਕਰਕੇ ਪੁੱਛਿਆ ਸੀ ਕਿ ਮੈਂ ਚੈਟ ਦੇਖ ਰਿਹਾ ਸੀ ਨਾ ਅੱਗੇ, ਤੇ ਉਹਦੇ 'ਚ ਜਿਹੜੇ ਸਟੂਡੈਂਟ ਅਜੇ BCA ਕਰ ਰਹੇ ਆ ਜਾਂ ਜਿਨ੍ਹਾਂ ਨੇ ਅਜੇ ਪ੍ਰੋਗਰਾਮਿੰਗ ਸਿਰਫ ਸੋਚ ਹੀ ਰਹੇ ਆ, ਉਹ ਪਹਿਲਾਂ ਹੀ ਹਾਂਜੀ, ਡੀਮੋਟੀਵੇਟ ਹੋ ਗਿਆ AI ਨੂੰ ਦੇਖ ਕੇ ਜਾਂ ਕਿੱਦਾਂ, ਨਹੀਂ ਬਟ ਨਹੀਂ, ਹਨਾ ਡੀਮੋਟੀਵੇਟ ਨਹੀਂ ਹੋਣਾ, ਕਿ ਨਹੀਂ ਨਹੀਂ, ਆਪ ਬਹੁਤ ਇਹ ਸਹੀ ਰਾਹ ਉਹਨਾਂ ਤੇ ਲਈ ਚੱਲ ਰਹੇ ਵੀ ਹੋ। ਹਾਂ, ਆਨਸਰ ਹੈ ਕਿ ਤੁਸੀਂ HTML CSS JavaScript ਅਗਰ ਤੁਸੀਂ ਸਟਰੋਂਗ ਕਰ ਲਓ, ਤੁਸੀਂ ਐਂਟਰੀ ਲੈ ਸਕਦੇ ਹੋ ਕੰਪਨੀ 'ਚ। ਬਸ ਕੰਪਨੀ ਨੇ ਐਂਟਰੀ ਤੁਹਾਨੂੰ ਮਤਲਬ ਕਿ ਆਪਣੇ ਤਰੀਕੇ ਨਾਲ ਕਹਿ ਲਓ ਜਾਂ ਮਾਰਕੀਟ ਲੈਵਲ ਦੇ ਅਕੋਰਡਿੰਗ ਤੁਹਾਨੂੰ ਕਰਨਾ, ਨਾ ਰੋਡ ਮੈਪ ਕੋਈ ਕੰਮ ਨਹੀਂ ਆਏਗਾ, ਬੇਸਿਕ ਰੋਡ ਮੈਪ ਓਬਵੀਅਸ ਇਹੀ ਹੈ। ਆ। ਉਹਨਾਂ ਨੇ ਹਾਂਜੀ, ਅਗਰ ਤੁਸੀਂ ਬੇਸਿਕ ਸਿੱਧਾ ਚੀਜ਼ਾਂ ਨੋ ਦਾ ਕੋਡ ਕਰ ਰਹੇ ਹੋ ਨਾ, ਹਾਂ, ਬੇਸਿਕ ਸਿੱਧਾ ਚੀਜ਼ਾਂ ਤਾਂ ਨੋ ਕੋਡ ਉਹੀ ਨੇ ਕਰ ਯਾਰ। ਰਹੇ ਹੋ, ਕੀ ਪੁੱਛਣਗੇ ਤੁਹਾਨੂੰ?
ਇੰਟਰਵਿਊ 'ਚ ਕੀ ਪੁੱਛਣਗੇ? ਤੁਸੀਂ ਨੋ ਕੋਡ ਕਰ ਰਹੇ ਹੋ, ਤੁਹਾਨੂੰ ਇਹ ਥੋੜ੍ਹਾ ਪੁੱਛਣਗੇ ਕਿੱਦਾਂ ਡਰੈਗ ਡਰੋਪ ਕਰ ਰਹੇ ਹੋ ਤੁਸੀਂ। ਤੁਸੀਂ ਆਹ ਬਾਕਸ ਨੂੰ ਚੱਕ ਕੇ ਇੱਧਰ ਲਾਤਾ, ਉਹ ਕਿੱਦਾਂ ਪੁੱਛਣਗੇ ਉਹ? ਫੰਡਾਮੈਂਟਲ ਕਿ ਤਾਂ ਹਾਂ ਉਹੀ ਜੀ ਰਹਿਣੇ ਮੈਂ ਯਾਰ, ਫੰਡਾਮੈਂਟਲ ਨਹੀਂ ਨਾ, ਉਹਨਾਂ ਨੂੰ ਤਾਂ ਫੰਡਾਮੈਂਟਲ ਇੰਟੈਲੀਜੈਂਸ ਉਹੀ ਥੋੜੀ ਰਹਿਣੇ ਚੈੱਕ ਤੁਹਾਨੂੰ, ਕਰਨੀ ਆ। ਉਹੀ DSA ਰਹਿਣਾ, ਉਹੀ ਚੀਜ਼ਾਂ ਰਹਿਣੀਆਂ, HTML ਜਾਵਾ ਸਕ੍ਰਿਪਟ ਤੇ CSS, ਉਹ ਤਾਂ ਰਹਿਣਾ ਹੀ ਰਹਿਣਾ ਤੁਹਾਡਾ, ਹਨਾ। ਉਹ ਤੋਂ ਇਹ ਬਾਅਦ ਕੁਐਸਚਨ ਦਾ ਆਨਸਰ ਮੇਬੀ ਉਹਨਾਂ ਸਟੂਡੈਂਟਸ ਲਈ ਵੀ ਹੈ ਜਿਹੜੇ ਅਜੇ ਸਟੂਡੈਂਟ ਨੇ, ਕਾਲਜ ਸਟਾਰਟ ਹੀ ਹੋਇਆ ਵਾ, ਫਸਟ ਸਮੈਸਟਰ ਨੇ ਜਾਂ ਥਰਡ ਸਮੈਸਟਰ ਨੇ, ਜਾਂ ਜਿਹੜੇ ਕੋਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਸੋਚ ਰਹੇ ਆ ਕਿ AI ਆ ਗਈ ਹੈ, ਕਰੀਏ ਕਿ ਨਾ ਕਰੀਏ। ਨਹੀਂ ਕਰਨਾ ਤੁਹਾਨੂੰ ਹੈ, ਦੱਸੀ ਤਾਂ ਤੁਹਾਨੂੰ ਜਾਂਦਾ ਵੀ ਐਂਟਰੀ ਉਹਦੇ ਨਾਲ ਹੁਣ ਮਿਲਣੀ ਹੈ। AI ਬਣਾਉਣ ਦੀ ਜੋਬ ਕਰੋਗੇ, ਉਹਦੇ ਵਾਸਤੇ ਵੀ ਕੋਡ ਤਾਂ ਆਉਣਾ ਹੀ ਚਾਹੀਦਾ ਹੈ। ਉਹਦੇ ਲਈ ਵੀ ਜਾਵਾਸਕ੍ਰਿਪਟ ਤੇ ਆਣੀ ਚਾਹੀਦੀ ਹੈ, ਫੇਰ ਬਿਲਕੁਲ, ਹੀ ਜੇ ਨੋਡ ਜੈਸ ਜੇ ਹੋ ਕਰੋਗੇ ਸਕਦਾ ਫੇਰ ਹੀ। ਤੁਹਾਨੂੰ ਇੰਡਸਟਰੀ 'ਚ ਐਂਟਰ ਹੋਣ ਤੋਂ ਬਾਅਦ ਤੁਹਾਨੂੰ ਇੱਕ ਵੀ ਕੋਡ ਨਾ ਲਿਖਣਾ ਪਵੇ, ਹੋ ਸਕਦਾ ਹੈ, ਇਹ ਪੋਸੀਬਿਲਿਟੀ ਸਕਦਾ, ਹੈਗੀ ਹੈ ਬਟ ਵੀ ਤੁਹਾਨੂੰ ਤੁਹਾਨੂੰ ਆਉਣਾ ਸਾਰੀ, ਚਾਹੀਦਾ। ਪਰ ਆਣਾ ਐਂਟਰੀ ਤੁਹਾਨੂੰ ਉਹਦੇ ਨਾਲ ਐਡਿਟ ਹੀ ਕਰਨਾ ਮਿਲਣੀ ਤੇ ਹੈ। ਆਉਣਾ ਚਾਹੀਦਾ, ਐਡਿਟ ਕਰਨਾ ਤੇ ਆਉਣਾ ਹੀ ਚਾਹੀਦਾ, ਐਡਿਟ ਚਾਹੇ AI ਕਰਨਾ ਯਾਰ ਵੀ ਕੋਡ ਆਉਣਾ ਲਿਖ ਵੀ ਦੇਵੇ। AI ਤੋਂ ਕੋਡ ਲਿਖਾ ਕੇ ਵੀ ਰਿਵਿਊ ਵੀ ਤਾਂ ਕਰੋਗੇ ਨਾ ਆਪ, ਕਿ ਰਿਵਿਊ ਏਦਾਂ ਸਿੱਧਾ ਹੀ ਪਾ ਦੋਗੇ, ਉਹ ਚ ਐਰਰ ਆ ਗਿਆ ਫਿਰ ਕੌਣ ਦੱਸੂਗਾ, ਹਨਾ। ਸੋ ਬੇਸਿਕ ਬਾਲਾ ਤਾਂ ਸਿੱਧਾ ਤੁਹਾਨੂੰ ਤਾਂ ਆਉਣੀ ਉਹ ਹੀ ਲਿਖ ਕੇ ਵੀ ਨਹੀਂ ਚਾਹੀਦੀ ਹੈ। ਦਿੰਦੇ, ਬਾਲਾ ਨਹੀਂ ਸਿੱਧਾ ਦਿੰਦਾ ਯਾਰ, ਸਿੱਧਾ ਤਾਂ ਮੈਂ ਉਹ ਲਿਖ ਦੇਖਦਾ ਕੇ ਵੀ ਚੈਟ ਨਹੀਂ ਦਿੰਦੇ GPT ਯਾਰ। ਵੀ ਬਹੁਤ ਗਲਤੀਆਂ ਕਰਦਾ, ਹਾਲੇ ਬਹੁਤ ਉਲਝਾ ਦਿੰਦਾ ਕਈ ਵਾਰੀ ਕੰਮ ਨੂੰ ਹੋਰ ਵੀ ਬਾਲਾ ਜ਼ਿਆਦਾ। ਸਿੱਧਾ ਨਹੀਂ, ਉਹ ਇੱਕ ਤੁਹਾਨੂੰ ਆਈਡੀਆ ਦਿੰਦੇ ਆ ਵੀ ਹਾਂ ਇਹ ਤਰੀਕਾ ਹੋ ਸਕਦਾ। ਮਤਲਬ ਕਿ ਕਹਿ ਸਕਦੇ ਹਾਂ ਕਿ ਜੂਨੀਅਰ ਕੋਡਰ ਜਾਂ ਇੱਕ ਹੈਲਪਿੰਗ ਹੈਂਡ ਹੋ ਸਕਦੀ ਹੈ ਸਾਡੇ ਲਈ। ਅਸਿਸਟੈਂਟ ਹਾਂ ਹੈ, ਯੈਸ, ਹੈਲਪਿੰਗ ਹੈਂਡ ਹੈ ਇੱਕ, ਹਾਂ। ਇੱਕ ਅਸਿਸਟੈਂਟ ਹੈ, ਤੁਹਾਡਾ ਕੰਮ ਥੋੜਾ ਜਿਹਾ ਫਾਸਟ ਕਰ ਦੂਗਾ ਉਹ, ਤੇ ਤੁਹਾਨੂੰ ਸਿੱਧੇ ਰਾਹ, ਮਤਲਬ ਜਿਹੜਾ ਫੰਕਸ਼ਨ ਤੁਹਾਨੂੰ ਪਤਾ ਵੀ ਹਾਂ ਇਹ 'ਚ ਮੈਨੂੰ 15-20 ਮਿੰਟ ਸੇਮ ਲੱਗਣੇ ਆ, ਉਹ 5 ਮਿੰਟ 'ਚ ਪਹਿਲਾਂ ਵੀ ਕਰੂਗਾ। ਆਪਾਂ ਜਦੋਂ ਚੈਟ ਜੀਪੀਟੀ ਨਹੀਂ ਹੈਗੇ ਸੀ, ਦੇਖੋ ਅੱਜ ਤੋਂ ਆਪਾਂ 2 ਸਾਲ ਜਾਂ 1.5-2 ਸਾਲ ਪਹਿਲਾਂ ਦੀ ਗੱਲ ਕਰੀਏ, ਉਦੋਂ ਆਪਾਂ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਿੱਦਾਂ ਲੱਭਦੇ ਸੀ? ਸਟੈਕ ਸਟੈਕ ਓਵਰਫਲੋ ਤੇ ਓਵਰਫਲੋ ਜਾਂਦੇ ਹੁੰਦਾ ਸੀ, ਸੀ, ਬਿਲਕੁਲ। ਹਨਾ? ਸਟੈਕ ਓਵਰਫਲੋ ਤੇ ਜਾਂਦੇ ਸੀਗੇ, ਮੇਨਲੀ ਆਪਣੀ ਉਹੀ ਆਪਸ਼ਨ ਸੀ, ਜਾਂ ਕਿਸੇ ਦੇ ਵਲੋਗਸ ਨੇ, ਕਿਸੇ ਨੇ ਕੋਈ ਪ੍ਰੋਬਲਮ ਸੋਲਵ ਕਰ ਜਾਂ ਰੱਖੀ ਆ, ਗਿਟਹਬ ਤੇ ਕਿਸੇ ਵਲੋਗ ਬਣਾ ਕਿਤੇ ਰੱਖਿਆ, ਇਸ਼ੂ ਕਿਸੇ ਨੇ ਰੇਜ਼ ਕੀਤਾ ਹੈ, ਗਿਟਹਬ ਤੇ ਪਾ ਤੇ ਰੱਖਿਆ, ਉਹ ਹਾਂ ਆਪਣਾ ਇਸ਼ੂ ਜੇ ਕਿਤੇ ਮੈਚ ਕਰ ਰਿਹਾ ਤੇ ਫਿਰ ਸੇਮ ਉੱਥੇ ਵੀ ਮੈਚ ਕਰ ਪ੍ਰੋਪਰ ਗਿਆ, ਹਾਂ। ਸੋਲੂਸ਼ਨ ਤੇ ਨਹੀਂ ਸੀ ਹੁੰਦਾ, ਫਿਰ ਵੀ ਪ੍ਰੋਪਰ ਇੱਕ ਸੋਲੂਸ਼ਨ ਨਹੀਂ ਆਈਡੀਆ ਹੁੰਦਾ ਸੀ, ਲਗਾਉਂਦੇ ਸੀ। ਆਈਡੀਆ ਹੁੰਦਾ ਸੀਗਾ, ਹਾਂ। ਤੇ ਜਾਂ ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੁੰਦੀ ਸੀ, ਮੈਂ ਕਿਉਂਕਿ ਈਵਨ ਮੈਂ ਇਹ ਵੀ ਕਰਦਾ ਰਿਹਾ ਕਿ ਜੇ ਮੇਰਾ ਪ੍ਰੋਬਲਮ ਨਹੀਂ ਸੋਲਵ ਹੋ ਰਹੀ, ਮੈਨੂੰ ਕਿਤੋਂ ਮਿਲੀ ਨਹੀਂ ਹੈਗੀ, ਨਾ ਸਟੈਕ ਓਵਰਫਲੋ, ਨਾ ਮੈਨੂੰ ਕੀ ਕਹਿੰਦੇ ਹੁੰਦੇ ਕਿਸੇ ਦੇ ਕੋਈ ਬਲੌਗ ਮਿਲਿਆ, ਏਦਾਂ ਦਾ ਕੁਝ ਨਹੀਂ ਮਿਲਿਆ ਮੈਨੂੰ, ਪਰ ਮੇਰੀ ਪ੍ਰੋਬਲਮ ਸਟਿਲ ਮੇਰੇ ਤੋਂ ਸੋਲਵ ਨਹੀਂ ਹੋ ਰਹੀ, ਤਾਂ ਮੈਂ ਖੁਦ ਆਪਦਾ ਸਟੈਕ ਓਵਰਫਲੋ ਤੇ ਕੁਐਸਚਨ ਬਣਾ ਕੇ ਪਾਉਂਦਾ ਰਿਹਾ, ਤੇ ਮੈਨੂੰ ਆਨਸਰ ਮਿਲੇ ਆ, ਈਵਨ ਫੋਰਨ ਕੰਟਰੀਜ਼ ਤੋਂ ਵੀ ਆਨਸਰ ਆਉਂਦੇ ਰਹੇ ਆ। ਤੇ ਤੁਸੀਂ ਮਤਲਬ ਉਹੀ ਇੱਕ ਟੂਲ ਸੀ, ਆਪਣੇ ਕੋਲੇ ਹੈ ਨਹੀਂ ਸੀਗਾ ਚੈਟ ਜੀਪੀਟੀ, ਆਪਾਂ ਐਂਟਾਇਰ ਵਰਲਡ ਨਾਲ ਕਿੱਦਾਂ ਕਨੈਕਟਡ ਸੀ? ਸਟੈਕ ਓਵਰਫਲੋ ਨਾਲ ਹੀ ਕਨੈਕਟਡ ਮੈਂ ਤਾਂ ਸੀਗੇ। ਹੁਣ ਵੀ ਸਟੈਕ ਓਵਰਫਲੋ ਦੇਖਦਾ ਯਾਰ ਬਹੁਤ ਵਾਰੀ। ਹਾਂ, ਅਜੇ ਵੀ ਆਪਾਂ ਹੁਣ ਉੱਤੇ ਵੀ ਦੇਖ ਕਾਫੀ ਲੈਂਦੇ ਆ, ਸੋਲੂਸ਼ਨ ਕਿਉਂਕਿ ਹੋਏ ਆਪਣੀ ਨੇ। ਨਹੀਂ ਆਦਤ ਮਤਲਬ ਹੋਈ ਆ। ਪਹਿਲਾਂ ਮੈਂ ਨਹੀਂ ਆਦਤ ਨਹੀਂ, ਕਿਉਂਕਿ ਉੱਥੇ ਪਤਾ ਵੀ ਉੱਥੇ ਚੈਟ GPT ਦੇ ਸਿੱਧਾ ਆਨਸਰ ਕਈ ਵਾਰ ਨਹੀਂ ਮਿਲਣਾ, ਫਿਰ ਉੱਥੇ ਪਤਾ ਰੀਅਲ ਵੀ ਉੱਥੇ, ਬੰਦੇ ਆ ਹਾਂ ਉੱਥੇ ਮਿਲ ਜਾਣਾ, ਕਿ ਮਤਲਬ ਪੁਰਾਣਾ ਕਿਸੇ ਨਾ ਕਿਸੇ ਤਾਂ ਫੇਸ ਕੀਤੀ ਹੋਊਗੀ ਨਾ ਪ੍ਰੋਬਲਮ। ਈਵਨ ਤੁਹਾਨੂੰ ਮੈਂ ਦੱਸਦਾ, ਮੈਂ ਜਦੋਂ ਪੁਰਾਣੀ ਪਹਿਲਾਂ ਵਾਲੀ ਕੰਪਨੀ 'ਚ ਸੀ, ਉੱਥੇ ਮੇਰਾ ਇੱਕ ਸੀਨੀਅਰ ਸੀਗਾ, ਵਧੀਆ, ਮਤਲਬ ਮੈਂ ਜਿਹਨੂੰ ਵਧੀਆ ਮੰਨਦਾ ਸੀਗਾ, ਉਹ ਆਪਣੀ ਸਟੈਕ ਓਵਰਫਲੋ ਤੇ ਵੀ ਪ੍ਰੋਫਾਈਲ ਬਣਾ ਕੇ ਰੱਖਦਾ ਸੀ, ਮਤਲਬ ਲਿੰਕਡਇਨ ਪ੍ਰੋਫਾਈਲ ਹੀ ਕੱਢ, ਤੇ ਉਹ ਕੰਪਨੀ ਨੂੰ ਦਿਖਾਉਣ ਲਈ ਕਿ ਮੈਂ ਸਟੈਕ ਓਵਰਫਲੋ ਤੇ ਅੱਜ ਤੱਕ ਮੈਂ 10 ਕੁਐਸਚਨਸ ਦੇ ਆਨਸਰ ਦਿੱਤਾ ਕਿ ਜਿਹੜੇ ਮੇਰੇ ਹਾਈਲੀ ਵੋਟਡ ਹੈ। ਇਹ ਵੀ ਇੱਕ ਮਤਲਬ ਕਿ ਐਡ ਪੁਆਇੰਟ ਸੀਗਾ, ਉਹਦੇ ਪਲੱਸ ਪੁਆਇੰਟ ਸੀਗਾ, ਜੇ ਉਹ ਇਸ ਹਿਸਾਬ ਨਾਲ ਆਨਸਰ ਦਿੰਦਾ, ਮੰਨ ਲਓ ਕਿਸੇ ਨੇ ਕੁਐਸਚਨ ਪਾ ਰੱਖਿਆ, ਉਹਦਾ ਆਲਰੇਡੀ ਆਨਸਰ ਹੈਗਾ, ਤੇ ਉਹ ਤੋਂ ਬਾਅਦ ਉਹ ਆਪਦਾ ਆਨਸਰ ਟਾਈਪ ਕਰ ਰਿਹਾ ਇਸ ਵੇ ਨਾਲ ਕਿ ਮੇਰੇ ਆਨਸਰ ਨੂੰ ਜ਼ਿਆਦਾ ਵੋਟ ਮਿਲੇ, ਕਿ ਉਹ ਜਿਹੜਾ ਉੱਪਰ ਮੰਨ ਲਓ ਉਹ ਆਨਸਰ ਨੂੰ 300 ਵੋਟ ਆਈ ਹੋਈ ਆ, ਤੇ ਕਈ ਵਾਰੀ ਉਹ ਇੰਨਾ ਕੋ ਰਿਫਾਈਨ ਆਨਸਰ ਲਿਖਦਾ ਸੀ ਕਿ ਈਜ਼ੀ ਸੋਲੂਸ਼ਨ ਲਿਖਦਾ ਸੀਗਾ ਉਹਦਾ, ਕਿ ਉਹਦੇ ਨੂੰ 350 ਵੋਟ ਆ ਗਈਆਂ ਜਾਂ 400 ਵੋਟਸ ਆ ਜਾਂਦੀ, ਤਾਂ ਕਹਿੰਦਾ ਸੀਗਾ ਜੀ ਮੇਰਾ ਆਨਸਰ ਜ਼ਿਆਦਾ ਵਧੀਆ ਆ। ਮੋਸਟਲੀ ਉਹਦਾ ਸ਼ਾਮ ਨੂੰ ਇਹ ਕੰਮ ਹੁੰਦਾ ਹੀ ਸੀਗਾ, ਮੈਂ ਘੰਟਾ ਯਾਰ ਆਪਣੇ ਜਿਹੜੇ ਮੈਂ ਸਕਿੱਲ ਤੇ ਕੰਮ ਕਰ ਰਿਹਾ ਉਹਦੇ ਕੁਐਸਚਨ ਸੋਲਵ ਕਰਾਂ, ਜਿਹੜੇ ਲੋਕਾਂ ਦੇ ਕੁਐਸਚਨ, ਤੋ ਇਹ ਕਰਦਾ ਸੀ, ਮੈਨੂੰ ਉਹਦੇ ਤੋਂ ਇਹ ਚੀਜ਼ ਬਹੁਤ ਚੀਜ਼ ਸਿੱਖਣ ਨੂੰ ਮਿਲੀ ਸੀ ਕਿ ਮੈਂ ਵੀ ਆਪਦੇ ਕੁਐਸਚਨਸ ਪੁੱਛਾਂ, ਜਾਂ ਮੈਂ ਜੇ ਮੈਨੂੰ ਆਨਸਰ ਪਤਾ ਤਾਂ ਮੈਂ ਆਨਸਰ ਦਵਾਂ ਇਹਦਾ, ਨਹੀਂ ਵੋਟ ਮਿਲ ਰਹੀ ਉਹ ਅੱਡ ਗੱਲ, ਪਰ ਆਪਾਂ ਆਨਸਰਸ ਦੇਈਏ ਇਹਦੇ, ਅਗਰ ਡਿਫਰੈਂਟ ਵੇ ਨਾਲ ਦੇ ਸਕਦੇ ਹਾਂ, ਕਿਉਂਕਿ ਮੋਸਟਲੀ ਜਿਨ੍ਹਾਂ ਨੇ ਵੋਟ ਕੀਤਾ ਹੁਣ ਜਿਹੜੇ ਪਹਿਲਾਂ ਹੀ 200-300 ਵੋਟਸ ਤੇ ਨੇ, ਉਹ ਹੈਲਪਫੁਲ ਹੁੰਦਾ ਹੀ ਆਨਸਰ, ਪਰ ਆਪਾਂ ਉਹ ਤੋਂ ਵੀ ਅਗਰ ਇੰਟਰਸਟਿੰਗ ਦੇ ਸਕਦੇ ਹਾਂ, ਤੇ ਅਗਰ ਤੁਸੀਂ ਦੇਖੋ ਥੱਲੇ 2-3-4 ਹੋਰ ਆਨਸਰ ਵੀ ਹੁੰਦੇ ਨੇ ਜਿਹੜੇ ਆਪਣੇ ਵਰਗੇ ਬੰਦੇ ਨੇ ਹੋਰ ਨੇ ਦਿੱਤੇ ਹੁੰਦੇ ਆ, ਪਰ ਇੱਕ ਅਪਰੋਚ ਹੈਗੀ ਆ ਵੀ ਹਾਂ ਆਪਣੀ ਸਕਿੱਲ ਨੂੰ ਆਪਾਂ ਥੋੜਾ ਉਹਦੇ ਤੋਂ ਆਪਾਂ ਆਪਣੀ ਸਕਿੱਲ ਨੂੰ ਜੱਜ ਕਰ ਸਕਦੇ ਹਾਂ ਵੀ ਕਿੰਨਾ ਕੁ ਆਪਾਂ ਨੂੰ ਪਤਾ ਆ, ਇਹ ਚੀਜ਼ ਹੈ। ਲਾਈਕ ਦਿਸ ਕਨਵਰਸੇਸ਼ਨ, ਯੈਸ 100%। ਤੁਸੀਂ ਵੋਟ ਕਰ ਦਿਓ। ਚਲ ਹਾਂਜੀ, ਆਪਾਂ ਹੁਣ ਨਵੇੜੀ ਹੈ ਮੇਰੇ ਖਿਆਲ ਚ ਨਾ, ਟਾਈਮ ਬਹੁਤ ਹੋ ਗਿਆ ਯਾਰ, ਟਾਈਮ ਤਾਂ ਹੋ ਗਿਆ ਵਾਧੂ। ਮੈਨੂੰ ਤਾਂ ਨੀਂਦ ਆਉਣ ਲੱਗੀ, ਮੈਂ ਥੱਕਿਆ ਚਲੋ ਕੋਈ ਨਹੀਂ, ਫਿਰ ਕਿਸੇ ਦਿਨ ਸਹੀ ਫਿਰ ਲਾਈਵ ਹੋ ਜਾਾਂਗੇ। ਨਹੀਂ ਇਹ ਤੁਹਾਡਾ ਹੁਣ ਆਪਾਂ ਮੈਂ ਕਹਿੰਦਾ ਪਲਾਨ ਸੀਗਾ ਕਰਾਂਗੇ। ਜਸਕਰਨ, ਹੈਂ? ਤੁਹਾਡਾ ਹਾਂਜੀ ਹਾਂਜੀ ਜਿਹੜਾ ਮਤਲਬ ਕਿ ਟਾਈਮ, ਤੁਸੀਂ ਸ਼ਿਫਟ ਟਾਈਮਿੰਗ ਤੁਹਾਡੀ ਕਦੋਂ ਤੱਕ ਆ ਫਿਰ, ਪੂਰੀ ਨਾਈਟ? ਟਾਈਮ ਦੀ ਪੂਰੀ ਫਲੈਕਸੀਬਿਲਿਟੀ ਹੈ ਮੈਨੂੰ, ਟਾਈਮ ਮੈਂ ਆਪਣੇ ਅਕੋਰਡਿੰਗ ਸਿਰਫ ਆਊਟਪੁੱਟ ਹੀ ਦੇਣੀ ਹੈ, ਟਾਈਮ ਦੀ ਮੈਨੂੰ ਕੋਈ ਉਹ ਨਹੀਂ, ਬੰਦਿਸ਼ ਨਹੀਂ ਹੈ। ਇਦਾਂ ਨਹੀਂ ਵੀ ਹਾਂ ਇੰਨੇ ਵਜੇ ਤੱਕ ਤਾਂ ਆਨਲਾਈਨ ਰਹਿਣਾ ਹੀ ਪਊਗਾ, ਕੋਈ ਕੁਐਸਚਨ ਆ ਗਿਆ ਤਾਂ ਨਹੀਂ ਆਨਸਰ ਕਿੱਦਾਂ ਦੋਗੇ ਫਿਰ, ਅਗਰ ਰਾਤ ਨੂੰ ਕੋਈ ਕੁਐਸਚਨ ਆ ਗਿਆ? ਕੁਛ ਨਹੀਂ, ਮੇਲ ਆਣੀ ਹੈ, ਮੈਂ ਅਗਲੇ ਦਿਨ ਰਿਪਲਾਈ ਕਰ ਦਵਾਂ, ਸ਼ਾਮ ਨੂੰ ਕਰ ਅੱਛਾ, ਦਵਾਂ, ਅਰਜੈਂਟ ਨਹੀਂ ਆ ਕੋਈ ਵੀ, ਇਸ ਟਾਈਮ ਤੱਕ ਅਰਜੈਂਟ ਤਾਂ ਨਹੀਂ। ਅਵੇਲੇਬਲ ਹੋਣਾ ਚਾਹੀਦਾ, ਹਾਂ, ਕਿਉਂਕਿ ਜੋ ਵੀ ਵੈਰੀ ਇਸ ਟਾਈਮ ਫਲੈਕਸੀਬਲ। ਜੋ ਵੀ ਪ੍ਰੋਸੈਸ ਹੈ ਉਹ ਸਟ੍ਰੀਮਲਾਈਨ ਹੈ, ਤੇ ਉਹ ਸਾਨੂੰ ਪਤਾ ਹੈ ਕਿ ਅਸੀਂ ਇੱਕ ਟਾਈਮਲਾਈਨ ਦਿੱਤੀ ਹੋਈ ਹੈ ਇੱਕ ਟਾਸਕ ਨੂੰ ਕੰਪਲੀਟ ਕਰਨ ਦੀ,
ਇਨ ਨਹੀਂ ਬਿਟਵੀਨ ਸਹੀ ਅਗਰ ਕੋਈ ਇਦਾਂ ਦਾ ਇਸ਼ੂ ਆ ਗਿਆ ਕਿ ਜਿਹੜਾ ਡਿਸਕਸ ਕਰਨਾ ਪੈਣਾ ਟੀਮ ਦੇ ਨਾਲ, ਹਮ, ਜਾਂ ਮੈਨੂੰ ਹਮ। ਆਪਣੀ ਹਾਇਰ ਅਥਾਰਟੀ ਨੂੰ ਇੰਡੀਕੇਟ ਕਰਨਾ ਪੈਣਾ ਕਿ ਨਹੀਂ ਇਹ ਸਾਡੀ ਟਾਈਮਲਾਈਨ ਸੀ, ਹੁਣ ਇਹ ਤੋਂ ਅੱਗੇ ਜਾਇਆ ਜਾਏਗਾ ਸਾਡੇ ਕੋਲ, ਤੇ ਫਿਰ ਅਸੀਂ ਡਿਸਕਸ਼ਨ ਕਰਨੀ ਹੈ। ਅਦਰਵਾਈਜ਼ ਕੋਈ ਜ਼ਿਆਦਾ ਐਮਰਜੈਂਸੀ ਨਹੀਂ ਹੈ। ਕਿਉਂਕਿ AI ਨੈਟ ਲੈਬਸ ਕਹਿ ਰਿਹਾ, ਕਹਿੰਦਾ 12 ਵੱਜ ਗਏ। 12 ਤਾਂ ਹਾਲੇ ਵੱਜੇ ਨਹੀਂ ਵੀਰੇ, ਕੋਈ ਗੱਲ ਨਹੀਂ। 3 ਮਿੰਟ ਪਏ ਯਾਰ। AJ Lab Studio 12 ਵਜੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ। ਲਾਸਟ ਨਹੀਂ ਤਾਂ ਕੁਐਸਚਨ ਪੁੱਛਣਾ ਜੇ ਹਾਂ ਟਾਈਮ ਹਾਂਜੀ ਜ਼ਿਆਦਾ ਹੋਣਾ। ਬਿਲਕੁਲ 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 ਯਾਰ। ਹਾਂਜੀ, ਚੱਕਰ ਬਸ ਇਹੀ ਕੁਐਸਚਨ ਪੁੱਛਣਾ ਸੀ ਕਿ ਜਿਵੇਂ ਹੁਣ ਤੁਸੀਂ AI 'ਚ ਤੁਸੀਂ ਕਹਿ ਰਹੇ ਕਿ ਤੁਸੀਂ ਉਦੋਂ ਕੰਮ ਕਰਨਾ ਸ਼ੁਰੂ ਕਰਤਾ ਸੀ, ਜਾਂ ਤੁਹਾਡੀ ਏਰੀਆ 'ਚ ਕਹਿ ਲਓ, ਕਿਉਂਕਿ ਹੁਣ ਕੰਟਰੀ ਹੋਰ ਹੈ ਤੇ ਅਸੀਂ ਹਾਂਜੀ ਅਗਰ ਇੰਡੀਆ 'ਚ ਬੈਠੇ ਹਾਂ, ਪੰਜਾਬ 'ਚ ਹਾਂ, ਤੇ ਸਾਡੇ ਤੇ ਬੰਦੇ ਨੂੰ ਅਜੇ ਇਹ ਵੀ ਨਹੀਂ ਪਤਾ ਕਿ ਚੈਟ GPT ਆ ਗਈ ਹੈ। ਮੈਂ ਕਈ ਵਾਰੀ ਦੇਖਿਆ ਕਿ ਅਗਰ ਕੋਈ ਵੌਇਸ ਤੇ ਚੈਟ GPT ਨਾਲ ਗੱਲ ਕਰ ਰਿਹਾ ਹੁੰਦਾ ਨਾ, ਤੇ ਉਹਦੇ 'ਚ ਸਭ ਤੋਂ ਜ਼ਿਆਦਾ ਕਮੈਂਟ ਇਹੀ ਹੋਣਗੇ ਐਪਲੀਕੇਸ਼ਨ ਕਿਹੜੀ ਹੈ ਗੱਲ ਕਰਨ ਵਾਲੀ। ਹੁਣ ਤੁਸੀਂ ਪਹਿਲਾਂ ਇੰਡੀਆ 'ਚ ਕੰਮ ਕੀਤਾ, ਫਿਰ ਤੁਸੀਂ ਮੂਵ ਕੀਤੇ ਹੋ ਕੈਨੇਡਾ 'ਚ। ਇਹ ਹਾਂਜੀ ਕੁਐਸਚਨ ਤੇ ਇਹ ਹੈ ਕਿ ਤੁਹਾਨੂੰ ਕੀ ਡਿਫਰੈਂਸ ਲੱਗਾ ਕਿ ਓਕੇ ਇੰਡੀਆ ਦੇ ਵਿੱਚ ਇਹ ਚੀਜ਼ ਮੈਨੂੰ ਨਹੀਂ ਹੀ ਮਿਲੀ ਜਿਹੜੀ ਮੈਨੂੰ ਕੈਨੇਡਾ ਜਾ ਕੇ ਮਿਲੀ ਹੈ, ਜਾਂ ਫਿਰ ਕੀ ਤੁਹਾਨੂੰ ਲੱਗਦਾ ਕਿ ਇਸ ਟਾਈਮ ਇੰਡੀਆ ਵੀ ਜਾਂ ਪੰਜਾਬ ਵੀ ਖਾਸ ਕਰਕੇ ਆਪਣੇ ਬੰਦੇ ਵੀ ਸੇਮ ਲਾਈਨ ਨੂੰ ਮੈਚ ਕਰ ਸਕਦੇ ਆ ਜੋ ਕੈਨੇਡਾ ਟੈਕਨੋਲੋਜੀ ਚੱਲ ਰਹੀ ਹੈ? ਹਾਂ ਜਾਂ ਹਾਂ ਬੈਟਰ ਕਰ ਰਹੇ ਆ, ਬੈਟਰ ਪੰਜਾਬ ਵਾਲੇ ਇੰਡੀਆ 'ਚ ਬੈਟਰ ਤਾਂ ਕਰ ਯਾਰ ਵੀਰੇ IT ਬੈਟਰ ਹੈ ਕੈਨੇਡਾ ਨਾਲੋਂ। ਬੈਟਰ ਕਰ ਰਹੇ ਬੈਟਰ? ਆ। ਹਾਂ ਇਹ ਤਾਂ ਬਹੁਤ ਵਧੀਆ ਕਰ ਰਹੇ ਪਤਾ ਆ। ਕੀ ਹੈ, ਦੇਖੋ ਜਿੱਥੇ ਮਾਰਕੀਟ ਆ ਨਾ, ਮਾਰਕੀਟ ਇਨ ਦਾ ਸੈਂਸ ਕਿ ਕੰਮ ਜਿਹੜਾ ਨਾ, ਆਈਡੀਆਜ਼ ਇਹਨਾਂ ਕੋਲੇ ਬਹੁਤ ਆ। ਆਪਣੇ ਵਾਲੇ ਹਾਂਜੀ। ਬੰਦੇ ਨਾ, ਮਤਲਬ ਆਪਣੇ ਇੰਡੀਆ 'ਚ ਵੀ ਹੈਗੇ ਆਈਡੀਆਜ਼, ਨੋ ਡਾਊਟ ਸਟਾਰਟਅਪਸ ਆਪਣੇ ਬਹੁਤ ਕੰਮ ਕਰ ਰਹੇ ਆ, ਪਰ ਆਪਣੇ ਸਟਾਰਟਅਪਸ ਉਸ ਲੈਵਲ ਤੇ ਨਹੀਂ ਹੈਗੇ ਜਿੰਨਾ ਆਪਾਂ ਕਹਿ ਦਈਏ ਇੱਧਰਲੇ ਆ। ਜਿੱਦਾਂ ਉਬਰ ਇੱਧਰਲੀ ਹੈ, ਠੀਕ ਹੈ, ਹਮ, ਏਅਰਬੀਐਨਬੀ ਇੱਧਰਲਾ ਆ, ਹਨਾ, ਆਪਣੇ ਓਯੋ ਆ ਗਏ ਇੱਧਰ, ਏਅਰਬੀਐਨਬੀ ਬਹੁਤ ਪੁਰਾਣਾ ਆ, ਹਨਾ। ਹਮ, ਤੇ ਇੱਥੇ ਜੇ ਆਪਾਂ ਗੱਲ ਕਰੀਏ ਆਨਲਾਈਨ ਜਿੰਨੀਆਂ ਵੀ ਚੀਜ਼ਾਂ ਆਈਆਂ, ਇਹਨਾਂ ਦੇ ਆਈਡੀਆਜ਼ ਬਹੁਤ ਪਹਿਲਾਂ ਆਏ। ਆਪਾਂ ਨੇ ਬਣਾਈਆਂ ਕਾਪੀ ਕਹਿ ਲਓ ਜਾਂ ਨਵੇਂ ਆਈਡੀਆ ਆਏ, ਬਟ ਉਹ ਹਮ, ਠੀਕ ਆ, ਵਰਲਡ ਲੈਵਲ ਤੇ ਉਹ ਫੇਮਸ ਨਹੀਂ ਹੈਗੀਆਂ, ਹਨਾ। ਹਾਂਜੀ। ਓਯੋ ਨੇ ਤੁਸੀਂ ਦੇਖਿਆ ਵੀ ਹੋਊਗਾ ਪਿੱਛੇ ਉਹਨਾਂ ਦਾ ਬਹੁਤ ਡ੍ਰੌਪ ਹੋ ਗਿਆ ਕੰਮ, ਹਨਾ। ਉਹਨਾਂ ਦੇ ਤਾਂ ਬੜਾ ਬੈਂਕਰਪਸੀ ਆ ਰਹੀ ਆ ਹੁਣ ਇਸ ਟਾਈਮ ਤੇ, ਤਾਂ ਸਿਸਟਮ ਕੰਮ ਖਰਾਬ ਨੇਗੇ। ਸਾਰੀਆਂ ਜਿੰਨੀਆਂ ਵੀ ਹੁਣ ਸਟਾਰਟਅਪਸ ਚੱਲ ਰਹੀਆਂ, ਮਤਲਬ ਪੁਰਾਣੀਆਂ ਜਿਹੜੀਆਂ ਫੇਮਸ ਸੀਗੀਆਂ ਬਹੁਤ ਜ਼ਿਆਦਾ, ਹਨਾ। ਪੇਟੀਐਮ ਹਮ, ਹੋ ਗਈ, ਪੇਟੀਐਮ ਨੂੰ ਵੀ IPO ਕੱਢਣਾ ਪੈ ਗਿਆ, ਮਤਲਬ ਕਿ ਇਹਨਾਂ ਕੋਲ ਇੰਨੀ ਕਮਾਈ ਨਹੀਂ ਹੈਗੀ ਜਿਸ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿੰਨੀ ਆਪਾਂ ਨੂੰ ਲੱਗਦਾ ਸੀ। ਇੰਜੀਨੀਅਰਸ ਨੂੰ ਤਾਂ ਬਹੁਤ ਪੈਸੇ ਦੇ ਦਿੰਦੇ ਨੇ ਉਹ, ਠੀਕ ਹੈ। ਹਮ, ਹੂੰ ਤੇ ਇਹ ਆ ਵੀ ਇਹਨਾਂ ਕੋਲੇ ਆਈਡੀਆਜ਼ ਬਹੁਤ ਨੇ, ਪਰ ਇਹ ਕੰਮ ਸਸਤਾ ਕਰਾਉਣਾ ਚਾਹੁੰਦੇ ਆ, ਓਕੇ। ਕਿਉਂਕਿ ਇੱਥੇ ਪੈਸੇ ਬਹੁਤ ਦੇਣੇ ਪੈਣਗੇ ਇੰਜੀਨੀਅਰਸ ਨੂੰ। ਹਾਂਜੀ। ਇੱਥੇ ਇੰਜੀਨੀਅਰ ਦਾ ਇੱਕ ਲੈਵਲ ਹੈ, ਇੱਥੇ ਨੋਰਮਲ ਪੈਸੇ ਦੇ ਕੇ ਨਹੀਂ ਸਰਨਾ। ਕਿ ਕੋਈ ਜਿਵੇਂ ਇੰਡੀਆ 'ਚ ਆਪਣੇ ਜੇ ਕੋਈ ਮੋਹਾਲੀ ਬੈਠਾ ਹੈ ਜਾਂ ਕੁਛ ਆ, ਉਹ 25-30 ਹਜ਼ਾਰ ਤੇ ਜੋਬ ਕਰੀ ਜਾ ਰਿਹਾ, ਹਜੇ ਵੀ ਕਰੀ ਹਮ, ਜਾ ਰਿਹਾ, ਹਨਾ। ਹਾਂਜੀ। ਇੱਥੇ ਇੰਜੀਨੀਅਰ ਨੂੰ ਇੱਕ ਮਤਲਬ ਅੱਛੀ ਸੈਲਰੀ ਮਾਰਕੀਟ ਦੇਣੀ, ਅਵੇਅਰਨੈਸ ਹੈ, ਮਾਰਕੀਟ ਅਵੇਅਰਨੈਸ ਹੈ ਕਿ ਓਕੇ ਮੇਰੇ ਅਵੇਅਰਨੈਸ ਕੋਲ ਆ, ਸਕਿੱਲ ਤੇ ਸੈੱਟ ਹੈ ਤੇ ਉਹਨੂੰ ਅੱਛੀ ਸੈਲਰੀ ਦੇਣੀ ਹੀ ਪੈਣੀ ਆ, ਤੇ ਉਹ ਬਹੁਤ ਘੈਂਟ ਬੰਦਾ ਹੀ ਚੂਜ਼ ਕਰਦੇ ਆ। ਹਾਂ। ਐਵਰੇਜ ਬੰਦੇ ਨੂੰ ਉਹ ਲੈ ਕੇ ਰਾਜੀ ਨਹੀਂ ਹੈਗੇ, ਮਤਲਬ ਇਸ ਟਾਈਮ ਇਦਾਂ ਹੋਇਆ ਪਿਆ। ਇਸ ਟਾਈਮ ਤੇ ਕਿਉਂਕਿ ਹਮ, ਮਾਰਕੀਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਲੋ ਆ, ਹਮ, ਠੀਕ ਹੈ। ਗੋਡ ਬਾਏ ਲੱਕ ਕਿ ਮੇਰੇ ਕੋਲੇ ਜੋਬ ਇੰਡੀਆ ਤੋਂ ਸੀਗੀ। ਜੇ ਮੈਨੂੰ ਇੱਥੇ ਆ ਹਾਂਜੀ। ਕੇ ਲੱਭਣੀ ਪੈਂਦੀ, ਮੈਨੂੰ ਹੁਣ 2 ਸਾਲ ਹੋ ਗਿਆ ਇੱਥੇ ਇਹਨੂੰ, ਤੇ ਮੈਨੂੰ ਨਹੀਂ ਲੱਗਦਾ ਵੀ 2 ਸਾਲ 'ਚ ਮੈਂ ਕਰੈਕ ਕਰ ਲੈਂਦਾ ਉਹ ਜੋਬ ਜਿਹੜੀ ਮੈਨੂੰ ਅੱਜ ਹਮ, ਟਾਈਮ ਮਿਲੀ ਹੋਈ ਹੈ, ਇਸ ਟਾਈਮ ਮਿਲੀ ਹੋਈ ਹੈ। ਬਹੁਤ ਟਫ ਹੈ ਕਿਉਂਕਿ ਜਿਹੜੇ ਯਾਰ, ਬੰਦੇ ਮਤਲਬ ਮੇਰੇ ਨਾਲ ਐਸ ਕਰ ਵੀ ਰਹੇ ਨੇ ਨਾ, ਹਾਂਜੀ। ਮਤਲਬ ਹੋਰ ਕੰਪਨੀਆਂ 'ਚ ਨੇ, ਮੈਨੂੰ ਮਿਲਦੇ ਆ, ਮੈਂ ਖੇਡਣ ਜਾਂਦਾ ਆ, ਮਤਲਬ ਬੈਡਮਿੰਟਨ ਸ਼ਾਮ ਨੂੰ, ਉੱਥੇ ਜ਼ਿਆਦਾਤਰ IT ਇੰਜੀਨੀਅਰ ਹੀ ਆਉਂਦੇ ਆ, ਕਿਉਂਕਿ ਇਹਨਾਂ ਕੋਲ ਹੀ ਥੋੜਾ ਜ਼ਿਆਦਾ ਟਾਈਮ ਹੁੰਦਾ ਖੇਡਣ ਹਮ, ਖੁੱਡਣ ਦਾ, ਬਾਕੀ ਤਾਂ ਸਾਰੇ ਕੰਮਾਂ 'ਚ ਹੀ ਲੱਗੇ ਹੋਏ ਆ, ਹਨਾ। ਤੇ ਉੱਥੇ ਮੋਸਟਲੀ IT ਇੰਜੀਨੀਅਰ ਆਉਂਦੇ ਆ, ਹੋਰ ਕੰਪਨੀਆਂ ਦੇ ਆ। ਜੇ ਉਹਨਾਂ ਦੇ ਕਿਸੇ ਦੇ 10 ਸਾਲ ਦਾ ਐਕਸਪੀਰੀਅੰਸ, 15 ਸਾਲ ਦਾ ਐਕਸਪੀਰੀਅੰਸ ਆ, ਉਹ ਹਜੇ ਵੀ ਮਤਲਬ ਕਿ ਕਿਰਪਾ ਰੱਬ ਦੀ, ਹਨਾ, ਵੀ ਉਹ ਮੇਰੀ ਸੈਲਰੀ ਨੂੰ ਮੈਚ ਨਹੀਂ ਕਰ ਪਾ ਰਹੇ ਅੱਜ ਦੇ ਟਾਈਮ ਵੀ। 10 ਸਾਲ ਉਹਨਾਂ ਨੂੰ ਕੈਨੇਡਾ ਆਏ ਨੂੰ ਹੋ ਗਏ ਆ, ਹਨਾ। ਹਮ, ਤੇ ਮੇਰੇ ਕੋਲੇ ਇੰਡੀਆ ਤੋਂ ਐਕਸਪੀਰੀਅੰਸ ਸੀਗਾ, ਤੇ ਉਹਨਾਂ ਨੇ ਮੈਨੂੰ ਟ੍ਰਾਂਸਫਰ ਕਰਤਾ ਇੱਥੇ, ਤੇ ਉਹ ਮੈਨੂੰ ਵਧੀਆ ਗੁੱਡ ਸੈਲਰੀ ਦੇ ਰਹੇ ਆ। ਤਾਂ ਮਤਲਬ ਮੇਰੇ ਲਈ ਬੈਸਟ ਆਪਸ਼ਨ ਸੀਗੀ, ਤੇ ਘਰੋਂ ਬੈਠ ਕੇ ਮੈਂ ਤਾਂ ਸੇਮ ਹੀ ਕੰਮ ਕਰ ਰਿਹਾ, ਮੈਨੂੰ ਕੋਈ ਐਕਸਪਲੋਰ ਨਹੀਂ ਕਰਨਾ ਪਿਆ ਡਿਫਰੈਂਟ ਕੰਮ, ਹਨਾ। ਪਰ ਜੇ ਹਾਂਜੀ। ਅੱਜ ਇੱਥੇ ਆ ਕੇ ਜੋਬ ਲੈਂਦਾ ਨਾ, ਤਾਂ ਬਹੁਤ, ਮੈਂ ਇਹ ਤੋਂ ਹਾਫ ਸੈਲਰੀ ਤੇ ਜੁਆਇਨ ਕਰਦਾ, ਹਾਫ ਤੋਂ ਵੀ ਮੈਂ ਕਹਿੰਦਾ ਹਾਫ ਤੋਂ ਵੀ ਹਾਫ ਤੇ ਜੁਆਇਨ ਕਰਦਾ ਇੱਥੇ ਆ ਕੇ। ਹਮ, ਮਤਲਬ ਜੁਆਇਨ ਹੋ ਜਾਂਦਾ, ਕਿਉਂਕਿ ਹਾਂ ਠੀਕ ਹੈ, ਨੋ ਡਾਊਟ ਕੋਈ ਠੀਕ ਹੈ, ਸਕਿੱਲ ਹੈਗੀ ਆ, ਮੈਨੂੰ ਲੱਗਦਾ ਵੀ ਜੁਆਇਨ ਕਰ ਲੈਂਦਾ ਸਾਲ ਦੇ ਅੰਦਰ ਅੰਦਰ, ਪਰ ਸੈਲਰੀ ਬਹੁਤ ਹਾਫ ਤੇ ਜੁਆਇਨ ਕਰਨਾ ਪੈਂਦਾ। ਇਹ ਓਕੇ। ਸੀਨ ਹੈ, ਮਾਰਕੀਟ ਇੰਨੀ ਉਹ ਹੈ। ਟੈਕਨੀਕਲ ਪਰਸਪੈਕਟਿਵ ਤੇ ਤਾਂ ਇਹੀ ਕੁਛ ਹੈ ਵੀ ਹਾਂ ਇਹਨਾਂ ਕੋਲੇ ਆਈਡੀ ਹੈਗੀ ਆ, ਪਰ ਇਹ ਕੰਮ ਪਾਕਿਸਤਾਨ ਤੋਂ ਕਰਾ ਲੈਣਗੇ, ਬੰਗਲਾਦੇਸ਼ ਤੋਂ ਕਰਾ ਲੈਣਗੇ, ਇੰਡੀਆ ਤੋਂ ਕਰਾ ਲੈਣਗੇ, ਵੀਅਤਨਾਮ ਤੋਂ ਕਰਾ ਲੈਣਗੇ, ਫਿਲੀਪੀਨਸ ਤੋਂ ਕਰਾ ਲੈਣਗੇ, ਯੂਕਰੇਨ ਤੋਂ ਕਰਾ ਲੈਣਗੇ। ਹਮ, ਅਮਰੀਕਾ, ਕੈਨੇਡਾ ਹੋ ਗਿਆ ਜਾਂ UK ਹੋ ਗਿਆ, ਇਹ ਸਾਰੀਆਂ ਕੰਟਰੀਆਂ ਆਪਦੇ ਬੰਦਿਆਂ ਤੋਂ ਸਿਰਫ ਮੈਨੇਜਮੈਂਟ ਕਰਾਉਣਗੇ, ਹਮ, ਉੱਪਰ ਬਿਠਾ ਦੇਣਗੇ, ਬਸ ਕੰਟਰੋਲ ਕਰੋ ਥੱਲੇ ਵਾਲੇ ਬੰਦਿਆਂ ਨੂੰ, ਇੰਡੀਆ ਵਾਲੇ ਬੰਦਿਆਂ ਨੂੰ ਕੰਮ ਦੱਸੋ ਕਿੱਦਾਂ ਹਮ। ਕਰਨਾ। ਉਹਨਾਂ ਯਾਰ ਨੂੰ ਆਪਾਂ ਥੋੜਾ ਬਸ ਜਿਹਾ ਕਮੈਂਟ ਲੈ ਲਈਏ ਯਾਰ, ਤੁਸੀਂ ਹਾਂ ਬੋਲਣ ਲਓ ਦਾ ਜੀ। ਹਾਂਜੀ। ਮੌਕਾ ਹੀ ਨਹੀਂ ਦਿੰਦੇ ਮੈਨੂੰ। ਹੋਰ ਅੱਛਾ ਕਮੈਂਟ ਠੀਕ ਵੀ ਹੈ। ਤੇ ਚਾਰ ਤਾਂ ਬੰਦੇ ਆ ਹੁਣ, ਕਿ ਪਤਾ ਨਹੀਂ ਕਮੈਂਟ ਕਰੀ ਜਾਂਦੇ, ਦਿਖ ਨਹੀਂ ਆ ਰਹੇ ਲਾਈਵ ਯਾਰ, ਹਨਾ। ਨਵੇਂ ਨਵੇਂ ਬੰਦੇ ਨਹੀਂ ਕਮੈਂਟ ਨਹੀਂ ਕਰ ਰਹੇ। ਉਹ ਯਾਰ ਕਮੈਂਟ ਤੇ ਆਪਣੇ ਆ ਕੋਲ ਰਹੇ ਆ, ਕਮੈਂਟ 4 ਬੰਦਿਆਂ ਦੇ ਆ ਰਹੇ ਆ ਤੇ ਵਿਊ 2 ਆ ਰਹੇ ਸੀ ਅੱਗੇ।
ਆਪਾਂ ਮੈਂ ਤਾਂ ਵਿਊ ਵਾਲੇ ਮੈਂ ਆਪਾਂ ਲੱਗਦਾ ਤਿੰਨ ਹੀ ਆ ਇਕੱਲੇ। ਮੈਂ ਤਾਂ ਸਾਰੀ ਰਾਤ ਜਾਗਣਾ ਹੁੰਦਾ, ਕੋਈ ਚੱਕਰ ਨਹੀਂ, ਗੂਗਲ ਅਸਿਸਟੈਂਟ ਸਮਝ ਲੈਂਦਾ। ਸਿਰਾ ਕੋਡਰ ਤੋਂ ਜਸਕਰਨ ਪੋਡਕਾਸਟ ਹੋ ਗਿਆ ਹੈ। ਠੀਕ ਹੈ ਠੀਕ ਹੈ। ਉਹ ਮੈਂ ਕਿਹਾ ਯਾਰ ਕਰ ਲਾਂ ਤੂੰ ਜਵਾਕਾਂ ਨੂੰ ਗੱਲ, ਯਾਰ ਮੈਂ ਤਾਂ ਹੁਣ ਰੋਜ਼ ਹੀ ਬੋਲਦਾ, ਮੇਰੀ ਇਹ ਵੈਸੇ ਮੇਰੇ ਵੀ ਹੁਣ ਖਿਆਲ ਨਾਲ ਹੈਬਿਟ ਐਂਡਰੋਇਡ ਹੈ। ਵਰਕਸ਼ਾਪ ਵਾਲੇ ਨੇ ਜਿਨ੍ਹਾਂ ਨੂੰ ਯੂ ਤੁਸੀਂ ਕਿਹਾ ਸੀ। ਕੌਣ? ਆਸ਼ੀਸ਼? ਤੁਸੀਂ ਕਿਹਾ ਸੀ ਨਾ ਉਸ ਟਾਈਮ ਕਿ ਅੱਛਾ ਅਸੀਂ ਅੱਛਾ, ਪੋਡਕਾਸਟ ਕਰਾਂਗੇ, ਤੇ ਉਹ ਫਿਰ ਹਾਂ ਮੇਰੇ ਖਿਆਲ ਨਾਲ ਉਹੀ ਯੂ ਆਰ ਨੇ। ਰਾਈਟ ਸਰ, ਚੁੱਪਚਾਪ ਹੀ ਬੈਠੇ ਆ ਉਹ। ਮੈਂ ਮੇਰੀ ਬਾਈ ਬੈਟਰੀ ਲੋ ਹੋ ਗਈ, ਮੈਂ ਇਹਨਾਂ ਦੀ ਸ਼ਿਫਟ ਸਟਾਰਟ ਹੋਈ ਯਾਰ। ਬਾਕੀ ਤੇ ਵਧੀਆ ਪੂਰਾ ਇੰਟਰਸਟਿੰਗ ਦਿਨ ਗੱਲਾਂ ਕੱਟ ਕਰਨੀ, ਆਇਆ। ਮੈਂ ਕਹਿੰਦਾ ਵਿੱਚੋਂ ਇੰਟਰਰਪਟ ਕਰਾਂਗੇ ਨਹੀਂ। ਹੈਲੋ ਸਰ, ਕੱਲ ਮੇਰਾ ਐਗਜ਼ਾਮ ਹੈ, ਇਸ ਲਈ ਕਰਕੇ ਲਾਈਵ 'ਚ ਨਹੀਂ ਆ ਸਕਿਆ। ਨਹੀਂ ਯਾਰ ਗਲਤ ਗੱਲ ਆ, ਤੇਰੀ ਐਬਸੈਂਟ ਲੱਗੀ ਕਮਲਵਿਸਟ, ਤੇ ਨਹੀਂ ਉਹ ਨੀਂਦ ਕੰਮ ਆਂਦੀ ਜ਼ਰੂਰੀ ਪਈ ਹੈ। ਆ ਉਹਨਾਂ ਨੂੰ। ਹੋਰ ਸਹੀ ਗੱਲ ਆ ਬਈ, ਮੈਨੂੰ ਤਾਂ ਨੀਂਦ ਆ ਰਹੀ ਆ, ਬਹੁਤ ਟਾਈਮ ਹੋ ਗਿਆ ਜਾਗੇ ਹੋਏ ਨੂੰ। ਤੇ ਆਪਣੇ ਸਟਾਰਟਅਪਸ ਕੋਲ ਫੰਡਿੰਗ ਦੀ ਦਿੱਕਤ ਆਂਦੀ ਹੈ ਹਮੇਸ਼ਾ, ਲਾਈਕ ਇੰਡੀਆ ਵਾਲੇ ਕਹਿ ਦਿੰਦੇ 50,000 ਚ ਕਲੋਨ ਬਣਾ ਦਿਓ। ਯਾਰ ਇਹ ਕਲੋਨ ਵਾਲਾ ਸਿਸਟਮ ਗਲਤ ਹੈ। ਐਨੀਥਿੰਗ ਅਬਾਊਟ ਵੈਬ 3.0? ਬਹੁਤ ਔਖਾ ਬਈ ਏਦਾਂ। ਉਹਨਾਂ ਦੀ ਸ਼ਿਫਟ ਲੱਗ ਗਈ ਹੈ ਜਿਸ ਰੁਪਿੰਦਰ ਕਿੱਥੇ ਰਹਿੰਦੇ ਹੋ ਬ్రో? ਟੋਰਾਂਟੋ ਵਾਲਾ ਰੁਪਿੰਦਰ ਕਿੱਥੇ ਰਹਿੰਦੇ ਹੋ ਭਾਈ, ਨਹੀਂ, ਦੱਸ ਦਿਓ। ਮੈਂ ਕੈਲਗਰੀ ਰਹਿਣਾ ਯਾਰ। ਕੈਲਗਰੀ ਰਹਿੰਦਾ ਭਾਈ। ਪਾਕਿਸਤਾਨ ਚ ਪੜ੍ਹਾਈ ਹੁੰਦੀ ਵਾ? ਪਾਕਿਸਤਾਨ ਚ ਬਹੁਤ ਹੁੰਦੀ ਹੈ ਯਾਰ ਪੜ੍ਹਦੇ ਯਾਰ, ਪੜ੍ਹਾਈ, ਭਾਈ ਪਾਕਿਸਤਾਨ ਕੋਡਰ ਵਾਲੇ ਵਧੀਆ ਨੇ ਬਹੁਤ ਪੜ੍ਹਦੇ। ਪਾਕਿਸਤਾਨ ਵਾਲੇ। ਪਾਕਿਸਤਾਨ ਦੇ ਕੋਡਰ ਮੇਰੇ ਨਾਲ ਖੇਡਦੇ ਆ, ਬਹੁਤ ਇੰਟੈਲੀਜੈਂਟ ਆ ਬਈ। ਇੰਡੀਆ ਹੀ ਆ, ਪਾਕਿਸਤਾਨ ਦੇ ਬੰਦਿਆਂ ਦਾ ਦਿਮਾਗ ਇੰਡੀਆ ਵਰਗਾ ਹੈ। ਉਹ ਠੀਕ ਆ, ਉਹਨਾਂ ਦੀ ਸਰਕਾਰ ਥੋੜੀ ਗਰੀਬ ਰੱਖ ਰਹੀ ਹੈ ਉਹਨਾਂ ਨੂੰ, ਪਰ ਦਿਮਾਗੀ ਬਹੁਤ ਆ ਉਹ। ਸੇਮ ਮੈਂ ਵੀ ਦਿਮਾਗ ਆ ਨਾ ਆਪਣਾ ਇੱਕ ਦੋ ਬੰਦਿਆਂ ਨੂੰ ਜਾਣਦਾ ਪਾਕਿਸਤਾਨ ਦੇ ਨੇ। ਪੰਜਾਬੀ ਚਲੋ ਚ। ਏਦਾਂ ਪਰਸਨਲੀ ਗਲਤ ਨਹੀਂ ਹੋਈ ਕਦੀ, ਤਾਂ YouTube ਤੋਂ ਪਤਾ ਲੱਗਦਾ ਕਿ ਉਹਨਾਂ ਦਾ ਸਕਿੱਲ ਸੈਟ ਕੀ ਹੈ ਜਾਂ ਉਹਨਾਂ ਦਾ ਮਾਈਂਡਸੈਟ ਲੈਵਲ ਕੀ ਨਹੀਂ ਹੈ। ਨਹੀਂ ਨਹੀਂ ਬਿਲਕੁਲ ਬਟ ਬਿਲਕੁਲ। ਪ੍ਰੋਬਲਮ ਇਹੀ ਹੈ ਕਿ ਗਵਰਨਮੈਂਟ ਦੇ ਅੰਡਰ ਆ ਕੇ ਪ੍ਰੈਸ਼ਰ ਤੇ, ਉਹ ਜਾਂ ਕਹ ਲਓ ਕਿ ਫੈਸਿਲਿਟੀ ਨਹੀਂ ਹੋਣੀ ਮਿਲ ਪਾ ਰਹੀ, ਤੇ ਉਹ ਫਿਰ ਮਨਿੰਦਰ ਜਾਣਦਾ ਉਹਨਾਂ ਨੂੰ, 50 ਡਾਲਰਾਂ ਚ ਤਾਂ ਉਹ ਐਂਡਰੋਇਡ ਦੀ ਆ ਬਣਾ। ਯਾਰ ਮੈਂ ਬਣਵਾਇਆ ਐਪ, ਮੈਂ ਦੱਸਿਆ ਸੀਗਾ ਪਾਕਿਸਤਾਨ ਡਿਵੈਲਪਰ ਬਹੁਤ ਸਸਤੇ ਹੁੰਦੇ ਆ ਵਿਚਾਰੇ, ਪਰ ਮਿਹਨਤੀ ਨੇ ਯਾਰ, ਠੀਕ ਹੈ। ਅੱਛਾ ਯਾਰ ਆਪਾਂ ਹੁਣ ਇੱਥੇ ਕੰਕਲੂਡ ਕਰਦੇ ਹਾਂ ਆਈ ਥਿੰਕ, ਠੀਕ ਹੈ ਤੇ ਬਾਈ। ਟਾਈਮ ਬਹੁਤ ਠੀਕ ਹੈ ਹੋ ਜੀ। ਗਿਆ। ਬਹੁਤ ਸਵਾਦ ਆਇਆ, ਬਹੁਤ ਮਜ਼ਾ ਆਇਆ। ਨਾ ਬਹੁਤ ਬਹੁਤ ਤੇ ਧੰਨਵਾਦ ਯਾਰ, ਪਲੇਟਫਾਰਮ ਦਿੱਤਾ ਗੱਲ ਤੇ ਕਰਨ ਲਈ। ਤੇ ਆਪਾਂ ਤਾਂ ਹਾਂਜੀ, ਕਰਦੇ ਹੀ ਰਹਿੰਦੇ ਆ, ਨਹੀਂ ਬਾਕੀ ਸਾਰਿਆਂ ਨਾਲ ਬਿਲਕੁਲ ਜਿਸ ਕਰਨ ਬਿਲਕੁਲ। ਵੀਰੇ ਨਾਲ ਹਾਂ, ਗੱਲ ਹੋਈ, ਤੇ ਬਹੁਤ ਬਹੁਤ ਇੱਥੋਂ ਧੰਨਵਾਦ। ਮੈਨੂੰ ਇੱਕ ਆਈਡੀਆ ਵੀ ਆਇਆ, ਤੇ ਨੈਕਸਟ ਹੁਣ ਆਪਾਂ ਲਾਈਵ ਐ ਨਹੀਂ ਕਰਿਆ ਕਰਾਂਗੇ, ਹੁਣ ਆਪਾਂ ਕੋਈ ਨਾ ਕੋਈ ਗੈਸਟ ਇਨਵਾਈਟ ਕਰਕੇ ਫਿਰ ਵਧੀਆ ਤਰੀਕੇ ਨਾਲ ਇੱਥੇ ਹਾਂ ਪੋਡਕਾਸਟ ਸਟਾਰਟ ਕਰਾਂਗੇ ਆਪਣਾ ਲਾਈਵ, ਇਹ ਤਾਂ ਥੋੜਾ ਹਾਂਜੀ। ਜਿਹਾ ਆਪਣਾ ਅਨਪਲੈਨਡ ਸੀਗਾ, ਚਲੋ ਫਿਰ ਵੀ ਵਧੀਆ ਹੋਇਆ। ਨੈਕਸਟ ਬਹੁਤ ਟਾਈਮ ਵਧੀਆ। ਵਧੀਆ ਆਪਦਾ ਪੱਗ ਪੁੱਗ ਬੰਨ੍ਹ ਕੇ ਬੈਠਿਆ ਕਰਿਓ, ਹੈ। ਠੀਕ। ਏਦਾਂ ਤੇ ਮੀਟਿੰਗ 'ਚ ਬੈਠੇ, ਏਦਾਂ ਹੀ ਬੈਠੇ ਆ, ਪੋਡਕਾਸਟ ਚੱਲ ਜੀ, ਆ ਗਏ ਇੱਥੇ ਆ ਗਏ। ਹਾਂ, ਤੇ ਜਸ ਪਰ ਕਰਨ ਤੈਨੂੰ ਕਿਹਾ ਸੀ ਦੇਖ ਪੋਡਕਾਸਟ ਕਰਨਾ, ਦੇਖ ਹੋ ਗਿਆ ਅੱਜ ਪੋਡਕਾਸਟ, ਠੀਕ ਹੈ। ਮਾਲਕ ਨੇ ਕਰਾ ਹੀ ਹੁਣ ਦਿੱਤਾ, ਮੈਂ ਦੇਖੋ ਕਿਸੇ ਬਹਾਨੇ। ਹਾਂ, ਤੇ ਮੈਂ ਮੇਰੇ ਕੋਲ ਹੈਗੇ ਬੰਦੇ ਯਾਰ, ਮੈਂ ਸੋਚ ਰਿਹਾ ਸੀ ਉਹਨਾਂ ਨੂੰ ਕਿਵੇਂ ਕਰਾਵਾਂ, ਹੁਣ ਮੈਨੂੰ ਆਈਡੀਆ ਹੋ ਗਿਆ ਵੀ ਐਵੇਂ ਹੀ ਕਰਾਉਂਗਾ ਮੈਂ, ਘਰੇ ਬੈਠੇ ਬੈਠੇ ਉਹਨਾਂ ਨੂੰ ਲਾਈਵ ਲਊਂਗਾ ਗੂਗਲ ਮੀਟ ਤੇ ਲਾਈਵ ਚ ਕਰਾ ਦਾਂਗੇ। ਤੇ ਜੇ ਪਹਿਲਾਂ ਆਪਾਂ ਥੋੜਾ ਜਿਹਾ ਅਨਾਉਂਸ ਕਰ ਦਾਂਗੇ ਨਾ ਕਿ ਇਸ ਤਰ੍ਹਾਂ ਦੀ ਇਹ ਡਿਸਕਸ਼ਨ ਹੋਊਗੀ, ਤਾਂ ਮੇਬੀ ਬੰਦੇ ਆਪਣੇ ਹੋਰ ਵੀ ਆ ਸਕਦੇ ਆ, ਅਗਰ ਠੀਕ ਹੈ। ਕੁਐਸਚਨ ਵੀ ਆਣ ਨਾਲ ਤੇ ਵਧੀਆ ਹਾਂ ਆਨਸਰ ਕਰਨਾ ਵੀ ਬਿਲਕੁਲ ਵਧੀਆ ਬਿਲਕੁਲ, ਰਹੇਗਾ ਸਾਡੇ ਲਈ ਵੀ, ਮਤਲਬ ਨਾਲ ਜਿੱਦਾਂ ਹੁਣ ਅਗਲਾ ਤੁਹਾਨੂੰ ਵੀ। ਮੇਰੇ ਕੋਲ ਇੱਕ ਭਾਜੀ ਹੈਗੇ ਆ, ਉਹ ਬੜੇ ਨਾ ਲੰਡਨ ਦੇ ਵਿੱਚ ਮਸ਼ੀਨ ਲਰਨਿੰਗ ਤੇ ਹੀ ਕੰਮ ਕਰਦੇ ਆਏ ਉਹ, ਤੇ ਯਾਰ ਓਕੇ। ਕਿਆ ਫਾੜ ਬੰਦੇ ਆ ਯਾਰ ਉਹ, ਮਤਲਬ ਉਹਨਾਂ ਦਾ ਨਾਮ ਸਹੀ, ਫਿਰ ਤਾਂ ਨਾ ਆਪਣੇ ਲਈ ਵੀ ਵਧੀਆ, ਆਪਾਂ ਨੂੰ ਵੀ ਸਿੱਖਣ ਨੂੰ ਤੁਹਾਡੇ ਲਈ ਮਿਲੂਗਾ। ਨਵਰੂਪੀ, ਵਧੀਆ, ਤੇ ਬਿਲਕੁਲ। ਬਹੁਤ ਸ਼ਾਨਦਾਰ ਬੰਦੇ ਆ, ਤੇ G20 ਚ ਵੀ ਉਹਨਾਂ ਨੇ ਵਧੀਆ, ਮਤਲਬ ਗਏ ਹੋਏ ਆ ਉਹਨਾਂ ਤੇ ਵਧੀਆ ਸਪੀਕਰਸ, ਕਾਫੀ ਸਟਾਰਟਅਪਸ ਉਹਨਾਂ ਨੇ ਬਿਲਡ ਕੀਤੀਆਂ, ਤੇ ਐਦਾਂ ਦੇ ਬੰਦੇ ਆ। ਇੱਕ ਮੋਸਕੋ ਤੋਂ ਬੰਦੇ, ਸੌਰੀ ਮੋਸਕੋ ਕਹਿੰਦਾ, ਨਾਰਵੇ ਤੋਂ ਭਾਜੀ ਹੈਗੇ ਆ, ਉਹ ਵੀ ਬਹੁਤ, ਉਹ ਉਸ ਟਾਈਮ 'ਚ HTML ਕਰਦੇ ਰਹੇ ਜਦੋਂ HTML ਬਣੀ ਸੀਗੀ, ਤੇ ਅੱਜ ਕੱਲ੍ਹ ਤਾਂ ਓਹੋ, ਅੱਜ ਕੱਲ੍ਹ ਤਾਂ ਉਹ ਇਨਵੈਸਟਰ ਨੇ ਬਹੁਤ ਤਕੜੇ, ਤੇ ਮਤਲਬ ਬਹੁਤ ਅੱਛਾ। ਬਹੁਤ ਹੀ ਸੀਨੀਅਰ ਬੰਦੇ ਨੇ, ਫਿਰ ਤੇ ਬਹੁਤ ਤੀਹ ਵਧੀਆ ਜੇ ਤੁਸੀਂ ਤੀਹ ਉਹਨਾਂ ਨੂੰ 40 ਸਾਲ ਇਨਵਾਈਟ ਦਾ ਕਰੋ, ਐਕਸਪੀਰੀਅੰਸ ਹੋਗਾ ਐਟਲੀਸਟ, ਹਾਂ। ਤੇ ਤੇ ਸਾਡੇ ਕੋਲ ਹੋਰ ਵੀ ਕੁਐਸਚਨ ਹੋਣਗੇ, ਤੇ ਨਾਲ ਮਤਲਬ ਸਾਨੂੰ ਵੀ ਮਸ਼ੀਨ ਸਿੱਖਣ ਨੂੰ ਲਰਨਿੰਗ ਦੇ ਮਿਲੇਗਾ ਬੰਦੇ ਨਾਲ। ਹੈਗਾ। ਇੱਕ ਮੇਰਾ ਦੋਸਤ ਮੈਟਾ 'ਚ ਹੈਗਾ ਫਿਲਹਾਲ, ਫਰੰਟ ਐਂਡ ਡਿਵੈਲਪਰ, ਤੇ ਮੈਟਾ ਲੰਡਨ ਦੇ ਵਿੱਚ, ਉਹਦੇ ਨਾਲ ਵੀ ਮੈਂ ਕਰ ਰਿਹਾ। ਇੱਕ ਆਪਣਾ ਬੰਦਾ ਹੈਗਾ ਜਿਹੜਾ ਐਲਨ ਮਸਕ ਨਾਲ ਕੰਮ ਕਰ ਰਿਹਾ ਡਾਇਰੈਕਟ, ਤੇ ਕਿਆ ਐਲਨ ਬਾਤ ਮਸਕ ਹੈ। ਦੇ ਬੰਗਲੇ 'ਚ ਰਹਿੰਦਾ, ਤੇ ਬਕਾਇਦਾ ਐਲਨ ਮਸਕ ਨਾਲ ਗੱਲਬਾਤ ਹੈਗੀ ਆ ਉਹਦੀ। ਮਤਲਬ ਇਹ ਬੰਦਿਆਂ ਨਾਲ ਗੱਲਬਾਤ ਮੈਂ ਕਰੂੰਗਾ। ਫਿਰ ਮੈਂ ਸੋਚ ਰਿਹਾ ਸੀ ਮੈਂ ਕਿੱਦਾਂ ਸਟਾਰਟ ਕਰਾਂ, ਤੇ ਅੱਜ ਮੈਨੂੰ ਵੈਸੇ ਹੀ ਰਾਹ ਮਿਲ ਗਈ, ਤੇ ਰੱਬ ਆਪ ਹੀ ਕਰਾਉਂਦਾ ਜਿਹੜਾ ਕੋਈ, ਜਦੋਂ ਥੋੜੀ ਨੀਤ ਸਾਫ਼ ਹੋਵੇ। ਸਾਨੂੰ ਜ਼ਰੂਰ ਇਨਵਾਈਟ ਕਰਿਓ, ਤੇ ਸਾਡੇ ਹਾਂ ਕੁਐਸਚਨ ਜ਼ਰੂਰ ਲਿਓ। ਹਾਂ ਮਤਲਬ ਹਾਂ ਹਾਂ, ਚਾਹੇ ਲਾਈਵ ਨਾ ਲਿਓ, ਪਰ ਅਸੀਂ ਚਾਹਾਂਗੇ ਵੀ ਹਾਂ ਭਾਈ ਬਿਲਕੁਲ। ਨਾ 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 ਨਾ, ਆਪਾਂ ਪਾਰਟ। ਐਂ ਕਰ ਇਹ ਹੋ ਲਾਂਗੇ ਨਾ, ਸਕਦਾ ਕਿ ਅਸੀਂ ਤੁਹਾਨੂੰ ਕੁਐਸਚਨ ਦੇ ਦਈਏ ਕਿ ਪਲੀਜ਼ ਇਹ ਵਾਲੇ ਪੁੱਛ ਲਓ, ਹਾਂ ਬਿਲਕੁਲ ਹੈਨਾ, ਬਿਲਕੁਲ ਬਿਲਕੁਲ ਕਿ ਚਲੋ ਚੈਟ ਤਾਂ ਜੁਆਇਨ ਹੋਊਗੀ। ਚਾਹੀ ਨਾ ਕਰੀਏ, ਸਾਨੂੰ ਆਨਸਰ ਤੇ ਮਿਲੇਗਾ ਨਾ ਸਾਡੇ ਕੁਐਸਚਨ ਦਾ। ਨਾ ਬਿਲਕੁਲ, ਤੇ ਤੂੰ ਬਹੁਤ ਵਧੀਆ ਯਾਰ, ਬਹੁਤ ਮਜ਼ਾ ਆਇਆ ਮੈਨੂੰ ਤਾਂ ਸੀਰੀਅਸਲੀ, ਤੇ ਮੈਂ ਹੁਣ ਮੈਨੂੰ ਕਰਾਂ ਵੀ ਕਰੂੰਗਾ। ਬਹੁਤ ਜੀ, ਬੈਠੇ ਹਾਂ, ਬੈਠੇ ਆ। ਹੋ ਸਕਦਾ ਮਜ਼ਾ ਕੱਲ ਆਇਆ ਵੀ ਮੈਨੂੰ। ਕਰੀਏ, ਇੱਕ ਅੱਧਾ ਗੈਸਟ ਮੈਂ ਫੜ ਲਵਾਂ, ਜੇ ਸਵੇਰੇ ਮੈਂ ਜਲਦੀ ਜਾਗ ਗਿਆ, ਕੋਈ ਮੌਕੇ ਤੇ ਤਿਆਰ ਹੋ ਗਿਆ ਸੀ। ਕੈਮਰਾ ਫੀਅਰ ਬਹੁਤ ਆ ਨਾ ਆਪਣੇ ਲੋਕਾਂ ਨੂੰ, ਭਾਜੀ ਨੂੰ ਮੈਂ ਪੁੱਛੂਗਾ ਜਦੋਂ ਮੈਨੂੰ ਮੈਂ ਗੱਲ। ਬਹੁਤ ਸੀ ਜੀ, ਹਾਂ ਮੈਂ ਤੇ ਹੱਥ ਕੰਬ ਰਿਹਾ ਸੀਗਾ ਵੈਬਕੈਮ ਲਗਾਉਂਦਿਆਂ ਕਿ ਇਦਾਂ ਅੱਜ ਪੰਜਾਬ, ਉਹ ਨਹੀਂ ਮੀਟਿੰਗ ਨਹੀਂ ਦੀ ਨਹੀਂ, ਕਲਾਇੰਟ ਵਾਲਾ ਸਿਸਟਮ ਹੋਰ ਹੁੰਦਾ ਏਦਾਂ। ਹਾਂ ਐਂ ਜੇ ਲੱਗਦਾ ਨਾ ਕਿ ਵੀ ਲਾਈਵ ਪਲੇਟਫਾਰਮ ਤੇ ਵੈਸੇ ਤਾਂ 5 ਹੀ ਕਿ ਬੰਦੇ ਆ, ਜਦੋਂ 500 ਦੇਖਦਾ ਹੁੰਦਾ ਉਹ ਥੋੜਾ ਜਿਹਾ ਹੋਰ ਹੋ ਜਾਂਦਾ ਬੰਦੇ ਦਾ ਸੀਨ। ਦੇਖਦੇ ਨੇ ਤੁਹਾਡੇ ਪਲੇਟਫਾਰਮ ਤੇ ਕਾਫੀ ਲੋਕ ਦੇਖਦੇ ਨੇ, ਮੇਰੀ ਤੇ ਰੀਲ ਨੂੰ ਅਜੇ ਨਹੀਂ ਤੱਕ ਲਾਈਕ ਆ ਰਹੇ ਨੇ ਤੁਹਾਡੇ ਥਰੂ। ਨਾ ਨਾ, YouTube ਤੇ ਇੰਨਾ ਨਹੀਂ ਆਪਣਾ, ਚਲੋ ਆਜੂਗਾ ਹੌਲੀ ਹੌਲੀ, ਆਏਗਾ ਪੇਜ ਆਏਗਾ ਬਸ ਚੱਲ ਬਿਲਕੁਲ। ਨੇ। ਹਾਂ, ਤੇ ਇਟਸ ਓਕੇ ਯਾਰ, ਜਿੰਨੇ ਵੀ ਆਉਂਦੇ ਇਟਸ ਓਕੇ, ਐਡਾ ਕੋਈ ਹੈ ਨਹੀਂਗਾ, ਬੈਸਟ ਹੈ ਚੱਲ ਬੈਸਟ। ਚੱਲੇਗਾ।
ਸੋ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਹਨਾ ਟਾਈਮ ਕੱਢਣ ਵਾਸਤੇ। ਰਾਤ ਨੂੰ 12 ਵਜੇ ਚਲੋ ਬੈਠੇ ਜੀ ਹਾਂ ਆਪਾਂ। ਇਹ ਥੈਂਕ ਹਿਸਟਰੀ ਯੂ ਬਣ ਜੀ ਰਹੀ ਹੈ, ਤੁਹਾਡਾ ਤਾਂ ਆਪਾਂ ਰਿਕਾਰਡਡ ਸਾਰਾ ਕੁਝ ਰਿਕਾਰਡਡ ਆਪਾਂ ਯਾਦ ਕਰਕੇ ਦੇਖਿਆ ਕਰਾਂਗੇ ਬਾਅਦ ਚੋਂ ਵੀ ਹਾਂਜੀ ਅੱਛਾ ਇੱਕ ਦਿਨ ਨਹੀਂ ਕੀਤਾ ਸੀ। ਸੋ ਇਹਨੂੰ ਯਾਰ ਸ਼ੇਅਰ ਸ਼ੁਰੂ ਕਰਿਓ ਨਾ, ਚਲੋ ਵੈਸੇ ਤਾਂ ਮੈਂ ਕਹਿੰਦਾ ਨਹੀਂ ਹੁੰਦਾ, ਕਰਿਓ ਨਾ ਕਰਿਓ ਕੋਈ ਚੱਕਰ ਨਹੀਂ। ਤੇ ਠੀਕ ਹੈ ਯਾਰ ਹਨਾ, ਬਹੁਤ ਬਹੁਤ ਧੰਨਵਾਦ। ਸੋਨਾ ਮੈਂ ਵੀ ਜਾ ਕੇ, ਤੁਸੀਂ ਵੀ ਸੋ। ਠੀਕ ਹੈ ਜੀ, ਠੀਕ ਤੇ ਹੈ। ਹੈਲਥ ਦਾ ਠੀਕ ਧਿਆਨ ਹੈ ਰੱਖਣਾ ਜੀ ਵੀ ਜ਼ਰੂਰੀ ਹੈ, ਆਈਟੀ 'ਚ ਰਹਿੰਦੇ ਹੋਏ ਹੈਲਥ ਬਹੁਤ ਜ਼ਰੂਰੀ ਹੈ। ਬੈਸਟ ਹਾਂਜੀ ਚਲੋ ਸਭ ਤੋਂ ਪ੍ਰਿਓਰਿਟੀ, ਮੋਸਟ ਪ੍ਰਿਓਰਿਟੀ ਹੈਲਥ ਹੀ ਹੈ। ਹੈਲਥ ਤਾਂ ਸਾਰਾ ਕੁਝ ਹੈ ਨਾ। ਗੁੱਡ ਨਾਈਟ ਗਾਇਜ਼, ਜਿਹੜੇ ਚੈਟ ਤੇ ਸੀਗੇ ਮੇਰੇ ਭਰਾ, ਬਹੁਤ ਬਹੁਤ ਧੰਨਵਾਦ। ਆਈ ਬਾਈ ਆਇਆ ਜੀ ਕਰੋ 10 ਬਾਈ। ਮਿੰਟ। ਗੁੱਡ ਨਾਈਟ ਟੂ ਆਲ ਆਫ ਯੂ। ਸੋ ਓਕੇ, ਬਾਏ ਬਾਏ, ਟਾਟਾ। ਬਾਏ। ਓਕੇ ਜਸਕਰਨ, ਥੈਂਕ ਯੂ ਬ్రో। ਓਕੇ ਜੀ ਥੈਂਕ ਯੂ ਜੀ।